जी वेलकम टू आवर चैनल एवरीवन। माय नेम इज़ अमन ਤੇ ਆਈ ਐਮ ਅ ਰੈਗੂਲੇਟਡ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟ। ਜਿਹੜੇ ਲੋਕ ਤਾਂ ਇਹ ਚੈਨਲ ਦੇਖਦੇ ਆ ਆਸਕ ਅਮਨ, ਉਹਨਾਂ ਨੂੰ ਤਾਂ ਪਤਾ ਵੀ ਅਸੀਂ ਇਮੀਗ੍ਰੇਸ਼ਨ ਦੇ ਬਾਰੇ ਜਿਹੜੀਆਂ ਟੌਪਿਕਸ ਤੇ ਗੱਲਾਂ ਕਰਦੇ ਆ। ਤੇ ਜਿਹੜੇ ਨਵੇਂ ਆਏ ਆ ਉਹਨਾਂ ਨੂੰ ਸਪੈਸੀਫਿਕਲੀ ਇਨਫੋਰਮੇਸ਼ਨ ਦੇਣੀ ਚਾਹੁੰਦੇ ਕਿ ਜਿਹੜੀ ਵੀ ਤੁਹਾਨੂੰ ਇਮੀਗ੍ਰੇਸ਼ਨ ਨਾਲ ਰਿਲੇਟਡ ਕੁਐਸਚਨਸ ਹੁੰਦੇ ਨੇ ਜਾਂ ਕਿਸ ਤਰੀਕੇ ਨਾਲ ਕੈਨੇਡਾ ਆਣਾ, ਉਹ ਸਾਰੇ ਟੌਪਿਕ ਅਸੀਂ ਇਸ ਚੈਨਲ ਤੇ ਡਿਸਕਸ ਕਰਦੇ ਆ। ਤੇ ਆਈ ਕੈਨ ਪ੍ਰੋਮਿਸ ਯੂ ਕਿ ਅਗਰ ਤੁਸੀਂ ਇਹ ਵੀਡੀਓ ਕੰਪਲੀਟਲੀ ਦੇਖਦੇ ਹੋ ਤਾਂ ਤੁਹਾਡੇ ਅੱਜ ਦਾ ਟੌਪਿਕ ਜਿਹੜਾ ਸਕਿੱਲ ਟ੍ਰੇਡਸ ਦੇ ਬਾਰੇ ਹੈ, ਹੋਪਫੁਲੀ ਉਹਦੇ ਐਂਡ ਤੱਕ ਤੁਹਾਨੂੰ ਉਹਦਾ ਕੋਈ ਕੁਐਸਚਨ ਨਹੀਂ ਰਹੇਗਾ। ਤੇ ਅੱਜ ਸਾਡੇ ਨਾਲ ਮੇਰੇ ਫਰੈਂਡ ਕਨਵਰ ਦਲੀਪ ਮੱਕੜ ਜੀ ਨੇ, ਉਹ ਵੀ ਰੈਗੂਲੇਟਡ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟ ਨੇ ਤੇ ਮੈਂ ਵੀ ਇਮੀਗ੍ਰੇਸ਼ਨ 'ਚ ਸਾਡੇ ਨਾਲ ਕੰਮ ਕਰਦੇ। ਬਹੁਤ ਸਾਰੀਆਂ ਐਪਲੀਕੇਸ਼ਨ ਬਹੁਤ ਅੱਛੇ ਤਰੀਕੇ ਨਾਲ ਇਹਨਾਂ ਨੇ ਸਾਡੇ ਨਾਲ ਕੀਤੀਆਂ ਵੀ ਨੇ। ਤੇ ਅੱਜ ਅਸੀਂ ਸਕਿੱਲ ਟ੍ਰੇਡਸ ਦੇ ਟੌਪਿਕ ਦੇ ਬਾਰੇ ਕੰਪਲੀਟਲੀ A to Z ਗੱਲ ਕਰਾਂਗੇ। ਹਾਂਜੀ, ਹਾਈ ਅਮਨ, ਕੀ ਹਾਲ ਹੈ ਜੀ ਤੁਹਾਡਾ? ਬਹੁਤ ਵਧੀਆ ਜੀ, ਬਹੁਤ ਵਧੀਆ। ਸੋ ਅਮਨ, ਇੱਕ ਗੱਲ ਫਿਰ ਮੈਂ ਵੀ ਪੁੱਛਣਾ ਚਾਹਾਂਗਾ ਕਿ ਜਿਹੜੇ ਸਕਿੱਲ ਟ੍ਰੇਡ ਦੇ ਨਾਲ ਰਿਲੇਟਡ ਕੁਐਸਚਨਸ ਹੈਗੇ ਆ, ਉਹ ਕਾਫੀ ਲੋਕਾਂ ਨੂੰ ਤੰਗ ਕਰ ਰਹੇ ਆ ਔਰ ਕਾਫੀ ਲੋਕ ਕਾਫੀ ਡਾਊਟਸ ਹੈਗੇ ਆ। ਔਰ ਉਹੀ ਕੁਐਸਚਨ ਜਿਹੜੇ ਮੈਨੂੰ ਲੋਕ ਪੁੱਛਦੇ ਆ ਸਕਿੱਲ ਟ੍ਰੇਡ ਦੇ ਬਾਰੇ, ਉਹ ਮੈਂ ਇੱਕ ਛੋਟੀ ਜਿਹੀ ਕੁਐਸਚਨੇਅਰ ਤਿਆਰ ਕੀਤੀ ਹੈ ਜਿਹੜੇ ਕਿ ਮੈਂ ਤੁਹਾਨੂੰ ਪੁੱਛਾਂਗਾ ਤੇ ਤੁਹਾਡੇ ਕੋਲ ਉਹਦੀ ਕਲੈਰਿਟੀ ਚਾਹਾਂਗਾ ਤਾਂ ਕਿ ਸਾਡੇ ਦਰਸ਼ਕ ਉਹਨਾਂ ਦੇ ਬਾਰੇ ਜਾਣ ਸਕਣ ਤੇ ਉਹ ਕੁਝ ਆਪਣਾ ਡਿਸਾਈਡ ਕਰ ਸਕਣ ਕਿ ਸਕਿੱਲ ਟ੍ਰੇਡ ਦੇ ਵਿੱਚ ਕੈਟੇਗਰੀ 'ਚ ਅਪਲਾਈ ਕਰਨਾ ਚਾਹੀਦਾ ਹੈ ਕਿ ਨਹੀਂ ਕਰਨਾ ਚਾਹੀਦਾ। ਡੈਫੀਨੇਟਲੀ ਅਗਰ ਮੈਂ ਆਪਣੇ ਬਾਰੇ ਦੱਸਾਂ ਤਾਂ ਮੈਂ ਸਕਿੱਲ ਟ੍ਰੇਡ ਇਮੀਗ੍ਰੇਸ਼ਨ ਦੇ ਬਾਰੇ ਇੰਨਾ ਪੈਸ਼ਨੇਟ ਇਸ ਲਈ ਆ ਕਿ ਮੈਂ ਇਮੀਗ੍ਰੇਸ਼ਨ ਕੰਸਲਟੈਂਟ ਬਣਨ ਤੋਂ ਪਹਿਲਾਂ ਇੱਕ ਇੰਜੀਨੀਅਰ ਆ ਤੇ ਮੈਂ ਗੈਸ ਲਾਇਸੈਂਸ ਟੈਕਨੀਸ਼ੀਅਨ ਆ ਕੈਨੇਡਾ ਦੇ ਵਿੱਚ, ਓਨਟਾਰੀਓ ਦੇ ਵਿੱਚ ਸਪੈਸੀਫਿਕਲੀ। ਤੇ ਉਸ ਤੋਂ ਬਾਅਦ ਮੈਂ 10 ਸਾਲ ਸਕਿੱਲ ਟ੍ਰੇਡਸ ਨਾਲ ਰਿਲੇਟਡ ਹੀ ਜੌਬਸ ਕੈਨੇਡਾ ਦੇ ਵਿੱਚ ਕੀਤੀਆਂ। ਲਾਸਟ ਮੇਰੀ ਪੋਜੀਸ਼ਨ ਸੀਗੀ ਨੈਸ਼ਨਲ ਸਰਵਿਸ ਮੈਨੇਜਰ ਇੱਕ HVAC ਕੰਪਨੀ ਦੇ ਨਾਲ। ਤੇ ਉਹਦੇ ਕਰਕੇ ਮੈਂ ਬਹੁਤ ਹੀ ਇਸ ਇੰਡਸਟਰੀ ਲਈ ਪੈਸ਼ਨੇਟ ਹਾਂ ਤੇ ਮੈਂ ਲੋਕਾਂ ਦੀ ਹੈਲਪ ਕਰਨਾ ਚਾਹੁੰਦਾ ਜਿਹੜੇ ਸਕਿੱਲ ਟ੍ਰੇਡ ਇੰਡਸਟਰੀ ਦੇ ਵਿੱਚ ਕੈਨੇਡਾ ਦੇ ਵਿੱਚ ਆਉਣਾ ਚਾਹੁੰਦੇ ਨੇ। ਇਹ ਗੱਲ ਸੁਣ ਕੇ ਬਹੁਤ ਚੰਗਾ ਲੱਗਾ ਬਿਕੋਜ਼ ਤੁਹਾਡੀ ਜਿਹੜੀ ਹਿਸਟਰੀ ਹੈ ਉਹ ਮੇਰੇ ਹਿਸਾਬ ਨਾਲ ਦਰਸ਼ਕਾਂ ਨੂੰ ਬਹੁਤ ਬਹੁਤ ਫਾਇਦੇਮੰਦ ਹੋਏਗੀ ਕਿਉਂਕਿ ਤੁਹਾਡੀ ਜਿਹੜੀ ਜਰਨੀ ਹੈ ਫਰੋਮ ਟੈਕਨੀਕਲ ਬੈਕਗਰਾਉਂਡ ਤੇ ਤੁਸੀਂ ਹੁਣ ਇਮੀਗ੍ਰੇਸ਼ਨ ਕੰਸਲਟੈਂਟ ਬਣੇ ਹੋ ਤੇ ਇਹਦੇ ਵਿੱਚ ਜਿਹੜੇ ਵੀ ਤੁਹਾਡੀ ਪ੍ਰੋਬਲਮਸ ਆਈਆਂ ਤੇ ਜਿਹੜੀਆਂ ਵੀ ਚੀਜ਼ਾਂ ਤੁਸੀਂ ਦੇਖੀਆਂ ਲੋਕਾਂ ਨੂੰ ਲਰਨ ਕਰਦੇ ਆ ਤੇ ਲੋਕਾਂ ਨੂੰ ਆਪਣੀ ਫੀਲਡ 'ਚ ਐਕਸੈਲ ਕਰਦੇ ਆ, ਉਹ ਦਰਸ਼ਕਾਂ ਵਾਸਤੇ ਕਾਫੀ ਲਾਭਦਾਇਕ ਹੋਣਗੀਆਂ। ਆਈ ਐਮ ਵੈਰੀ ਸ਼ੋਰ। ਟਰੂ। ਤੇ ਆਪਾਂ ਸਪੈਸੀਫਿਕਲੀ ਇਹ ਪੰਜਾਬੀ 'ਚ ਕਰਨੀ ਆ ਕਿਉਂਕਿ ਇੰਡੀਆ ਤੋਂ ਵੀ ਬਹੁਤ ਕਾਲਸ ਆਉਂਦੀਆਂ ਨੇ ਤੇ ਦੇ ਸਪੈਸੀਫਿਕਲੀ ਆਸਕ ਕਿ ਬਈ ਇਹ ਸਾਡੀ ਜਿਹੜੀ ਪੰਜਾਬੀ ਆਪਣੀ ਲੈਂਗੁਏਜ ਆ ਉਹਦੇ ਵਿੱਚ ਇਹ ਇਨਫੋਰਮੇਸ਼ਨ ਸਾਨੂੰ ਦਿਓ ਤਾਂ ਕਿ ਸਾਨੂੰ ਕੋਈ ਵੀ ਕਨਫਿਊਜ਼ਨ ਨਾ ਰਹੇ। ਸੋ ਅਗਰ ਤੁਹਾਡੇ ਕੁਐਸਚਨਸ ਨੇ, ਲੈਟਸ ਸਟਾਰਟ ਵਿਦ them ਐਂਡ ਉਹਨਾਂ ਸਾਰਿਆਂ ਦਾ ਆਪਾਂ ਆਨਸਰ ਕਰਾਂਗੇ ਅੱਜ। ਠੀਕ ਹੈ ਜੀ, ਮੈਂ ਆਪਣੇ ਕੁਐਸਚਨ ਜਿਹੜੇ ਆ ਉਹ ਖੋਲ ਕੇ ਤੁਹਾਡੇ ਨਾਲ ਇੱਕ ਇੱਕ ਕਰਕੇ ਪੁੱਛਦਾ ਤੇ ਤੁਹਾਡੇ ਕੋਲ ਉਹਦੀ ਡਿਸਕ੍ਰਿਪਸ਼ਨ ਮੰਗਦਾ। ਸੋ ਸਭ ਤੋਂ ਪਹਿਲੇ ਕਿ ਇਹ ਸਾਨੂੰ ਤੁਸੀਂ ਦੱਸੋ ਕਿ ਵਾਟ ਇਜ਼ ਸਕਿੱਲਡ ਟ੍ਰੇਡਸ। ਤੋ ਟ੍ਰੇਡਸ ਦਾ ਮਤਲਬ ਉਹ ਹੈ ਜਿਹੜੇ ਲੋਕੀ ਆਪਣੇ ਹੱਥਾਂ ਨਾਲ ਕੰਮ ਕਰਦੇ ਆ। ਠੀਕ ਆ, ਹੁਣ ਕੈਨੇਡਾ ਦੇ ਵਿੱਚ ਅਗਰ ਤੁਸੀਂ ਆਣਾ ਹੈ ਪਰਮਨੈਂਟ ਰੈਜ਼ੀਡੈਂਟ ਜਾਂ ਵਿਜ਼ਟਰ ਜਾਂ ਵਰਕ ਪਰਮਿਟ ਦੇ ਥਰੂ ਵੀ, ਇਹਨਾਂ ਨੇ ਜਿਹੜੀ ਆਪਣਾ ਐਕਸਪ੍ਰੈਸ ਐਂਟਰੀ ਸਿਸਟਮ ਆ ਉਹਨੂੰ 3 ਹਿੱਸਿਆਂ 'ਚ ਡਿਵਾਈਡ ਕੀਤਾ ਹੋਇਆ। ਇੱਕ ਤਾਂ ਹੁੰਦੇ ਆ ਕੈਨੇਡੀਅਨ ਐਕਸਪੀਰੀਅੰਸ ਕਲਾਸ, ਜਿਹੜੇ ਲੋਕਾਂ ਕੋਲ 1 ਸਾਲ ਦਾ ਮਿਨੀਮਮ ਕੈਨੇਡਾ ਦਾ ਐਕਸਪੀਰੀਅੰਸ ਹੈ। ਇੱਕ ਹੈਗਾ ਫੈਡਰਲ ਸਕਿਲਡ ਵਰਕਰ, ਜਿਹੜੇ NOC 0AB NOC ਕੈਟਾਗਰੀਜ਼ ਜਿਹੜੀਆਂ ਹੈਗੀਆਂ 0AB ਦੀਆਂ ਜੌਬ ਕਰਦੇ ਨੇ ਤੇ ਉਹਨਾਂ ਕੋਲ ਆਊਟਸਾਈਡ ਕੈਨੇਡਾ ਐਕਸਪੀਰੀਅੰਸ ਵੀ ਹੈ ਤੇ ਐਜੂਕੇਸ਼ਨ ਵੀ ਹੈ। ਤੇ ਲਾਸਟ ਜਿਹੜੇ ਹੁੰਦੇ ਨੇ ਸਕਿਲਡ ਟ੍ਰੇਡਸ ਵਾਲੇ, ਉਹਨਾਂ ਦੀ ਅਲੱਗ ਕੈਟਾਗਰੀ ਹੈ, ਜਿਹੜੇ ਕੀ ਹੋ ਗਏ ਪਲੰਬਰਸ, ਇਲੈਕਟ੍ਰੀਸ਼ੀਅਨ, ਮੇਸਨ, ਜਿਹੜੇ ਆਪਣੇ ਮਿਸਤਰੀ ਹੁੰਦੇ ਨੇ। ਤੇ ਇਦਾਂ ਦੇ ਬਹੁਤ ਸਾਰੇ ਟ੍ਰੇਡਸ ਦੇ ਪ੍ਰੋਫੈਸ਼ਨਸ ਨੇ ਜਿਹੜੇ ਇੱਕ ਲਿਸਟ ਤੁਹਾਡੀ ਇਸ ਵੀਡੀਓ ਦੀ ਡਿਸਕ੍ਰਿਪਸ਼ਨ 'ਚ ਵੀ ਆਪਾਂ ਪਾ ਕੇ ਦੇਵਾਂਗੇ ਤਾਂ ਕਿ ਤੁਹਾਨੂੰ ਐਗਜ਼ੈਕਟਲੀ ਪਤਾ ਲੱਗ ਜੇ ਕਿ ਤੁਹਾਡਾ ਜਿਹੜਾ ਤੁਸੀਂ ਕੰਮ ਕਰਦੇ ਹੋ ਟ੍ਰੇਡ 'ਚ ਆਉਂਦਾ ਜਾਂ ਨਹੀਂ। ਤੇ ਉਹ ਤੀਸਰਾ ਸੈਕਟਰ ਹੈ, ਉਹ ਹੁੰਦਾ ਫੈਡਰਲ ਸਕਿਲਡ ਟ੍ਰੇਡਸ ਤੇ ਉਹਦੇ ਥਰੂ ਪਰਮਨੈਂਟ ਰੈਜ਼ੀਡੈਂਸੀ ਦੀ ਆਪਸ਼ਨਸ ਵੀ ਹੁੰਦੀਆਂ ਨੇ, ਉਹਦੇ ਥਰੂ ਵਿਜ਼ਿਟਰ ਤੇ ਵਰਕ ਪਰਮਿਟ ਦੀਆਂ ਆਪਸ਼ਨਸ ਵੀ ਹੁੰਦੀਆਂ ਨੇ। ਤੇ ਅਗਰ ਤੁਸੀਂ ਆਪਣਾ ਚੈੱਕ, ਕੋਈ ਵੀ ਦਰਸ਼ਕ ਜਾਂ ਆਪਣਾ ਚੈੱਕ ਕਰਨਾ ਚਾਹੁੰਦਾ ਹੈ ਕਿ ਉਹ ਸਕਿਲਡ ਟ੍ਰੇਡਸ ਦੇ ਵਿੱਚ ਐਪਲੀਕੇਸ਼ਨ ਕਰ ਸਕਦੇ ਆ, ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਪੂਰੀ ਲਿਸਟ ਬਣਾ ਕੇ ਰੱਖੀ ਹੋਈ ਆ। ਥੈਂਕ ਯੂ ਅਮਨ ਫॉर ਕਲੈਰਿਟੀ। ਸੋ ਮੇਰਾ ਅਗਲਾ ਕੁਐਸਚਨ ਹੈ ਕਿ ਸਭ ਤੋਂ ਪਹਿਲੇ ਜਿਹੜੇ ਅਸੀਂ ਡਿਸਾਈਡ ਕਰਦੇ ਹਾਂ ਕਿ ਅਸੀਂ ਸਕਿੱਲ ਟ੍ਰੇਡ ਇਮੀਗ੍ਰੇਸ਼ਨ ਪ੍ਰੋਗਰਾਮ ਦੇ ਥਰੂ PR ਲੈਣੀ ਹੈ ਤੇ ਸਾਡਾ ਪਹਿਲਾ ਕਦਮ ਜਾਂ ਪਹਿਲਾ ਸਟੈਪ ਕੀ ਹੋਣਾ ਚਾਹੀਦਾ? ਦੇਖੋ ਜੀ, ਸਭ ਤੋਂ ਪਹਿਲਾਂ ਤਾਂ ਕੈਨੇਡਾ ਦੇ ਵਿੱਚ ਅੰਡਰਸਟੈਂਡ ਕਰਨਾ ਕਿ ਟ੍ਰੇਡਸ ਕੰਮ ਕਿੱਦਾਂ ਕਰਦੇ ਆ। ਠੀਕ ਹੈ, ਹਰ ਪ੍ਰੋਵਿੰਸ ਦੀ ਆਪਣੀ ਰੈਗੂਲੇਟਰੀ ਅਥਾਰਟੀ ਹੁੰਦੀ ਹੈ ਜਿਹੜੀ ਉਸ ਪ੍ਰੋਵਿੰਸ ਦੇ ਵਿੱਚ ਟ੍ਰੇਡਸ ਨੂੰ ਰੈਗੂਲੇਟ ਕਰਦੇ ਆ। ਤੇ ਉਹ ਹਰ ਪ੍ਰੋਵਿੰਸ ਦੇ ਵਿੱਚ ਜਿਹੜੀ ਵੀ ਟ੍ਰੇਡ ਅਥਾਰਟੀ ਹੈ, ਉਹਨਾਂ ਨੇ ਟ੍ਰੇਡਸ ਦੇ ਲਾਇਸੈਂਸ ਦਿੱਤੇ ਹੁੰਦੇ ਆ ਲੋਕਾਂ ਨੂੰ। ਫੋਰ ਐਗਜ਼ਾਮਪਲ, ਅਗਰ ਤੁਸੀਂ ਇੱਥੇ ਪਲੰਬਰ ਵੀ ਹੋ
ਤੇ ਤੁਸੀਂ ਲਾਇਸੈਂਸ ਲੈ ਕੇ ਕੰਮ ਕਰਨਾ। ਜੋ ਕੰਮ ਤੁਸੀਂ ਕਰਨਾ ਉਹ ਆਪਣੇ ਲਾਇਸੈਂਸ ਨਾਲ ਟੈਗ ਕਰਕੇ ਆਣਾ ਵੀ ਜੀ ਮੈਂ ਲਾਸਟ ਬੰਦਾ ਸੀ, ਮੈਂ ਆਹ ਕੰਮ ਕੀਤਾ, ਆਹ ਪ੍ਰੈਸ਼ਰ ਚੈੱਕ ਟੈਸਟ ਕੀਤਾ, ਜਾਂ ਜੋ ਵੀ ਤੁਸੀਂ ਕੰਮ ਕਰਕੇ ਆਏ। ਤੇ ਪਹਿਲਾ ਕੰਮ ਹੈ ਉਸ ਟ੍ਰੇਡ ਅਥਾਰਟੀ ਨੂੰ ਐਪਲੀਕੇਸ਼ਨ ਕਰਕੇ ਆਪਣਾ, ਅਗਰ ਤੁਹਾਡੇ ਕੋਲ ਐਕਸਪੀਰੀਅੰਸ ਇੰਨਾ ਕੁ ਹੈਗਾ, ਜੋ ਸੇਮ ਐਕਸਪੀਰੀਅੰਸ ਕੈਨੇਡਾ 'ਚ ਉਸੇ ਟ੍ਰੇਡ ਦੇ ਬੰਦੇ ਕੋਲ ਹੋਣਾ ਚਾਹੀਦਾ ਹੈ, ਤੇ ਪਹਿਲਾ ਕੰਮ ਹੈ ਆਪਣੀ ਅਸੈਸਮੈਂਟ ਐਪਲੀਕੇਸ਼ਨ ਦੀ ਸਬਮਿਸ਼ਨ ਕਰਨਾ। ਤਾਂ ਤੁਸੀਂ ਟ੍ਰੇਡ ਅਥਾਰਟੀ ਨੂੰ ਤੁਸੀਂ ਇਹ ਕਹਿ ਰਹੇ ਹੋ ਕਿ ਜੀ ਹਾਂਜੀ ਮੈਂ ਆਪਣਾ ਇੰਡੀਆ 'ਚ ਹਾਂ ਜਾਂ ਬੰਗਲਾਦੇਸ਼ 'ਚ ਜਾਂ ਪਾਕਿਸਤਾਨ ਜਾਂ ਕਿਸੇ ਵੀ ਕੰਟਰੀ 'ਚ ਹਾਂ, ਤੇ ਮੇਰੇ ਕੋਲ ਕਮ ਸੇ ਕਮ 5 ਜਾਂ 6 ਸਾਲ ਦਾ ਐਕਸਪੀਰੀਅੰਸ। ਸੋ 5 ਜਾਂ 6 ਸਾਲ ਮੈਂ ਇਸ ਲਈ ਕਿਹਾ ਕਿ ਔਨ ਐਨ ਐਵਰੇਜ ਉਨਾ ਹੀ ਰਿਕੁਆਇਰਡ ਹੁੰਦਾ, ਕੁਝ ਟ੍ਰੇਡਸ ਹੁੰਦੇ ਨੇ ਜਿਨ੍ਹਾਂ 'ਚ ਘੱਟ ਰਿਕੁਆਇਰਡ ਹੁੰਦਾ, ਤੇ ਉਹ ਐਕਸਪੀਰੀਅੰਸ ਮੇਰੇ ਕੋਲ ਹੈਗਾ ਤੇ ਮੈਂ ਇਹ ਲਾਇਸੈਂਸ ਨੂੰ ਚੈਲੰਜ ਕਰਨਾ ਚਾਹੁੰਦਾ। ਤੇ ਉਹ ਪਹਿਲਾ ਸਟੈਪ ਹੈ ਅਸੈਸਮੈਂਟ ਐਪਲੀਕੇਸ਼ਨ ਕਰਨਾ। ਤੇ ਉਹ ਤੁਸੀਂ ਇੰਡੀਆ 'ਚ ਜਿਹੜੀ ਮਰਜ਼ੀ ਕੰਟਰੀ 'ਚੋਂ ਤੁਸੀਂ ਕਿਤੋਂ ਵੀ ਬੈਠ ਕੇ ਐਪਲੀਕੇਸ਼ਨ ਨੂੰ ਕਰ ਸਕਦੇ ਸੋ ਹੁਣ ਇਹਦੇ ਚੋਂ ਮੇਰਾ ਇੱਕ ਹੋਰ ਕੁਐਸਚਨ ਨਿਕਲਾ ਹੈ, ਜੀ। ਐਕਸਪ੍ਰੈਸ ਐਂਟਰੀ ਪ੍ਰੋਫਾਈਲ ਪਹਿਲੇ ਬਣਾਇਆ ਜਾਏ ਕਿ ਅਸੈਸਮੈਂਟ ਪਹਿਲੇ ਕਰਵਾਈ? ਦੇਖੋ, ਐਕਸਪ੍ਰੈਸ ਐਂਟਰੀ ਪ੍ਰੋਫਾਈਲ ਕ੍ਰੀਏਟ ਕਰਨ ਲਈ ਤੁਹਾਡੀ ਐਲੀਜੀਬਿਲਿਟੀ ਹੋਣਾ ਜ਼ਰੂਰੀ ਹੈ। ਤੇ ਐਲੀਜੀਬਿਲਿਟੀ ਅਗਰ ਆਪਾਂ ਫੈਡਰਲ ਸਕੇਲ ਟ੍ਰੇਡਸ ਦਾ ਪ੍ਰੋਗਰਾਮ ਦੀ ਦੇਖੀਏ ਤੇ ਉਹਦੇ ਚ ਮੇਨ ਪੁਆਇੰਟਸ ਨੇ, ਇੱਕ ਤਾਂ ਤੁਹਾਡੇ ਕੋਲ ਐਕਸਪੀਰੀਅੰਸ ਹੋਣਾ ਚਾਹੀਦਾ, ਤੁਹਾਡੀ ਲੈਂਗੁਏਜ ਐਬਿਲਿਟੀ ਸਕਿੱਲਸ ਹੋਣੀ ਚਾਹੀਦੀਆਂ, ਤੇ ਇੱਕ ਮੇਨ ਪੁਆਇੰਟ ਹੈ ਵੀ ਜਾਂ ਤਾਂ ਤੁਹਾਡੇ ਕੋਲ ਇੱਕ ਇੱਥੋਂ ਕੈਨੇਡੀਅਨ EMPLOYER ਤੋਂ ਜੌਬ ਆਫਰ ਹੋਣਾ ਚਾਹੀਦਾ ਜੋ ਕਿ 1 ਸਾਲ ਦਾ, ਜਾਂ ਤੁਹਾਡੇ ਕੋਲ ਸਰਟੀਫਿਕੇਸ਼ਨ ਆਫ ਕੁਆਲੀਫਿਕੇਸ਼ਨ ਹੈ। ਜਿਹੜਾ ਮੈਂ ਪਹਿਲਾਂ ਬੋਲਿਆ ਕਿ ਆਪਣਾ ਪਹਿਲਾ ਸਟੈਪ ਹੈ ਉਸ ਅਸੈਸਮੈਂਟ ਐਪਲੀਕੇਸ਼ਨ ਕਰਨਾ, ਜੋ ਕਿ ਲੇਟਰ ਔਨ ਲੀਡਸ ਟੂ ਯੋਰ ਸਰਟੀਫਿਕੇਸ਼ਨ ਆਫ ਕੁਆਲੀਫਿਕੇਸ਼ਨ। ਤੇ ਅਗਰ ਉਹ ਤੁਹਾਡੇ ਦੋਨੇ ਹੀ ਤੁਹਾਡੇ ਕੋਲ ਨਹੀਂ ਹੈਗੇ, ਜੌਬ ਆਫਰ ਨਹੀਂ ਹੈਗਾ ਤੇ ਤੁਹਾਡੇ ਕੋਲ ਸਰਟੀਫਿਕੇਸ਼ਨ ਆਫ ਕੁਆਲੀਫਿਕੇਸ਼ਨ ਨਹੀਂ ਹੈਗਾ, ਤੁਸੀਂ FST ਲਈ ਐਲੀਜੀਬਲ ਹੀ ਨਹੀਂ ਹੁੰਦੇ, ਤੁਸੀਂ ਐਕਸਪ੍ਰੈਸ ਐਂਟਰੀ ਪ੍ਰੋਫਾਈਲ ਕ੍ਰੀਏਟ ਨਹੀਂ ਕਰ ਸਕਦੇ ਉਸ ਟਾਈਮ। ਜੇ ਕੋਈ ਬੰਦਾ ਐਕਸਪ੍ਰੈਸ ਐਂਟਰੀ ਪ੍ਰੋਫਾਈਲ ਕ੍ਰੀਏਟ ਕਰ ਲੈਂਦਾ ਦੈਟ ਮੀਨਸ ਕਿ ਉਹ ਰੋਂਗ ਟਰੈਕ ਤੇ ਚੱਲ ਰਿਹਾ। ਹਾਂ, ਉਹਨੇ ਮਤਲਬ ਕੋਈ ਗਲਤ ਇਨਫੋਰਮੇਸ਼ਨ ਫਿਲ ਕੀਤੀ ਹੈ, ਕਿਉਂਕਿ ਇਹਦੀ ਐਲੀਜੀਬਿਲਿਟੀ ਰਿਕੁਆਇਰਮੈਂਟ ਅਗਰ ਤੁਸੀਂ ਦੇਖੋ, ਐਲੀਜੀਬਿਲਿਟੀ ਰਿਕੁਆਇਰਮੈਂਟ ਦੇ ਵਿੱਚ ਕਲੀਅਰਲੀ ਮੈਂਸ਼ਨ ਕੀਤਾ ਗਿਆ ਹੈ ਕਿ ਯੂ ਮਸਟ ਹੈਵ ਐਟਲੀਸਟ ਜੌਬ ਆਫਰ ਫਰੋਮ ਅ ਕੈਨੇਡੀਅਨ EMPLOYER ਵਿਚ ਇਜ਼ ਅ ਮਿਨੀਮਮ 1 year ਜੌਬ ਆਫਰ, ਔਰ ਯੂ ਹੈਵ ਅ ਸਰਟੀਫਿਕੇਸ਼ਨ ਆਫ ਕੁਆਲੀਫਿਕੇਸ਼ਨ। ਤੇ ਉਹਦੇ ਚ ਵੀ ਇਹਨਾਂ ਨੇ ਇੱਕ ਥੋੜੀ ਜਿਹੀ ਟ੍ਰਿਕ ਲਗਾਈ ਹੋਈ ਹੈ ਕਿ ਐਲੀਜੀਬਿਲਿਟੀ ਲਈ ਸਰਟੀਫਿਕੇਸ਼ਨ ਆਫ ਕੁਆਲੀਫਿਕੇਸ਼ਨ ਤੋਂ ਬਾਅਦ ਤੁਹਾਨੂੰ 2 ਸਾਲ ਦਾ ਐਕਸਪੀਰੀਅੰਸ ਵੀ ਚਾਹੀਦਾ। ਸੋ ਮਤਲਬ ਇਹ ਨਹੀਂ ਹੈ ਕਿ ਤੁਸੀਂ ਸਰਟੀਫਿਕੇਸ਼ਨ ਆਫ ਕੁਆਲੀਫਿਕੇਸ਼ਨ ਲੈ ਲਿਆ ਤੇ ਤੁਸੀਂ ਇਮੀਡੀਏਟਲੀ ਐਲੀਜੀਬਲ ਹੋ ਗਏ, ਤੁਹਾਨੂੰ ਉਹਦੇ ਲਈ ਵੀ ਐਕਸਪੀਰੀਅੰਸ ਚਾਹੀਦਾ। ਓਕੇ, ਸੋ ਸਰਟੀਫਿਕੇਸ਼ਨ ਆਫ ਕੁਆਲੀਫਿਕੇਸ਼ਨ ਦੇ ਜਿਹੜੇ ਕੁਐਸਚਨਸ ਹੈ ਉਹ ਅੱਗੇ ਜਾ ਕੇ ਮੈਂ ਤੁਹਾਨੂੰ ਫੋਰ ਵਿਸਤਾਰ ਨਾਲ ਸ਼ੋਰ, ਫੋਰ ਸ਼ੋਰ, ਇਹ ਬਹੁਤ ਹੀ ਵਿੱਚ ਕਿਤੇ ਜਗ੍ਹਾ ਤੇ ਕਨਫਿਊਜ਼ਿੰਗ ਟੌਪਿਕ ਹੋ ਜਾਂਦਾ। ਤੁਸੀਂ ਜਦੋਂ ਕੋਈ ਵੀ ਨਵਾਂ ਬੰਦਾ ਇਹਦੀ ਇਨਕੁਆਇਰੀ ਕਰਦਾ, ਇਹਦੇ ਬਾਰੇ ਸਰਚ ਕਰਨ ਲੱਗਦਾ ਨਾ, ਤਾਂ ਉਹ ਗੋਲ ਘੁੰਮਣ ਲੱਗ ਜਾਂਦਾ ਵੀ ਹਾਂ ਵੀ ਇਹ ਚੀਜ਼ ਕਰਨੀ ਸੀ, ਮੈਂ ਇਹ ਚੀਜ਼ ਕਰਨੀ ਸੀ, ਇਹਦੇ ਕਰਾਂਗਾ ਤਾਂ ਮੈਂ ਉਹ ਕਰਾਂਗਾ। ਸੋ ਇਹ ਥੋੜਾ ਜਿਹਾ ਹੈਗਾ ਕਨਫਿਊਜ਼ਿੰਗ। ਬਿਲਕੁਲ। ਚਲੋ ਹੁਣ ਅਗਲਾ ਕੁਐਸਚਨ ਜਿਹੜਾ ਮੇਰਾ ਹੈਗਾ ਹੈ ਕਿ ਜਿੰਨੇ ਵੀ ਟ੍ਰੇਡਸ ਹੈਗੇ ਆ ਉਹਨਾਂ ਵਿੱਚ ਸਾਨੂੰ ਐਗਜ਼ਾਮ ਦੇਣ ਦੀ ਲੋੜ ਹੈਗੀ ਹੈ ਕਿ ਐਗਜ਼ਾਮ ਤੋਂ ਬਗੈਰ ਹੀ ਚੱਲ ਜਾਂਦਾ? ਇਹ ਬਹੁਤ ਅੱਛਾ ਇੰਟਰਸਟਿੰਗ ਕੁਐਸਚਨ ਹੈ। ਹੁਣ ਜਦੋਂ ਮੈਂ ਦੱਸਿਆ ਕਿ ਹਰ ਪ੍ਰੋਵਿੰਸ ਦੇ ਵਿੱਚ ਟ੍ਰੇਡ ਅਥਾਰਟੀ ਹੈ, ਤੇ ਹਰ ਟ੍ਰੇਡ ਅਥਾਰਟੀ ਨੇ ਆਪਣੀ ਆਪਣੀ ਪ੍ਰੋਵਿੰਸ ਦੇ ਵਿੱਚ ਸਾਰੇ ਹੀ ਜਿੰਨੇ ਟ੍ਰੇਡਸ ਨੇ ਉਹਨਾਂ ਨੂੰ ਆਪਣੇ ਟ੍ਰੇਡਸ ਲਿਸਟ ਦੇ ਵਿੱਚ ਲਿਖਿਆ ਹੋਇਆ। ਤੇ ਹਰ ਅਥਾਰਟੀ ਦੇ ਅਕੋਰਡਿੰਗ ਕੁਝ ਟ੍ਰੇਡਸ ਮੈਂਡੇਟਰੀ ਹੁੰਦੇ ਨੇ ਤੇ ਕੁਝ ਟ੍ਰੇਡਸ ਜਿਹੜੇ ਹੁੰਦੇ ਨੇ ਵੋਲੰਟਰੀ ਹੁੰਦੇ ਨੇ। ਮੈਂਡੇਟਰੀ ਦਾ ਮਤਲਬ ਹੋ ਗਿਆ ਕਿ ਤੁਸੀਂ ਉਹ ਟ੍ਰੇਡ ਦਾ ਲਾਇਸੈਂਸ ਲੈਣਾ ਹੀ ਲੈਣਾ ਅਗਰ ਤੁਸੀਂ ਉਸ ਟ੍ਰੇਡ 'ਚ ਕੰਮ ਕਰਨਾ। ਜੇ ਤੁਸੀਂ ਵੋਲੰਟਰੀ ਟ੍ਰੇਡ ਕਰਦੇ ਹੋ ਤੇ ਉੱਥੇ ਤੁਹਾਨੂੰ ਲਾਇਸੈਂਸ ਦੀ ਜ਼ਰੂਰਤ ਨਹੀਂ ਹੁੰਦੀ, ਉਹ ਤੁਹਾਡੀ ਮਰਜ਼ੀ ਹੈ ਵੀ ਤੁਸੀਂ ਲਾਇਸੈਂਸ ਲੈਣਾ, ਕਿਉਂਕਿ ਉਹ ਇੰਨੇ ਆਈ ਵੁੱਡ ਸੇ ਕਿ ਉਹ ਕਿਸੇ ਦੀ ਲਾਈਫ ਤੇ ਇੰਪੈਕਟ ਕਰਨ ਵਾਲੇ ਟ੍ਰੇਡਸ ਨਹੀਂ ਹੈਗੇ। ਤੇ ਜਿੰਨੇ ਵੀ ਮੈਂਡੇਟਰੀ ਟ੍ਰੇਡਸ ਨੇ ਉਹਨਾਂ ਹਰ ਟ੍ਰੇਡ ਦੇ ਵਿੱਚ ਤੁਹਾਨੂੰ ਲਾਇਸੈਂਸ ਲੈਣ ਲਈ ਐਗਜ਼ਾਮ ਦੇਣ ਲਈ ਕੈਨੇਡਾ ਆਉਣਾ ਪੈਣਾ ਹੈ। ਇੱਥੇ ਆ ਕੇ ਟ੍ਰੇਡ ਅਥਾਰਟੀ ਦਾ ਐਗਜ਼ਾਮ ਦਵੋਗੇ ਤਾਂ ਹੀ ਤੁਹਾਡਾ ਲਾਇਸੈਂਸ ਮਿਲੇਗਾ। ਬਟ ਕੁਝ ਕੁ ਵੋਲੰਟਰੀ ਟ੍ਰੇਡਸ ਦੇ ਵਿੱਚ ਐਕਸਪੀਰੀਅੰਸ ਬੇਸ ਤੇ ਟ੍ਰੇਡ ਅਥਾਰਟੀਜ਼ ਜਿਹੜੀਆਂ ਨੇ ਤੁਹਾਨੂੰ ਬਿਨਾਂ ਐਗਜ਼ਾਮ ਤੋਂ ਵੀ ਲਾਇਸੈਂਸ ਪ੍ਰੋਵਾਈਡ ਕਰ ਸਕਦੇ। ਬਟ ਉਹ ਹੁਣ ਹਰ ਬੰਦੇ ਦੀ ਅਲੱਗ ਐਪਲੀਕੇਸ਼ਨ ਹੁੰਦੀ ਹੈ, ਉਹਨਾਂ ਦਾ ਅਲੱਗ ਐਕਸਪੀਰੀਅੰਸ ਹੁੰਦਾ, ਤੇ ਉਹ ਐਕਸਪੀਰੀਅੰਸ ਦੇਖ ਕੇ ਤੇ ਉਹ ਟ੍ਰੇਡ ਦੀ ਕੀ ਰਿਕੁਆਇਰਮੈਂਟ ਹੈ, ਉਹ ਪ੍ਰੋਵਿੰਸ਼ੀਅਲ ਅਥਾਰਟੀ ਦੀ ਕੀ ਰਿਕੁਆਇਰਮੈਂਟ ਹੈ, ਉਸ ਬੇਸਿਸ ਤੇ ਆਪਾਂ ਦੇਖ ਸਕਦੇ ਹਾਂ ਵੀ ਉਹਨਾਂ ਨੂੰ ਐਗਜ਼ਾਮ ਦੇਣ ਦੀ ਜ਼ਰੂਰਤ ਪਏਗੀ ਜਾਂ ਨਹੀਂ। ਬਟ ਮੈਜੋਰਿਟੀ ਜਿੰਨੇ ਵੀ ਟ੍ਰੇਡਸ ਹੈ ਜਿਹੜੇ ਮੇਰਾ ਰੂਲ ਆਫ ਥੰਬ ਹੈ ਕਿ ਜਿਹੜੇ ਵੀ ਟ੍ਰੇਡਸ ਕਿਸੇ ਦੀ ਲਾਈਫ ਨੂੰ ਇੰਪੈਕਟ ਕਰ ਸਕਦੇ ਆ, ਇਲੈਕਟ੍ਰੀਸ਼ੀਅਨ ਹੋ ਗਿਆ, ਪਲੰਬਰ ਹੋ ਗਿਆ, ਬੋਇਲਰਸ ਹੋ ਗਏ, ਰੈਫ੍ਰਿਜਰੇਸ਼ਨ ਟੈਕਨੀਸ਼ੀਅਨ ਹੋ ਗਏ, ਇਹ ਸਾਰੇ ਹੀ ਲਾਇਸੈਂਸ ਟ੍ਰੇਡਸ ਨੇ ਜਿਨ੍ਹਾਂ ਦੇ ਵਿੱਚ ਤੁਹਾਨੂੰ ਐਗਜ਼ਾਮ ਦੇਣ ਦੀ ਜ਼ਰੂਰਤ ਪਏਗੀ। ਤੁਸੀਂ ਕਿਹਾ ਲਾਈਫ ਨੂੰ ਇੰਪੈਕਟ ਕਰ ਸਕਦੇ, ਤੁਸੀਂ ਕੈਨ ਯੂ ਐਕਸਪਲੇਨ ਬਿਲਕੁਲ। ਦੈਟ? ਹਾਂਜੀ, ਹੁਣ ਅਗਰ ਤੁਸੀਂ ਇੱਕ ਇਲੈਕਟ੍ਰੀਸ਼ੀਅਨ ਹੋ ਤੇ ਤੁਸੀਂ ਕਿਸੇ ਘਰ ਦੀ ਪੂਰੀ ਵਾਇਰਿੰਗ ਕਰਕੇ ਗਏ ਤੇ ਤੁਸੀਂ ਆਪਣੀ ਵਾਇਰਿੰਗ ਸਹੀ ਤਰੀਕੇ ਨਾਲ ਨਹੀਂ ਕੀਤੀ ਤੇ ਉਹ ਸ਼ਾਰਟ ਸਰਕਟ ਹੋ ਗਿਆ, then it's going to start a fire, you will eventually end up killing somebody।
ਠੀਕ ਹੈ, ਉਹ ਕਿਸੇ ਦੀ ਲਾਈਫ ਨੂੰ ਇੰਪੈਕਟ ਕਰਦਾ, ਤੇ ਇਸ ਲਈ ਉਹ ਟ੍ਰੇਡਸ ਹਾਈਲੀ ਰੈਗੂਲੇਟਡ ਹੁੰਦੇ ਨੇ, ਤਾਂ ਕਿ ਜਿਹੜੇ ਇੰਸਪੈਕਟਰ ਉੱਥੇ ਜਾਂਦੇ ਨੇ ਉਹ ਦੇਖ ਸਕਣ ਕਿ ਲਾਸਟ ਪਰਸਨ ਕੌਣ ਹੈ ਜਿਹਨੇ ਇੱਥੇ ਕੰਮ ਕੀਤਾ ਸੀ। ਤੇ ਉਹ ਜਿਹੜੀ ਹੁਣ ਜਿੱਦਾਂ ਦਾ ਮੇਰਾ ਐਕਸਪੀਰੀਅੰਸ ਹੈ ਗੈਸ ਨਾਲ ਰਿਲੇਟਡ ਜਾਂ ਐਚਵੈਕ ਨਾਲ, ਜਿਹੜੀ ਟ੍ਰੇਡ ਅਥਾਰਟੀਜ਼ ਹੁੰਦੀਆਂ ਨੇ ਉਹ ਰੈਗੂਲਰਲੀ ਇਹਨਾਂ ਚੀਜ਼ਾਂ ਨੂੰ ਮੋਨੀਟਰ ਵੀ ਕਰਦੀਆਂ ਨੇ, ਆਡਿਟ ਵੀ ਕਰਦੀਆਂ ਨੇ। ਕਿ ਅਗਰ ਤੁਸੀਂ ਟ੍ਰੇਡਸ ਪਰਸਨ ਹੋ ਤੇ ਤੁਹਾਨੂੰ ਉਹ ਕਾਲ ਕਰਕੇ ਕਹਿ ਸਕਦੀਆਂ ਵੀ ਯਾਰ ਜੀ ਖੇਡੀ ਜੀ, ਮੇਰੇ ਕੋਲ ਤੁਹਾਡੀ ਰਿਪੋਰਟ ਆਈ ਹੈ ਵੀ ਤੁਸੀਂ ਲਾਇਸੈਂਸ ਲਿਆ ਹੋਇਆ, ਤੇ ਤੁਸੀਂ ਅਗਰ ਇਕੱਲੇ ਬੰਦੇ ਕੰਮ ਕਰਦੇ ਹੋ ਤਾਂ ਮੈਨੂੰ ਆਪਣੀ 5 ਜੌਬਸ ਦੱਸੋ ਜਿਹੜੀਆਂ ਪਿਛਲੇ ਸਾਲ ਕੀਤੀਆਂ, ਅਸੀਂ ਜਾ ਕੇ ਉਹਨਾਂ ਨੂੰ ਆਡਿਟ ਕਰਨਾ। ਤੇ ਬਹੁਤ ਅੱਛੀ ਚੀਜ਼ ਹੈ, ਤਾਂ ਕਿ ਕੋਈ ਵੀ ਬੰਦਾ ਆਪਣੀ ਮਨਮਰਜ਼ੀ ਨਾਲ ਕੁਝ ਵੀ ਨਾ ਕਰੇ। ਦੇ ਹੈਵ ਟੂ ਫੋਲੋ ਦ ਕੋਡ ਤੇ ਸਹੀ ਤਰੀਕੇ ਨਾਲ ਕੰਮ ਕਰੇ। ਤੇ ਦੇਖੋ ਕੈਨੇਡਾ 'ਚ ਆਉਣ ਦਾ ਇੱਕ ਹੋਰ ਉਹਨਾਂ ਨੇ ਫਾਇਦਾ ਦੱਸਿਆ ਕਿ ਇੱਥੇ ਹਰ ਇੱਕ ਚੀਜ਼ ਨੂੰ ਜਿਹੜੀਆਂ ਇੰਪੋਰਟੈਂਟ ਚੀਜ਼ਾਂ ਉਹਨਾਂ ਨੂੰ ਰੈਗੂਲੇਟ ਕਰਨਾ ਬੜਾ ਜ਼ਰੂਰੀ ਬਿਲਕੁਲ ਬਿਲਕੁਲ, ਔਰ ਹਰ ਕੀਤਾ ਕੋਈ ਵੀ। ਹੋਇਆ ਔਰ ਕੀਤਾ ਹੋਇਆ ਔਰ ਲਾਈਫ ਦੀ ਬੜੀ ਵੈਲਿਊ ਹੈ ਜੀ। ਬਿਲਕੁਲ ਜੀ ਬਿਲਕੁਲ। ਅੱਛਾ, ਹੁਣ ਤੁਸੀਂ ਐਗਜ਼ਾਮ ਦੀ ਗੱਲ ਕਰ ਰਹੇ ਸੀ, ਤੁਸੀਂ ਕਹਿੰਦੇ ਸੀ ਹਰ ਪ੍ਰੋਵਿੰਸ ਦਾ ਆਪਣਾ ਹੈ। ਇਹੋ ਜਿਹਾ ਕੋਈ ਐਗਜ਼ਾਮ ਨਹੀਂ ਹੈ ਕਿ ਜਿਹੜਾ ਸਾਰੇ ਪ੍ਰੋਵਿੰਸ ਨੂੰ ਇਕੱਠਾ ਹੀ ਕਵਰ ਕਰ ਲੇ? ਦੇਖੋ, ਜਿਹੜੇ ਵੀ ਟ੍ਰੇਡਸ ਹੁੰਦੇ ਨੇ ਹਰ ਪ੍ਰੋਵਿੰਸ਼ੀਅਲ ਅਥਾਰਟੀ ਇਹਨਾਂ ਨੇ ਰੈਗੂਲੇਟ ਇਸ ਤਰੀਕੇ ਨਾਲ ਕੀਤਾ ਹੋਇਆ ਕਿ ਅਗਰ ਆਪਾਂ ਇਹਨੂੰ ਨੈਸ਼ਨਲ ਬਣਾ ਦਿੰਦੇ ਹਾਂ ਤੇ ਦੈਨ ਇਟ ਬਿਕਮਸ ਵੈਰੀ ਡਿਫਿਕਲਟ ਟੂ ਮੈਨੇਜ ਪੀਪਲ, ਹਨਾ। ਤੇ ਪ੍ਰੋਵਿੰਸ਼ੀਅਲ ਅਥਾਰਟੀਜ਼ ਲਈ ਈਜ਼ੀ ਹੋ ਜਾਂਦਾ ਕਿ ਹਾਂ ਉਸ ਪ੍ਰੋਵਿੰਸ ਦੇ ਵਿੱਚੋਂ ਇੰਸਪੈਕਟਰ ਹਾਇਰ ਕਰਕੇ ਜਾਂ ਆਪਣੇ ਟ੍ਰੇਡਸ ਜੋ ਵੀ ਅਥਾਰਟੀ ਹੈ ਉਹਨਾਂ ਨੂੰ ਹਾਇਰ ਕਰਕੇ ਆਪਣੀ ਇਨਸਪੈਕਸ਼ਨਸ ਕਰਦੀ ਰਹੇ। ਬਟ ਕਈ ਟ੍ਰੇਡ ਐਸੇ ਨੇ ਜਿਹੜੀਆਂ ਅਥਾਰਟੀਜ਼ ਨੇ, ਪ੍ਰੋਵਿੰਸ਼ੀਅਲ ਅਥਾਰਟੀਜ਼ ਨੇ, ਉਹਨਾਂ ਨੇ ਕੀ ਕੀਤਾ ਹੋਇਆ ਵੀ ਇਹ ਇੱਕ ਪ੍ਰੋਵਿੰਸ ਦੇ ਵਿੱਚ ਟ੍ਰੇਡ ਅਗਰ ਲਾਇਸੈਂਸ ਉਹਨੂੰ ਮਿਲ ਜਾਂਦਾ ਹੈ, ਉਸ ਤੋਂ ਬਾਅਦ ਉਹਦੇ ਉੱਪਰ ਤੁਹਾਨੂੰ ਇੱਕ ਰੈੱਡ ਸੀਲ ਦਾ ਲਾਇਸੈਂਸ ਦਿੰਦੇ ਆ। ਠੀਕ ਹੈ, ਬੜਾ ਕੁਐਸਚਨ ਆਉਂਦਾ ਕਿ ਰੈੱਡ ਸੀਲ ਹੈ ਕੀ ਹੈ। ਰੈੱਡ ਸੀਲ ਆਪਣੇ ਆਪ 'ਚ ਇੱਕ ਲਾਇਸੈਂਸ ਨਹੀਂ ਹੈਗਾ। ਰੈੱਡ ਸੀਲ ਇੱਕ ਲਾਇਸੈਂਸ ਦੇ ਉੱਪਰ ਸਰਟੀਫਿਕੇਸ਼ਨ ਹੈ ਜਿਹੜੀ ਕਹਿੰਦੀ ਕਿ ਇਹ ਟ੍ਰੇਡ ਜਿਹੜਾ ਤੁਹਾਡਾ ਹੈਗਾ ਇਹ ਇਸ ਪ੍ਰੋਵਿੰਸ 'ਚ ਵੀ ਉਨਾ ਹੀ ਉਸੇ ਤਰੀਕੇ ਨਾਲ ਵੈਲਿਡ ਹੈ, ਅਗਲੇ ਪ੍ਰੋਵਿੰਸ 'ਚ ਵੀ ਉਸੇ ਤਰੀਕੇ ਵੈਲਿਡ ਹੈ, ਉਸ ਤੋਂ ਅਗਲੇ 'ਚ ਵੀ। ਤੇ ਇਹ ਹੁਣ ਇਦਾਂ ਨਹੀਂ ਹੁੰਦਾ ਕਿ ਅਗਰ ਇੱਕ ਸਰਟੀਫਿਕੇਸ਼ਨ ਆਫ ਕੁਆਲੀਫਿਕੇਸ਼ਨ ਦੇ ਉੱਪਰ ਰੈੱਡ ਸੀਲ ਲੱਗ ਗਿਆ ਤਾਂ ਤੁਸੀਂ ਕੈਨੇਡਾ 'ਚ ਕਿਤੇ ਵੀ ਜਾ ਸਕਦੇ ਹੋ। ਤੁਸੀਂ ਕੈਨੇਡਾ 'ਚ ਸਿਰਫ ਉਹਨਾਂ ਪ੍ਰੋਵਿੰਸ 'ਚ ਜਾ ਕੇ ਕੰਮ ਕਰ ਸਕਦੇ ਹੋ ਜਿਹੜੇ ਉਸ ਰੈੱਡ ਸੀਲ ਨੂੰ ਮੰਨਦੇ ਨੇ। ਤੇ ਹਰ ਟ੍ਰੇਡ ਦਾ ਤੇ ਹਰ ਪ੍ਰੋਵਿੰਸ ਦਾ ਅਲੱਗ ਰੂਲ ਹੈ। ਕੁਝ ਜਿਹੜੇ ਪ੍ਰੋਵਿੰਸ ਨੇ ਮੇ ਬੀ ਟ੍ਰੇਡ ਏ ਅਗਰ ਪਲੰਬਰ ਹੈ, ਉਹ ਅਗਰ 10 ਪ੍ਰੋਵਿੰਸਸ ਦੇ ਵਿੱਚੋਂ 7 ਪ੍ਰੋਵਿੰਸ ਕਹਿਣਗੇ ਅਸੀਂ ਰੈੱਡ ਸੀਲ ਨੂੰ ਅਪਰੂਵ ਕਰਦੇ ਹਾਂ, ਉਹ 7 ਪ੍ਰੋਵਿੰਸਾਂ 'ਚ ਤੁਸੀਂ ਐਜ਼ ਅ ਰੈੱਡ ਸੀਲ ਜਾ ਕੇ ਸਰਟੀਫਿਕੇਸ਼ਨ ਐਜ਼ ਅ ਪਲੰਬਰ ਜਾ ਕੇ ਤੁਸੀਂ ਕੰਮ ਕਰ ਸਕਦੇ ਹੋ। ਬਟ ਜਿਹੜੇ 3 ਨਹੀਂ ਮੰਨਦੇ ਉਸ ਚੀਜ਼ ਨੂੰ, ਉੱਥੇ ਜਾ ਕੇ ਤੁਹਾਨੂੰ ਉਹਨਾਂ ਦਾ ਆਪਣਾ ਲਾਇਸੈਂਸ ਲੈਣਾ ਪਏਗਾ। ਸੋ ਰੈੱਡ ਸੀਲ ਦਾ ਡੈਫੀਨਿਟਲੀ ਬੈਨੀਫਿਟ ਹੁੰਦਾ ਹੈ ਅਗਰ ਤੁਹਾਡਾ ਟ੍ਰੇਡ ਰੈੱਡ ਸੀਲ ਅਪਰੂਵਡ ਹੈਗਾ। ਤੇ ਜਦੋਂ ਤੁਸੀਂ ਸਰਟੀਫਿਕੇਸ਼ਨ ਆਫ ਕੁਆਲੀਫਿਕੇਸ਼ਨ ਦਾ ਐਗਜ਼ਾਮ ਦਿੰਦੇ ਹੋ ਤੇ ਉਹ ਜਿਹੜੀ ਪ੍ਰੋਵਿੰਸ਼ੀਅਲ ਅਥਾਰਟੀ ਉਹ ਆਪਣੇ ਆਪ ਹੀ ਤੁਹਾਨੂੰ ਉਹ ਰੈੱਡ ਸੀਲ ਦਾ ਸਰਟੀਫਿਕੇਸ਼ਨ ਵੀ ਦੇ ਦਿੰਦੇ ਆ ਕਿ ਭਾਈ ਇਹ ਤੇਰਾ ਜਿਹੜਾ ਇਹਨਾਂ ਪ੍ਰੋਵਿੰਸਸ ਦੇ ਵਿੱਚ ਵੈਲਿਡ ਹੈਗਾ। ਤੂੰ ਅਗਰ ਇੱਥੋਂ ਸਾਡੇ ਕੋਲ ਫੋਰ ਐਗਜ਼ਾਮਪਲ ਬ੍ਰਿਟਿਸ਼ ਕੋਲੰਬੀਆ ਤੋਂ ਤੂੰ ਪਲੰਬਰ ਦਾ ਲਾਇਸੈਂਸ ਲੈ ਲਿਆ ਤੇ ਓਨਟਾਰੀਓ ਵੀ ਉਹਨੂੰ ਰੈੱਡ ਸੀਲ ਨੂੰ ਰੈਕਗਨਾਈਜ਼ ਕਰਦਾ, ਜਾਂ ਤੂੰ ਓਨਟਾਰੀਓ ਜਾ ਕੇ ਵੀ ਜੌਬ ਕਰ ਸਕਦਾ। ਤੋ ਰੈੱਡ ਸੀਲ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਪੂਰੇ ਕੈਨੇਡਾ ਵਿੱਚ ਅਲਾਉਡ ਨਹੀਂ, ਹੋ। ਉਹ ਡਿਪੈਂਡ ਕਰਦਾ, ਬਿਲਕੁਲ ਉਹ ਡਿਪੈਂਡ ਕਰਦਾ ਕਿਹੜੇ ਕਿਹੜੇ ਪ੍ਰੋਵਿੰਸ ਤੇ ਕਿਹੜੇ ਕਿਹੜੇ ਟ੍ਰੇਡ ਨੂੰ ਉਹ ਅਕਨੋਲਜ ਕਰਦੇ ਆ ਜਾਂ ਨਹੀਂ ਕਰਦੇ। ਓਕੇ, ਸੋ ਹੁਣ ਤੁਸੀਂ ਪਹਿਲੇ ਦੋ ਗੱਲਾਂ ਕਰ ਰਹੇ ਹੋ, ਮੈਂ ਕੰਫਿਊਜ਼ ਹੋ ਰਿਹਾ ਗੱਲ 'ਚ। ਬਿਲਕੁਲ ਰੈੱਡ ਕੋਈ ਸੀਲ, ਚੱਕਰ ਨਹੀਂ। ਰੈੱਡ ਸੀਲ ਤੇ ਸਰਟੀਫਿਕੇਟ ਆਫ ਕੁਆਲੀਫਿਕੇਸ਼ਨ, ਇਹ ਦੋ ਚੀਜ਼ਾਂ ਇੱਕੋ ਹੀ ਹੈ ਕਿ ਦੋ ਅਲੱਗ-ਅਲੱਗ ਚੀਜ਼ਾਂ ਹੈ? ਇਹਦਾ ਜਿੱਦਾਂ ਡਿਫਰੈਂਸ ਮੈਂ ਸਮਝੋ। ਜਦੋਂ ਮੈਂ ਮੈਂਸ਼ਨ ਕੀਤਾ ਵੀ ਦੋਨੋਂ ਅਲੱਗ ਚੀਜ਼ਾਂ ਨੇ। ਜਿਹੜਾ ਤੁਸੀਂ ਲਾਇਸੈਂਸ ਲੈਣਾ ਕੈਨੇਡਾ ਚ ਆਉਣ ਲਈ ਉਹਨੂੰ ਸਰਟੀਫਿਕੇਸ਼ਨ ਆਫ ਕੁਆਲੀਫਿਕੇਸ਼ਨ ਕਹਿੰਦੇ ਆ। ਠੀਕ ਹੈ, ਮੈਂ ਅਗਰ ਇੱਕ ਗੈਸ ਟੈਕਨੀਸ਼ੀਅਨ ਆ ਤੇ ਮੈਂ ਇੰਡੀਆ ਦੇ ਵਿੱਚ 10 ਸਾਲ ਦਾ ਮੇਰੇ ਕੋਲ ਐਕਸਪੀਰੀਅੰਸ ਹੈ, ਮੈਂ ਕੈਨੇਡਾ ਦੀ ਪ੍ਰੋਵਿੰਸ਼ੀਅਲ ਅਥਾਰਟੀ ਨੂੰ ਜਦੋਂ ਲਾਇਸੈਂਸ ਨੂੰ ਚੈਲੰਜ ਕਰਾਂਗਾ ਨਾ, ਉਹਨਾਂ ਨੇ ਮੇਰਾ ਜਦੋਂ ਚੈਲੰਜ ਅਪਰੂਵ ਹੋਣ ਤੇ ਐਗਜ਼ਾਮ ਦੇਣ ਤੇ ਮੈਨੂੰ ਇੱਕ ਸਰਟੀਫਿਕੇਸ਼ਨ ਆਫ ਕੁਆਲੀਫਿਕੇਸ਼ਨ ਦਾ ਲਾਇਸੈਂਸ ਦੇਣਾ ਕਿ ਵੀ ਸਰਟੀਫਾਈ that you qualify as a technician with equal experience from Canada। ਠੀਕ ਹੈ, ਬਟ ਅਗਰ ਉਹ ਜਿਹੜਾ ਸਰਟੀਫਿਕੇਸ਼ਨ ਆਫ ਕੁਆਲੀਫਿਕੇਸ਼ਨ ਦਾ ਟ੍ਰੇਡ ਹੈ ਉਹ ਰੈੱਡ ਸੀਲ ਵੱਲੋਂ ਅਕਨੋਲਜ ਕੀਤਾ ਗਿਆ ਹੈ, ਫਿਰ ਮੈਨੂੰ ਉਹ ਤੋਂ ਰੈੱਡ ਸੀਲ ਵੀ ਮਿਲੇਗਾ। ਤੇ ਇਹਦਾ ਮਤਲਬ ਕੀ ਹੈ ਕਿ ਸਾਰੇ ਹੀ ਲਾਇਸੈਂਸ, ਸਾਰੇ ਹੀ ਟ੍ਰੇਡਸ ਰੈੱਡ ਸੀਲ ਅਪਰੂਵਡ ਨਹੀਂ ਹੁੰਦੇ, ਕੁਝ ਹੁੰਦੇ ਨੇ ਕੁਝ ਨਹੀਂ ਹੁੰਦੇ। ਰੈੱਡ ਸੀਲ ਦਾ ਸਿਰਫ ਤੁਹਾਨੂੰ ਫਾਇਦਾ ਇਹ ਆ ਵੀ ਜਿਹੜੇ ਜਿਹੜੇ ਪ੍ਰੋਵਿੰਸ ਉਹਨੂੰ ਅਕਨੋਲਜ ਕਰਦੇ ਆ, ਤੁਸੀਂ ਉੱਥੇ ਜਾ ਕੇ ਉਹੀ ਕੰਮ ਦੁਬਾਰਾ ਕਰ ਸਕਦੇ ਹੋ, ਤੁਹਾਨੂੰ ਦੁਬਾਰਾ ਲਾਇਸੈਂਸ ਲੈਣ ਦੀ ਲੋੜ ਨਹੀਂ ਪਏਗੀ ਉਸ ਪ੍ਰੋਵਿੰਸ ਦੇ ਵਿੱਚ। ਹੁਣ ਇੱਕ ਹੋਰ ਕੁਐਸਚਨ ਇਹਦੇ ਵਿੱਚੋਂ ਨਿਕਲਿਆ ਮੇਰਾ, ਜੇ ਤੇ ਅਸੀਂ ਗੱਲ ਕਰੀਏ ਪ੍ਰੋਵਿੰਸਸ ਦੀ, ਜੀ ਕਿਹੜੇ ਬਿਲਕੁਲ। ਪ੍ਰੋਵਿੰਸ ਇਹੋ ਜਿਹੇ ਹੈਗੇ ਆ ਜਿਹਦੇ 'ਚ ਤੁਸੀਂ ਸੀਓਪੀ ਲੈ ਲੈਂਦੇ ਹੋ ਤੇ ਉਹਦੇ ਵਿੱਚ ਸੀਓਕਿਊ ਲੈ ਲੈਂਦੇ ਹੋ ਤੇ ਉਹਦੇ ਵਿੱਚ ਤੁਹਾਨੂੰ ਰੈੱਡ ਸੀਲ ਵੀ ਨਾਲ ਦਿੰਦੇ ਆ? ਸਾਰੇ ਉਹਦੇ ਲਈ ਮੈਂ ਤੁਹਾਨੂੰ ਨਾ ਆਪਣੀ ਰੈੱਡ ਸੀਲ ਦੀ ਵੈਬਸਾਈਟ ਤੇ ਲਿਜਾ ਕੇ ਦਿਖਾਣਾ। ਠੀਕ ਹੈ, ਤੇ
ਉੱਥੋਂ ਤੁਹਾਨੂੰ ਆਪਾਂ ਨੂੰ ਇੱਕ ਇੱਕ ਬੜੀ ਆਰਾਮ ਨਾਲ ਗੱਲ ਕਲੀਅਰ ਹੋ ਜਾਣੀ ਆ ਕਿ ਕਿਹੜੇ ਆਪਾਂ ਚੈੱਕ ਕਿੱਦਾਂ ਕਰਨਾ। ਠੀਕ ਹੈ, ਇੱਥੇ ਆਪਾਂ ਅਗਰ ਜਾਂਦੇ ਆ redseal.ca ਤੇ ਅਗਰ ਆਪਾਂ ਟ੍ਰੇਡ ਚੈੱਕ ਕਰਦੇ ਹਾਂ, ਸੋ ਮੈਨੂੰ ਕੋਈ ਵੀ ਟ੍ਰੇਡ ਦੱਸੋ, ਤੁਸੀਂ ਕਿਹੜਾ ਟ੍ਰੇਡ ਜਿਹੜਾ ਉਹਦੇ ਬਾਰੇ ਇਹ ਚੀਜ਼ ਨੌਲੇਜ ਲੈਣੀ ਹੈ। ਪਲੰਬਿੰਗ। ਠੀਕ ਹੈ, ਆਪਾਂ ਇੱਥੇ ਮੈਂ ਜਾਣਾ ਅਗਰ ਰੈਡ ਸੀਲ ਟ੍ਰੇਡਸ ਤੇ ਜਾਣਾ ਤੇ ਮੈਂ ਜਾ ਕੇ ਅਗਰ ਪਲੰਬਿੰਗ ਚੈੱਕ ਕਰਦਾ, ਠੀਕ ਹੈ, ਤੇ ਇੱਥੇ ਇਹਦੇ ਦੇਖੋ ਫਰਸਟ ਇਹਦੇ ਪੇਜ ਦੇ ਟੌਪ ਤੇ ਆ ਗਿਆ ਕਿ ਐਨਓਸੀ ਕੋਡ ਜਿਹੜਾ ਪਲੰਬਰਸ ਦਾ ਹੈ 7521 ਤੇ ਡੈਜ਼ਿਗਨੇਟਿਡ ਰੈਡ ਸੀਲ ਇਨ ਅਲਬਰਟਾ, ਬ੍ਰਿਟਿਸ਼ ਕੋਲੰਬੀਆ, ਮੈਨੀਟੋਬਾ, ਨਿਊ ਬਰੰਸਵਿਕ, ਨਿਊਫਾਊਂਡਲੈਂਡ, ਨੋਵਾ ਸਕੋਸ਼ੀਆ, ਨੂਨਾਵਟ, ਨਾਰਥ ਵੈਸਟ ਟੈਰੀਟਰੀਜ਼, ਓਨਟਾਰੀਓ, ਪੀਈਆਈ, ਕਿਬੈਕ, ਸਸਕੈਚੁਅਨ ਤੇ ਯੂਕਨ। ਸੋ ਬੇਸਿਕਲੀ ਇਹ ਜਿਹੜਾ ਹੈਗਾ ਆਲਮੋਸਟ ਸਾਰੀ ਪ੍ਰੋਵਿੰਸ ਹੀ ਰੈਕਗਨਾਈਜ਼ ਕਰਦੀ ਹੈ। ਵੈਰੀ ਗੁੱਡ। ਠੀਕ ਹੈ, ਤੇ ਇਦਾਂ ਇਹਦਾ ਮਤਲਬ ਕੀ ਹੈ ਕਿ ਅਗਰ ਤੁਸੀਂ ਇਹ ਲਾਇਸੈਂਸ ਪਲੰਬਰ ਦਾ ਜਾ ਕੇ ਅਲਬਰਟਾ ਚ ਲੈ ਲੈਂਦੇ ਹੋ, ਜਾ ਕੇ ਤੁਸੀਂ ਆਪਣਾ ਨਾਰਥ ਵੈਸਟ ਟੈਰੀਟਰੀ ਚ ਵੀ ਇਹੀ ਕੰਮ ਕਰ ਸਕਦੇ ਹੋ, ਤੁਹਾਨੂੰ ਉੱਥੇ ਦੁਬਾਰਾ ਜਾ ਕੇ ਲਾਇਸੈਂਸ ਲੈਣ ਦੀ ਲੋੜ ਨਹੀਂ ਪੈਣੀ। ਤੇ ਸਿੰਪਲੀ ਰੈਡ ਸੀਲ ਦੀ ਵੈਬਸਾਈਟ ਤੇ ਜਾ ਕੇ ਤੁਸੀਂ ਇਹ ਇਨਫੋਰਮੇਸ਼ਨ ਚੈੱਕ ਕਰ ਸਕਦੇ ਹੋ। ਬਿਲਕੁਲ, ਆਪ ਕਾਫੀ ਇੰਪੋਰਟੈਂਟ ਪੁਆਇੰਟ ਸਮਝਾਇਆ ਤੁਸੀਂ। ਚਲੋ ਹੁਣ ਠੀਕ ਹੈ ਜੀ। ਅਸੀਂ ਬਿਲਕੁਲ ਜੀ ਬਿਲਕੁਲ, ਇਹ ਬੜਾ ਇੰਪੋਰਟੈਂਟ ਜਿਹੜੀ ਕਿ ਕਲੈਰੀਫਿਕੇਸ਼ਨ ਕਾਫੀ ਲੋਕ ਮੰਗਦੇ ਆ ਔਰ ਕਾਫੀ ਲੋਕ ਪੁੱਛਦੇ ਆ ਸਵਾਲ, ਅੱਜ ਮੇਰੇ ਹਿਸਾਬ ਨਾਲ ਕਾਫੀ ਕਲੀਅਰ ਹੋਇਆ। ਓਕੇ, ਹੁਣ ਅਗਲੇ ਕੁਐਸਚਨ ਤੇ ਅਸੀਂ ਆਈਏ ਤੇ ਹੁਣ ਦੇਖੋ ਕਿ ਸੀਓਕਿਊ ਜਿਹਨੂੰ ਸਰਟੀਫਿਕੇਟ ਆਫ ਕੁਆਲੀਫਿਕੇਸ਼ਨ ਕਹਿੰਦੇ ਆ, ਸੀਓਕਿਊ ਤੋਂ ਬਗੈਰ ਵੀ ਜੌਬ ਕੀਤੀ ਜਾ ਸਕਦੀ ਹੈ ਇੱਥੇ, ਜਾਂ ਬਗੈਰ ਵੀ ਆਪਾਂ ਕੁਝ? ਬਿਲਕੁਲ। ਹਾਂ, ਹੁਣ ਜਿਹੜੇ ਮੈਂ ਪਹਿਲਾਂ ਦੱਸਿਆ ਸੀ ਕੁਝ ਮੈਂਡੇਟਰੀ ਟ੍ਰੇਡਸ ਨੇ ਤੇ ਕੁਝ ਵੋਲੰਟਰੀ ਟ੍ਰੇਡਸ ਨੇ। ਜਿਹੜੇ ਤਾਂ ਮੈਂਡੇਟਰੀ ਟ੍ਰੇਡਸ ਹੋ ਜਾਂਦੇ ਨੇ, ਠੀਕ ਹੈ, ਉਹਦੇ ਚ ਕੀ ਹੁੰਦਾ ਹੈ ਕਿ ਜਿਹੜੀ ਪ੍ਰੋਵਿੰਸ਼ੀਅਲ ਅਥਾਰਟੀਜ਼ ਨੇ ਉਹ ਸਿਰਫ EMPLOYEE ਨੂੰ ਰੈਗੂਲੇਟ ਨਹੀਂ ਕਰਦੇ ਵੀ ਤੁਹਾਡੇ ਕੋਲ ਲਾਇਸੈਂਸ ਹੋਣਾ ਚਾਹੀਦਾ, ਉਹ EMPLOYERS ਨੂੰ ਵੀ ਰੈਗੂਲੇਟ ਕਰਦੇ ਵੀ ਜੇ ਤੁਸੀਂ ਕੋਈ ਬੰਦਾ ਉਸ ਕੰਮ ਲਈ ਰੱਖ ਲਿਆ ਤੇ ਉਹਦੇ ਕੋਲ ਲਾਇਸੈਂਸ ਹੋਣਾ ਚਾਹੀਦਾ। ਠੀਕ ਹੈ, ਹੁਣ ਕੋਈ ਵੀ EMPLOYER ਜਿਹਨੂੰ ਪਤਾ ਹੈ ਕਿ ਉਹਨੇ ਆਪਣਾ ਬਿਜ਼ਨਸ ਚਲਾਉਣਾ ਹੈ ਲੰਬੇ ਲੰਬੇ ਟਾਈਮ ਲਈ, ਉਹ ਕਿਉਂ ਐਸੇ ਟੈਕਨੀਸ਼ੀਅਨਸ ਨੂੰ ਹਾਇਰ ਕਰੇਗਾ ਜਿਨ੍ਹਾਂ ਕੋਲ ਲਾਇਸੈਂਸ ਨਹੀਂ ਹੈਗੇ, ਤੇ ਆਪਣੇ ਆਪ ਨੂੰ, ਆਪਣੇ ਕਲਾਇੰਟਸ ਨੂੰ, ਆਪਣੀ ਕੰਪਨੀ ਨੂੰ ਰਿਸਕ ਤੇ ਪਾਏਗਾ। ਠੀਕ ਹੈ, ਤੇ ਇਸ ਲਈ ਕੁਝ ਜਿਹੜੇ ਜਿੱਦਾਂ ਫੋਰ ਐਗਜ਼ਾਮਪਲ ਟ੍ਰੇਡਸ ਹੋ ਗਏ ਜਾਂ ਕਾਰਪੈਂਟਰ ਹੋ ਗਿਆ, ਕਾਰਪੈਂਟਰ ਟ੍ਰੇਡ ਇੱਕ ਐਸਾ ਹੈ, ਇਹ ਕਈ ਪ੍ਰੋਵਿੰਸਸ 'ਚ ਵੋਲੰਟਰੀ ਟ੍ਰੇਡ। ਹੁਣ ਉੱਥੇ EMPLOYER ਤੁਹਾਨੂੰ ਹਾਇਰ ਕਰ ਦੇਗਾ ਕਿ ਮੈਨੂੰ ਭਾਈ ਇਹ ਤੇਰੇ ਤੂੰ ਲਾਇਸੈਂਸ ਲੈਣਾ ਨਹੀਂ ਲੈਣਾ ਤੇਰੀ ਮਰਜ਼ੀ ਹੈ, ਬਟ ਤੂੰ ਸਾਡੇ ਕੋਲ ਆ ਕੇ ਕੰਮ ਕਰ ਸਕਦਾ। ਬਟ ਤੁਸੀਂ ਅਗਰ ਕਹੋ ਕਿ ਮੈਂ ਬਿਨਾਂ ਲਾਇਸੈਂਸ ਲੈ ਕੇ ਕਿਸੇ ਕੋਲ ਇਲੈਕਟ੍ਰੀਸ਼ੀਅਨ ਲੱਗ ਜਾਵਾਂ, ਉਹ ਨਹੀਂ ਹੋ ਸਕਦਾ। ਉਹ EMPLOYER ਆਪਣੇ ਆਪ ਨੂੰ ਰਿਸਕ ਤੇ ਨਹੀਂ ਪਾਏਗਾ, ਕਿਉਂਕਿ ਅਗਰ ਉਹਨੂੰ ਉੱਤੇ ਕੱਲ ਨੂੰ ਆਡਿਟ ਹੁੰਦਾ ਆ ਤੇ ਉਹਦੇ ਕੋਲ ਕੋਈ ਬੰਦਾ ਫੜਿਆ ਜਾਂਦਾ ਜਿਹੜਾ ਬਿਨਾਂ ਲਾਇਸੈਂਸ ਤੋਂ ਕੰਮ ਕਰ ਰਿਹਾ, ਉਸ EMPLOYER ਨੂੰ ਜਿਹੜਾ ਫਾਈਨ ਲੱਗੇਗਾ ਉਹ hundreds of thousands of dollars ਹੋਏਗਾ। ਤੇ ਬੇਸਿਕਲੀ ਅਗਰ ਉਹਨਾਂ ਦੀ ਕੰਪਨੀ ਦੇ ਬੰਦ ਹੋਣ ਤੱਕ ਵੀ ਇਹ ਕੰਮ ਹੋ ਸਕਦਾ ਕਿ ਅਗਰ ਉਸ ਬੰਦੇ ਦੇ, ਜਿਹੜਾ ਬੰਦਾ ਬਿਨਾਂ ਲਾਇਸੈਂਸ ਤੋਂ ਕੰਮ ਕਰ ਰਿਹਾ, ਉਹਦੀ ਗਲਤੀ ਕਰਕੇ ਕੁਝ ਹੋਇਆ, ਦੇ ਵਿਲ ਹੈਵ ਅ ਲਾਸੂਟ ਔਨ them as well। ਓਕੇ, ਠੀਕ ਸੋ ਹੈ, ਹੁਣ ਸੀਓਕਿਊ ਦੀ ਗੱਲ ਕਰੀਏ ਤੇ ਇਹਦਾ ਮਤਲਬ ਜਿਹੜੇ ਤੁਸੀਂ ਕਾਰਪੈਂਟਰੀ ਦੀ ਗੱਲ ਕੀਤੀ ਹੈ, ਹੁਣ ਇੱਕ ਕਾਰਪੈਂਟਰ ਹੈ ਉਹ ਇੱਥੇ ਅੰਡਰ ਟ੍ਰੇਡ ਸਕਿੱਲ ਕੈਟਾਗਰੀ ਚ ਆਉਣਾ ਚਾਹੁੰਦਾ ਹੈ, ਫਿਰ ਉਹਨੂੰ ਲਾਇਸੈਂਸ ਦੀ ਲੋੜ ਨਹੀਂ, ਉਹਨੂੰ ਫਿਰ ਉਹਦੀ ਰਿਕੁਆਇਰਮੈਂਟ ਕੀ ਹੋਈ? ਦੇਖੋ ਉਹ ਬਿਨਾਂ ਲਾਇਸੈਂਸ ਲੈ ਕੇ ਜੌਬ ਆਫਰ ਲੈ ਕੇ ਆ ਸਕਦਾ, ਬਟ ਉਹ ਉਸ ਸਿਚੁਏਸ਼ਨ 'ਚ ਫਿਰ ਉਹਨੂੰ ਆਪਾਂ ਨੂੰ LMIA ਲੈ ਕੇ ਆਉਣਾ ਪਏਗਾ। ਠੀਕ ਹੈ, ਕਿਉਂਕਿ ਅਗਰ ਉਹਨੇ ਇੱਕ ਵਰਕ ਪਰਮਿਟ ਲੈ ਕੇ ਇੱਥੇ ਆਣਾ ਇਜ਼ ਵਨ ਥਿੰਗ, ਅੱਗੇ ਜਾ ਕੇ ਤੁਸੀਂ ਪਰਮਾਨੈਂਟ ਰੈਜ਼ੀਡੈਂਸੀ ਲਗਾਣੀ ਆ, ਉਹ ਅਲੱਗ ਚੀਜ਼ ਹੈ। ਇਸ ਦੇ ਵਿੱਚ ਸਰਟੀਫਿਕੇਸ਼ਨ ਆਫ ਕੁਆਲੀਫਿਕੇਸ਼ਨ ਕੰਮ ਆਉਂਦਾ, ਕਿਉਂਕਿ ਅਗਰ ਤੁਸੀਂ ਇੱਥੇ ਆ ਜਾਂਦੇ ਹੋ ਜੌਬ ਆਫਰ ਲੈ ਕੇ, ਤੇ ਸਰਟੀਫਿਕੇਸ਼ਨ ਆਫ ਕੁਆਲੀਫਿਕੇਸ਼ਨ ਦਾ ਇੱਕ ਫਾਇਦਾ ਇਹ ਵੀ ਹੈ ਕਿ ਉਹ ਤੁਹਾਨੂੰ ਆਪਣੀ ਐਕਸਪ੍ਰੈਸ ਐਂਟਰੀ ਪ੍ਰੋਫਾਈਲ ਦੇ ਵਿੱਚ 50 ਪੁਆਇੰਟਸ ਐਡ ਕਰਦਾ। ਓਕੇ, ਵੈਰੀ ਗੁੱਡ। ਠੀਕ ਹੈ, ਤੇ ਜਦੋਂ 50 ਪੁਆਇੰਟਸ ਆਪਾਂ ਨੂੰ ਮਿਲਦੇ ਆ, ਆਪਾਂ ਅਗਰ ਐਕਸਪ੍ਰੈਸ ਐਂਟਰੀ ਦੇ ਵਿੱਚ ਪਰਮਨੈਂਟ ਰੈਜ਼ੀਡੈਂਸੀ ਲਗਾਣੀ ਹੈ ਤਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਉੱਥੇ ਪੁਆਇੰਟਸ ਕਿੱਥੇ ਕਿੱਥੇ ਤੱਕ ਪਹੁੰਚੇ ਹੋਏ ਨੇ। ਤੇ ਫੈਡਰਲ ਸਕਿੱਲ ਟ੍ਰੇਡ ਦੀ ਮੈਂ ਦਿਖਾਉਂਗਾ ਤੁਹਾਨੂੰ ਹੁਣ ਕਿ ਫੈਡਰਲ ਸਕਿੱਲ ਟ੍ਰੇਡਸ ਦੇ ਡਰਾਅ ਕਦੋਂ ਹੁੰਦੇ ਆ, ਕਿੱਦਾਂ ਹੁੰਦੇ ਆ। ਤੇ ਉਹਦੇ ਵਿੱਚ ਅਗਰ ਤੁਸੀਂ ਦੇਖੋਗੇ ਕਿ ਜਦੋਂ ਤੁਹਾਡੇ ਪੁਆਇੰਟਸ ਪੂਰੇ ਨਹੀਂ ਹੁੰਦੇ, ਚਾਹੇ ਕੋਈ ਬੰਦਾ ਕਾਰਪੈਂਟਰ ਕਰ ਰਿਹਾ ਤੇ ਅਗਰ ਲੌਜੀਕਲੀ ਦੇਖਿਆ ਜਾਵੇ ਉਹ ਬੈਚਲਰਸ ਆਫ ਇੰਜੀਨੀਅਰਿੰਗ ਕਰਕੇ ਤਾਂ ਕਾਰਪੈਂਟਰੀ ਕਰੇਗਾ ਨਹੀਂ, ਨਹੀਂ, ਬਿਲਕੁਲ ਯੂਜੂਅਲੀ ਹਾਈ ਸਕੂਲ ਕਰਕੇ +2 ਕਰਕੇ ਉਹ ਇਸ ਪ੍ਰੋਫੈਸ਼ਨ 'ਚ ਜਾਣਗੇ। ਸੋ ਮਤਲਬ ਉਹਨਾਂ ਦੇ ਐਜੂਕੇਸ਼ਨ ਦੇ ਪੁਆਇੰਟਸ ਵੀ ਲੋ ਨੇ। ਤੇ ਹੁਣ ਇੰਡੀਆ ਦੇ ਵਿੱਚ ਜਿਹੜੀ ਕਾਰਪੈਂਟਰੀ ਹੁੰਦੀ, ਇੰਗਲਿਸ਼ ਵੀ ਨਹੀਂ ਹੁੰਦੀ, ਕਲਾਇੰਟ ਵੀ ਆਪਾਂ ਨੂੰ ਉਦੋਂ ਦੇ ਹੀ ਮਿਲਣੇ ਆ। ਠੀਕ ਹੈ, ਸਾਡੀ ਲੈਂਗੁਏਜ ਸਾਰਾ ਦਿਨ ਉਦੋਂ ਦੀ ਹੋਣੀ ਹੈ, ਹੋਰ ਉਹਨਾਂ ਦੇ ਆਇਲਸ ਦੇ ਪੁਆਇੰਟਸ ਵੀ ਲੋ ਹੋਣਗੇ। ਠੀਕ ਹੈ, ਜਦੋਂ PR ਲਗਾਣੀ ਹੈ, ਆਪਣੀ ਐਜੂਕੇਸ਼ਨ ਦੇ ਪੁਆਇੰਟਸ, ਆਇਲਸ ਦੇ ਪੁਆਇੰਟਸ, ਵਰਕ ਐਕਸਪੀਰੀਅੰਸ ਦੇ ਪੁਆਇੰਟਸ, COQ ਦੇ ਪੁਆਇੰਟਸ, ਇਹ ਸਾਰੇ ਪੁਆਇੰਟ ਮਿਲ ਕੇ ਜਦੋਂ ਤੁਹਾਡੇ ਪੁਆਇੰਟ ਉੱਪਰ 450 ਤੋਂ ਉੱਪਰ ਜਾਂਦੇ ਆ, ਤਾਂ ਜਾ ਕੇ ਪੋਸੀਬਿਲਿਟੀ ਬਣਦੀ ਆ ਪਰਮਨੈਂਟ ਰੈਜ਼ੀਡੈਂਸੀ ਐਪਲੀਕੇਸ਼ਨ ਦੀ।
ਠੀਕ ਹੈ। ਠੀਕ ਤੇ ਠੀਕ ਐਜੂਕੇਸ਼ਨ ਉੱਥੇ ਸ਼ਾਇਦ ਜ਼ਰੂਰੀ ਨਾ ਹੋਵੇ ਜਦੋਂ ਹਮ, ਤੁਸੀਂ ਸੀਓਕਿਊ ਲੈਣਾ ਜਾਂ ਵਰਕ ਪਰਮਿਟ ਲੈਣਾ, ਬਟ ਜਦੋਂ ਪੀਆਰ ਐਪਲੀਕੇਸ਼ਨ ਲਗਾਣੀ ਹੈ ਉਸ ਹਮ, ਟਾਈਮ ਤੁਹਾਡੀ ਇਹ ਡੈਫੀਨਿਟਲੀ ਐਜੂਕੇਸ਼ਨ ਵੀ ਕੰਮ ਆਏਗੀ ਬਹੁਤ ਜ਼ਿਆਦਾ। ਠੀਕ ਵੈਰੀ ਗੁੱਡ, ਇਹ ਬੜਾ ਵਧੀਆ ਪੁਆਇੰਟ ਤੁਸੀਂ ਐਕਸਪਲੇਨ ਕੀਤਾ ਜੀ। ਹਾਂਜੀ, ਨੈਕਸਟ ਕੁਐਸਚਨ ਸਾਡਾ ਹੈਗਾ ਜੀ, ਤੇ ਅਸੀਂ ਜੇ ਗੱਲ ਕਰੀਏ ਕਿ ਐਜੂਕੇਸ਼ਨ ਦੀ ਟ੍ਰੇਡ ਅਸੈਸਮੈਂਟ ਐਪਲੀਕੇਸ਼ਨ ਦਾ ਹੁਣੇ ਤੁਸੀਂ ਦੱਸਿਆ ਕਿ ਹਾਂ, ਐਜੂਕੇਸ਼ਨ ਦੇ ਸੇਮ ਪੁਆਇੰਟ ਸੇਮ ਕੁਐਸਚਨ ਆ ਗਿਆ। ਹਾਂ, ਇਹ ਬੜਾ ਮੈਨੂੰ ਥੋੜਾ ਜਿਹਾ ਹੋਰ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰੋਗੇ? ਸੋ ਜਦੋਂ ਤੁਸੀਂ ਸਰਟੀਫਿਕੇਸ਼ਨ ਆਫ ਕੁਆਲੀਫਿਕੇਸ਼ਨ ਜਾਂ ਟ੍ਰੇਡ ਅਸੈਸਮੈਂਟ ਦੀ ਐਪਲੀਕੇਸ਼ਨ ਲਗਾਣੀ ਹੈ, ਉਸ ਟਾਈਮ ਪ੍ਰੋਵਿੰਸ਼ੀਅਲ ਅਥਾਰਟੀਜ਼ ਜਿਹੜੀ ਐਪਲੀਕੇਸ਼ਨ ਲੱਗਣੀ ਆ ਉਹ ਪ੍ਰੋਵਿੰਸ਼ੀਅਲ ਅਥਾਰਟੀਜ਼ ਕੋ ਲੱਗਣੀ। ਉੱਥੇ ਫੈਡਰਲ ਗਵਰਨਮੈਂਟ ਦਾ ਪਰਮਨੈਂਟ ਰੈਜ਼ੀਡੈਂਸੀ ਵਰਕ ਪਰਮਿਟ ਦਾ ਕੋਈ ਕੰਮ ਨਹੀਂ। ਉਹ ਐਪਲੀਕੇਸ਼ਨ ਤੁਸੀਂ ਪ੍ਰੋਵਿੰਸ਼ੀਅਲ ਅਥਾਰਟੀ ਨੂੰ ਲਗਾ ਰਹੇ ਹੋ, ਜਿਹੜੀ ਕਿ ਤੁਹਾਡਾ ਐਕਸਪੀਰੀਅੰਸ ਵੈਲੀਡੇਟ ਕਰਨਗੇ। ਉਹਨਾਂ ਨੇ ਇਹ ਦੇਖਣਾ ਕਿ ਤੁਹਾਡੇ ਕੋਲ ਜਿੰਨਾ ਇੱਥੇ ਕੈਨੇਡਾ ਦੇ ਵਿੱਚ ਕੋਈ ਲਾਇਸੈਂਸ ਬੰਦਾ ਕੰਮ ਕਰ ਰਿਹਾ ਆ, ਉਹਦਾ ਉਹਨਾਂ ਐਕਸਪੀਰੀਅੰਸ ਹੈਗਾ ਜਾਂ ਨਹੀਂ ਹੈਗਾ। ਠੀਕ ਹੈ, ਉਹਨਾਂ ਨੂੰ ਤੁਹਾਡੀ ਐਜੂਕੇਸ਼ਨ ਨਾਲ ਕੋਈ ਲੈਣ ਦੇਣਾ ਨਹੀਂ ਹੈਗਾ। ਜਦੋਂ ਅਸੀਂ ਐਪਲੀਕੇਸ਼ਨਸ ਕਰਦੇ ਹਾਂ, ਅਸੀਂ ਸਿਰਫ EMPLOYEE ਦੀ ਜਿਹੜਾ ਵੀ EMPLOYEE ਇੱਥੇ ਆਉਣਾ ਚਾਹੁੰਦਾ ਆ ਉਹਦੇ ਐਕਸਪੀਰੀਅੰਸ ਵੈਲੀਡੇਟ ਕਰਵਾਉਂਦੇ ਹਾਂ। ਹਾਂ, ਠੀਕ ਹੈ, ਐਜੂਕੇਸ਼ਨ ਉਸ ਟਾਈਮ ਤੱਕ ਬਿਲਕੁਲ ਹੀ ਆਪਣਾ ਸਾਈਡ ਤੇ ਰੱਖ ਦਈਦੀ ਆ, ਐਜੂਕੇਸ਼ਨ ਦਾ ਕੋਈ ਕੰਮ ਨਹੀਂ। ਬਟ ਜਦੋਂ ਸਰਟੀਫਿਕੇਸ਼ਨ ਆਫ ਕੁਆਲੀਫਿਕੇਸ਼ਨ ਦੀ ਅਸੈਸਮੈਂਟ ਦੀ ਐਪਲੀਕੇਸ਼ਨ ਅਪਰੂਵ ਹੋ ਜਾਂਦੀ ਆ, ਨੈਕਸਟ ਸਟੈਪ ਆਪਣਾ ਆਉਂਦਾ ਆ ਵਿਜ਼ਿਟਰ ਵੀਜ਼ਾ ਲਗਾਉਣਾ ਜਾਂ ਵਰਕ ਪਰਮਿਟ ਲਗਾਉਣਾ ਜਾਂ ਪੀਆਰ ਲਗਾਉਣਾ। ਠੀਕ ਹੈ, ਵਿਜ਼ਿਟਰ ਵੀਜ਼ਾ ਲਗਾਉਂਗੇ ਉਹਦੇ 'ਚ ਵੀ ਤੁਹਾਨੂੰ ਐਜੂਕੇਸ਼ਨ ਦੀ ਲੋੜ ਨਹੀਂ ਹੈਗੀ, ਤੁਸੀਂ ਸਿਰਫ ਇਹ ਦਿਖਾਣਾ ਕਿ ਹਾਂ ਵੀ ਮੈਂ ਇੱਥੇ ਐਗਜ਼ਾਮ ਦੇਣ ਆ ਰਿਹਾ। ਬਟ ਅਗਰ ਤੁਸੀਂ ਵਰਕ ਪਰਮਿਟ ਐਪਲੀਕੇਸ਼ਨ ਲਗਾਉਂਦੇ ਹੋ, ਉਸ ਟਾਈਮ ਆਪਾਂ ਨੂੰ ਐਨਓਸੀ ਕੋਡ ਜਿਹੜੇ ਹੁੰਦੇ ਨੇ ਉਹਦੀ ਰਿਕੁਆਇਰਮੈਂਟ ਦੇਖਣੀ ਪੈਂਦੀ ਹੈ। ਤੇ ਮੈਜੋਰਿਟੀ ਜਿੰਨੇ ਵੀ ਟ੍ਰੇਡਸ ਨੇ ਉਹਦੀ ਐਨਓਸੀ ਕੋਡ ਦੇ ਵਿੱਚ ਰਿਕੁਆਇਰਮੈਂਟ ਲਿਖੀ ਹੁੰਦੀ ਹੈ ਕਿ ਤੁਹਾਡਾ ਸੈਕੰਡਰੀ ਸਕੂਲ ਕੀਤਾ ਹੋਣਾ ਚਾਹੀਦਾ। ਉੱਥੇ ਫਿਰ ਤੁਹਾਡੀ ਐਜੂਕੇਸ਼ਨ ਦੀ ਰਿਕੁਆਇਰਮੈਂਟ ਆ ਗਈ ਵਰਕ ਪਰਮਿਟ ਲਗਾਉਣ ਲਈ। ਜੇ ਤੁਸੀਂ ਪਰਮਨੈਂਟ ਰੈਜ਼ੀਡੈਂਸੀ ਲਗਾਣੀ ਹੈ, ਉਹਦੀ ਐਫਐਸਟੀ ਰਿਕੁਆਇਰਮੈਂਟ ਵੀ ਲਿਖਿਆ ਹੈ ਕਿ ਯੂ ਡੂ ਨਾਟ ਨੀਡ ਐਨ ਐਜੂਕੇਸ਼ਨ ਬਟ ਇਟ ਵਿਲ ਐਡ ਔਨ ਟੂ ਯੂਰ ਪੁਆਇੰਟਸ। ਠੀਕ ਹੈ, ਅਗਰ ਤੁਸੀਂ ਐਜੂਕੇਸ਼ਨ ਕੀਤੀ ਹੈ ਤੇ ਤੁਸੀਂ ਉਹਦੀ ਅਸੈਸਮੈਂਟ ਨਹੀਂ ਕਰਵਾਈ ਹੋਈ, ਤੁਸੀਂ ਐਕਸਪ੍ਰੈਸ ਐਂਟਰੀ 'ਚ ਉਹਦੇ ਪੁਆਇੰਟ ਨਹੀਂ ਯੂਜ਼ ਕਰ ਸਕਦੇ। ਤੇ ਉਸ ਟਾਈਮ ਚਾਹੇ ਵਰਕ ਪਰਮਿਟ ਲਗਾਣਾ ਚਾਹੇ ਪਰਮਨੈਂਟ ਰੈਜ਼ੀਡੈਂਸੀ ਐਪਲੀਕੇਸ਼ਨ ਲਗਾਣੀ, ਫਿਰ ਤੁਹਾਡੀ ਐਜੂਕੇਸ਼ਨ ਦੀ ਅਸੈਸਮੈਂਟ ਤੁਹਾਡੀ ਉੱਥੇ ਕੰਮ ਆਏਗੀ। ਬਿਲਕੁਲ ਜੀ, ਪੁਆਇੰਟਸ ਨਹੀਂ ਐਡ ਹੋਣਗੇ ਤੁਹਾਡੀ ਐਜੂਕੇਸ਼ਨ ਦੇ, ਉਹ ਤੁਸੀਂ ਕਲੀਅਰ ਹੋ ਜਾਓ। ਪੁਆਇੰਟ ਟੈਲੀ ਚ ਤੁਸੀਂ ਲੋਕਾਂ ਤੋਂ ਪਿੱਛੇ ਰਹਿ ਜਾਓ, ਤੇ ਬਿਲਕੁਲ, ਪਿੱਛੇ ਕਿਉਂਕਿ ਰਹਿ ਇੱਕ ਜਿੱਦਾਂ ਜਾਓ। ਹਾਂ ਆਪਾਂ ਪਹਿਲਾਂ ਇੱਕ ਵਾਰੀ ਗੱਲ ਕੀਤੀ ਸੀ ਕਿ ਇਹ ਸਾਰਾ ਕੰਪੈਟੀਟਿਵ ਬੇਸ ਸਿਸਟਮ ਹੈ। ਯੂ ਆਰ ਬਿਲਕੁਲ ਕੰਪੀਟਿੰਗ ਵਿਦ ਮੈਨੀ ਅਦਰ ਪੀਪਲ। ਤੋ ਜਿੰਨੇ ਬੰਦੇ ਤੁਹਾਡੇ ਨਾਲ ਸਿਮਿਲਰ ਐਪਲੀਕੇਸ਼ਨ, ਜ਼ਰੂਰੀ ਨਹੀਂ ਹੈ ਕਿ ਤੁਹਾਡੇ ਹੀ ਟ੍ਰੇਡ 'ਚ, ਉਹ ਕਿਸੇ ਵੀ ਟ੍ਰੇਡ 'ਚ ਐਪਲੀਕੇਸ਼ਨ ਲਗਾਉਣਗੇ। ਬਿਲਕੁਲ ਅਗਰ ਕੋਈ ਬੰਦਾ ਫੋਰ ਐਗਜ਼ਾਮਪਲ ਬੈਚਲਰਸ ਆਫ ਇੰਜੀਨੀਅਰਿੰਗ ਕਰਕੇ ਉਹ ਰੈਫ੍ਰਿਜਰੇਸ਼ਨ ਟੈਕਨੀਸ਼ੀਅਨ ਦਾ ਕੋਰਸ ਕਰ ਰਿਹਾ ਆ, ਕੰਮ ਕਰ ਰਿਹਾ ਆ, ਉਹਦੇ ਪੁਆਇੰਟਸ ਤੁਹਾਡੇ ਤੋਂ ਬਹੁਤ ਜ਼ਿਆਦਾ ਹੋਣਗੇ। ਬਿਲਕੁਲ ਤੇ ਬਿਲਕੁਲ, ਡਰਾਅ ਦੇ ਵਿੱਚ ਉਹਦਾ ਨੰਬਰ ਪਹਿਲਾਂ ਆਏਗਾ। ਉਹ ਤੁਸੀਂ ਐਗਜ਼ਾਮਪਲ ਹੋ ਸਾਡੇ ਉਹ ਮੈਂ ਹਾਂ ਮੈਂ ਬੈਚਲਰਸ ਆਫ ਇੰਜੀਨੀਅਰਿੰਗ ਕੀਤੀ ਸੀ, ਬਟ ਉਸ ਤੋਂ ਬਾਅਦ ਜਿਹੜਾ ਮੇਰਾ ਕੰਮ ਸੀਗਾ ਉਹ HVAC ਹੀਟਿੰਗ 에ਅਰ ਕੰਡੀਸ਼ਨਿੰਗ ਐਂਡ ਵੈਂਟੀਲੇਸ਼ਨ ਨਾਲ ਰਿਲੇਟਡ ਸੀਗਾ। ਤੇ ਮੇਰੀ ਇੱਕ ਕਮਰਸ਼ੀਅਲ ਤੇ ਰੈਜ਼ੀਡੈਂਸ਼ੀਅਲ HVAC ਕੰਪਨੀ 'ਚ ਕੰਮ ਕਰਦਾ ਸੀ, ਉਹਦੇ ਲਈ ਮੈਂ ਇਹ ਲਾਇਸੈਂਸ ਲਿਆ ਸੀ ਗੈਸ ਟੈਕਨੀਸ਼ੀਅਨ ਦਾ। ਵਾਸਤੇ, ਐਸੇ ਕਰਕੇ ਤੁਹਾਨੂੰ ਇਹ ਕੰਪਲੀਟ ਨੌਲੇਜ ਹੈ ਇਹਦੇ ਬਾਰੇ, ਕਾਫੀ ਡਿਟੇਲ ਚ ਤੁਸੀਂ ਸਮਝਾ ਪਾਉਂਦੇ ਹੋ ਐਸੇ ਕਰਕੇ। ਜਦੋਂ ਇਹਦੇ ਵਿੱਚ ਹੁਣ ਇੱਕ ਵਾਰੀ ਵੜ ਗਏ ਆ ਤੇ ਵਾਈ ਨਾਟ ਲੈਟਸ ਬ੍ਰਿੰਗ ਐਵਰੀਥਿੰਗ ਆਊਟ ਕਿ ਕਲੀਅਰਲੀ ਸਾਰਿਆਂ ਦੇ ਸਾਹਮਣੇ ਆ ਜਾਏ ਵੀ ਚੱਕਰ ਕੀ ਹੈ। ਇਹ ਲੋਕਾਂ ਨੂੰ ਵੀ ਇੱਥੋਂ ਜ਼ਿਆਦਾ ਕਲੈਰਿਟੀ ਮਿਲਦੀ ਹੈ ਲੋਕਾਂ ਨੂੰ, ਜਿਹਨੇ ਆਜ ਤੱਕ ਐਕਸਪੀਰੀਅੰਸ ਕੀਤਾ ਹੋਵੇ ਉਹ ਐਕਸਪਲੇਨ ਕਰਨ ਚ ਵੀ ਜ਼ਿਆਦਾ ਉਹਦੇ ਸક્ષਮ ਹੁੰਦਾ ਹੈ। ਬਿਲਕੁਲ ਜੀ, ਬਿਲਕੁਲ। ਹਾਂਜੀ ਹਾਂਜੀ, ਹੁਣ ਅਗਲਾ ਮੇਰਾ ਪੁਆਇੰਟ ਹੈਗਾ ਜੀ, ਸਾਡੇ ਕੋਲ ਮਿਨੀਮਮ ਐਕਸਪੀਰੀਅੰਸ ਦੀ ਕੋਈ ਰਿਕੁਆਇਰਮੈਂਟ ਹੈਗੀ ਹੈ ਟ੍ਰੇਡ ਅਸੈਸਮੈਂਟ ਐਪਲੀਕੇਸ਼ਨ ਵਾਸਤੇ? ਕੋਈ 1 ਸਾਲ 2 ਸਾਲ 3 ਸਾਲ? ਡੈਫੀਨੇਟਲੀ। ਹੁਣ ਇਹਦੇ ਵਿੱਚ ਮਿਨੀਮਮ ਰਿਕੁਆਇਰਮੈਂਟ ਜਿਹੜੀ ਹੈਗੀ ਉਹ ਵੀ ਟ੍ਰੇਡ ਤੇ ਪ੍ਰੋਵਿੰਸ਼ੀਅਲ ਅਥਾਰਟੀ ਦੇ ਅਕੋਰਡਿੰਗ ਹੁੰਦੀ ਹੈ। ਹਮ, ਠੀਕ ਹੈ, ਕਿਉਂਕਿ ਮੈਂ ਅਗਰ ਤੁਸੀਂ ਆਪਣੀ ਟ੍ਰੇਡਸ ਦੀ ਲਿਸਟ ਦੇਖੋ, ਹੁਣ ਮੈਂ ਤੁਹਾਨੂੰ ਜਿਹੜੀ ਮੈਂ ਪਹਿਲਾਂ ਗੱਲ ਕੀਤੀ ਸੀ ਕਿ ਮੈਂ ਤੁਹਾਨੂੰ ਲਿਸਟ ਵਗੈਰਾ ਦਿਖਾਵਾਂਗਾ। ਸੋ ਅਗਰ ਤੁਸੀਂ ਇਹ ਵੀਡੀਓ ਦੀ ਡਿਸਕ੍ਰਿਪਸ਼ਨ 'ਚ ਜਾਓਗੇ ਤਾਂ ਤੁਹਾਨੂੰ ਐਦਾਂ ਸਾਰੀ ਲਿਸਟ ਮਿਲੇਗੀ ਐਨਓਸੀ ਕੋਡਸ ਦੀ। ਠੀਕ ਹੈ, ਤੇ ਤੁਸੀਂ ਆਪਣਾ ਜੋ ਵੀ ਕਿਸੇ ਨੇ ਐਪਲੀਕੇਸ਼ਨ ਕਰਨੀ ਆ ਉਹ ਇੱਥੇ ਜਾ ਕੇ ਚੈੱਕ ਕਰ ਸਕਦਾ ਵੀ ਉਹਨਾਂ ਦਾ ਜਿਹੜਾ ਟ੍ਰੇਡ ਹੈਗਾ ਉਹ ਸਕਿੱਲ ਟ੍ਰੇਡ ਦੀ ਐਪਲੀਕੇਸ਼ਨ 'ਚ ਆਏਗਾ ਜਾਂ ਨਹੀਂ। ਤੇ ਸੈਕਿੰਡ ਜਿਹੜੀ ਤੁਸੀਂ ਐਕਸਪੀਰੀਅੰਸ ਦੀ ਗੱਲ ਕੀਤੀ ਹੈ, ਤੇ ਉਹ ਮੈਂ ਜ਼ਿਆਦਾਤਰ ਐਪਲੀਕੇਸ਼ਨ BCITA ਦੀ ਕਰਦਾ ਕਿਉਂਕਿ ਉਹਨਾਂ ਦੀ ਐਪਲੀਕੇਸ਼ਨ ਪ੍ਰੋਸੈਸ ਜਿਹੜਾ ਨਾ ਕਾਫੀ ਫਾਸਟ ਹੁੰਦਾ ਤੇ ਇਹਨਾਂ ਦੇ ਚਾਰजेस ਵੀ ਕਾਫੀ ਘੱਟ ਹੁੰਦੇ ਨੇ। ਤੇ ਹੁਣ ਮੈਂ ਅਗਰ ਆਪਾਂ ਕੋਈ ਵੀ, ਤੁਸੀਂ ਜਿੱਦਾਂ ਆਪਾਂ ਪਲੰਬਰ ਦੀ ਗੱਲ ਕੀਤੀ ਹੈ ਨਾ, ਤੇ ਆਪਾਂ ਪਲੰਬਰ ਦਾ ਹੀ ਆਪਾਂ ਐਗਜ਼ਾਮਪਲ ਲੈ ਕੇ ਇੱਥੇ ਦੇਖਦੇ ਹਾਂ ਕਿ ਉਹਦੇ ਲਈ ਰਿਕੁਆਇਰਮੈਂਟ ਕੀ ਹੈ। ਪਲੰਬਰ, ਠੀਕ ਹੈ।
ਤੇ ਜਦੋਂ ਉਹਨਾਂ ਦੀ ਵੈਬਸਾਈਟ ਤੇ ਜਾਵਾਂਗੇ ਆਪਾਂ, ਤੇ ਇੱਥੇ ਇਹਨਾਂ ਦੀ ਪ੍ਰੋਗਰਾਮ ਰਿਕੁਆਇਰਮੈਂਟਸ ਦਾ ਪ੍ਰੋਗਰਾਮ ਪ੍ਰੋਫਾਈਲ ਦਾ ਡਾਕੂਮੈਂਟ ਆਉਂਦਾ, ਤੇ ਇਹਦੇ ਵਿੱਚ ਹੀ ਡਾਕੂਮੈਂਟ ਦੇ ਵਿੱਚ ਇਹਨਾਂ ਨੇ ਸਰਟੀਫਿਕੇਸ਼ਨ ਆਫ ਕੁਆਲੀਫਿਕੇਸ਼ਨ ਦੀ ਇਨਫੋਰਮੇਸ਼ਨ ਦਿੱਤੀ ਹੁੰਦੀ ਹੈ ਕਿ ਅਗਰ ਕਿਸੇ ਨੇ ਕਰਨਾ ਹੈ ਤੇ ਇਹ ਇੱਥੇ ਤੁਸੀਂ ਦੇਖ ਸਕਦੇ ਹੋ ਪ੍ਰੀ ਰਿਕੁਇਜ਼ਿਟ 9630 ਆਵਰਸ। ਓਕੇ। ਠੀਕ ਹੈ, ਐਦਾਂ ਤੁਸੀਂ ਚੈੱਕ ਕਰ ਸਕਦੇ ਹੋ ਵੀ ਉਹ ਟ੍ਰੇਡ ਅਥਾਰਟੀ ਦਾ ਜੋ ਵੀ ਹੈਗਾ ਆ ਉਹਦੇ ਕਿੰਨੇ ਆਵਰਸ ਚਾਹੀਦੇ ਆ। ਹੁਣ ਅਗਰ ਉਹਦੀ ਜਗ੍ਹਾ ਮੈਂ ਸ਼ੀਟ ਮੈਟਲ ਵਰਕਰ ਜਿਹੜੇ ਡਕਟ ਵਰਕ ਇੰਸਟਾਲ ਕਰਦੇ ਆ ਉਹਦਾ ਮੈਂ ਦੇਖਾਂ ਵੀ ਕਿੰਨੇ ਆਵਰਸ ਆਪਾਂ ਨੂੰ ਚਾਹੀਦੇ ਆ, ਸੇਮ ਪ੍ਰੋਸੈਸ ਉਹਦੀ ਆਪਣੇ ਐਪਲੀਕੇਸ਼ਨ 'ਚ ਜਾਣਾ ਹੈ ਤੇ ਕੇ ਸਰਟੀਫਿਕੇਸ਼ਨ ਆਫ ਕੁਆਲੀਫਿਕੇਸ਼ਨ ਦੇ ਵਿੱਚ ਜਾਣਾ। ਆ ਦੇਖੋ, to approve challenge application including trade related work experience of 8520। ਉਹ ਪਲੰਬਰ ਲਈ 9600 ਸੀਗਾ, ਕੁਝ ਇਹਦੇ ਲਈ 8500। ਤੇ ਕੁਝ ਕੁ ਟ੍ਰੇਡਸ ਐਸੇ ਹੁੰਦੇ ਨੇ ਜਿਨ੍ਹਾਂ ਲਈ ਅਰਾਊਂਡ 3 to 4000 ਦੇ ਨਾਲ ਵੀ ਕੰਮ ਬਣ ਜਾਂਦਾ। ਠੀਕ ਹੈ, ਤੇ ਐਦਾਂ ਆਪਾਂ ਨੂੰ ਦੇਖਣਾ ਪੈਂਦਾ ਵੀ ਉਹਦੀ ਕੋਈ ਵੀ ਸਪੈਸੀਫਿਕ ਟ੍ਰੇਡ ਹੈ ਉਹਦਾ ਆਵਰਸ ਦੀ ਰਿਕੁਆਇਰਮੈਂਟ ਕਿੰਨੀ ਹੈ, ਉਹ ਹਰ ਪ੍ਰੋਵਿੰਸ ਦੇ ਹਿਸਾਬ ਨਾਲ, ਹਰ ਟ੍ਰੇਡ ਦੇ ਹਿਸਾਬ ਨਾਲ ਅਲੱਗ ਹੋਏਗੀ। ਸੋ ਹੁਣ ਜਿਸ ਤਰ੍ਹਾਂ 8000 ਜਾਂ 9000 ਦੈਟ ਮੀਨਸ ਅਰਾਊਂਡ 4 ਤੋਂ 5 ਸਾਲ ਦਾ ਐਕਸਪੀਰੀਅੰਸ ਲੈ ਕੇ ਚੱਲੀ ਜੀ ਬਿਲਕੁਲ। ਸੋ 9600 ਆਪਾਂ ਕੈਨੇਡਾ ਦੇ ਹਿਸਾਬ ਨਾਲ ਅਗਰ ਗੱਲ ਕਰੀਏ ਤੇ ਆਪਾਂ ਕੈਨੇਡਾ 'ਚ ਅਰਾਊਂਡ 40 ਆਵਰਸ ਇਨ ਅ ਵੀਕ ਕੰਮ ਕਰਦੇ ਹਾਂ, ਬਟ ਯੂਜੂਅਲੀ ਮਿਡਲ ਈਸਟ ਇੰਡੀਆ ਤੋਂ ਜਿਹੜੇ ਸਾਡੇ ਕੋਲ ਕਲਾਇੰਟਸ ਆਉਂਦੇ ਆ ਉਹ 6 ਦਿਨ ਕੰਮ ਕਰਦੇ ਅਰਾਊਂਡ 8 ਘੰਟੇ। ਤੋ 48 ਆਵਰਸ ਅ ਵੀਕ ਦੇ ਹਿਸਾਬ ਨਾਲ ਤੁਸੀਂ ਕੈਲਕੂਲੇਟ ਕਰ ਸਕਦੇ ਹੋ ਵੀ ਤੁਹਾਡੇ ਕਿੰਨੇ ਸਾਲ ਬਣਨਗੇ। 3.8 ਅਰਾਊਂਡ 4 ਇਅਰਸ ਤੋਂ ਉੱਪਰ ਜਾ ਕੇ ਤੁਹਾਡੀ ਐਲੀਜੀਬਿਲਿਟੀ ਬਣਨੀ ਸ਼ੁਰੂ ਹੋ ਜਾਂਦੀ। ਓਕੇ, ਸੋ ਚਲੋ 4 ਸਾਲ ਆਪਾਂ ਲੈ ਕੇ ਚੱਲੀਏ ਘੱਟੋ ਹਾਂ, 4 ਸਾਲ ਤਾਂ ਮਿਨੀਮਮ ਲੈ ਕੇ ਚੱਲੋ ਕਿ 4 ਸਾਲ ਤੋਂ ਪਹਿਲਾਂ ਤੁਸੀਂ ਕੰਟੈਕਟ ਕਰੋਗੇ ਤਾਂ ਫਿਰ ਸਾਨੂੰ ਬੋਲਣਾ ਪੈਣਾ ਵੀ ਵੀਰੇ ਅਗਲੇ ਸਾਲ ਹੀ। ਬਿਲਕੁਲ। ਅੱਛਾ, ਹੁਣ ਅਸੀਂ ਪਹਿਲੇ ਐਗਜ਼ਾਮਸ ਦੀ ਗੱਲ ਕੀਤੀ ਸੀ ਕਿ ਟ੍ਰੇਡ ਦੇ ਵਾਸਤੇ ਐਗਜ਼ਾਮ ਚਾਹੀਦਾ ਹੁੰਦਾ ਹੈ, ਤੇ ਉਹ ਐਗਜ਼ਾਮ ਦੀ ਪ੍ਰੈਪਰੇਸ਼ਨ ਕੌਣ ਕਰਾਉਂਦਾ ਹੈ? ਬੱਚੇ ਲੋਕ ਕੈਂਡੀਡੇਟਸ ਆਪੇ ਕਰ ਸਕਦੇ ਹੈ ਹੁਣ ਜਾਂ ਕੋਈ ਇਹੋ ਜਿਹੀ ਅਥਾਰਟੀ ਹੈ ਜਾਂ ਕੋਈ ਇਹੋ ਜਿਹਾ ਬੰਦਾ ਹੈ ਜਿਹੜਾ ਐਗਜ਼ਾਮ ਦੀ ਤਿਆਰੀ ਕਰਾ ਸਕਦਾ? ਹੁਣ ਐਗਜ਼ਾਮ ਦੀ ਪ੍ਰੈਪਰੇਸ਼ਨ ਕਈ ਤਰੀਕਿਆਂ ਨਾਲ ਕੀਤੀ ਜਾ ਸਕਦੀ ਆ। ਉਹ ਜਿਹੜੇ ਐਪਲੀਕੈਂਟ ਹੁੰਦੇ ਉਹਨਾਂ ਤੇ ਡਿਪੈਂਡ ਕਰਦਾ। ਅਗਰ ਤਾਂ ਤੁਸੀਂ ਖੁਦ ਹੀ ਹੈਗੇ ਹੋ ਪੜ੍ਹਨ ਵਾਲੇ ਜਿਨ੍ਹਾਂ ਨੂੰ ਅੱਛਾ ਲੱਗਦਾ ਪੜ੍ਹਾਈ ਕਰਕੇ ਆਪਣੀ ਸਾਰੀਆਂ ਚੀਜ਼ਾਂ ਆਪ ਐਗਜ਼ਾਮ ਕਰਨਾ, ਉਹਨਾਂ ਦੇ ਲਈ ਤਾਂ ਬਿਲਕੁਲ ਹੀ ਸੌਖਾ ਤਰੀਕਾ ਅਸੀਂ ਲਿੰਕ ਛੱਡ ਦਾਂਗੇ ਡਿਸਕ੍ਰਿਪਸ਼ਨ ਬਾਕਸ 'ਚ। ਤੁਸੀਂ ਲਿੰਕ ਤੇ ਜਾ ਕੇ ਆਨਲਾਈਨ ਜਿਹੜੀ ਐਗਜ਼ਾਮ ਪ੍ਰੈਪਰੇਸ਼ਨ ਦੀ ਬੁੱਕਸ ਖਰੀਦ ਸਕਦੇ ਹੋ। ਉਹ ਸਾਡੇ ਨਾਲ ਰਿਲੇਟਡ ਕੁਝ ਨਹੀਂ ਹੈ, ਉਹ ਜਿਹੜੀ ਅਥਾਰਟੀਜ਼ ਨੇ, ਪ੍ਰੋਵਿੰਸ਼ੀਅਲ ਅਥਾਰਟੀਜ਼ ਨੇ ਉਹ ਦਿੰਦੀਆਂ ਨੇ, ਜਾਂ ਤੁਸੀਂ ਕੁਝ ਪ੍ਰਾਈਵੇਟ ਇੰਸਟੀਟਿਊਟਸ ਐਸੇ ਬਣੇ ਹੁੰਦੇ ਨੇ ਜਿਹੜੇ ਉਹ ਬੁੱਕਸ ਪ੍ਰਿਪੇਅਰ ਕਰਦੇ, ਤੁਸੀਂ ਉਹਨਾਂ ਤੋਂ ਡਾਇਰੈਕਟਲੀ ਜਾ ਕੇ ਖਰੀਦ ਸਕਦੇ ਹੋ। ਉਹਨਾਂ ਨੇ ਤੁਹਾਨੂੰ ਪੈਟਰਨ ਸਮਝਾ ਦੇਣਾ, ਤੁਹਾਨੂੰ ਕੁਐਸਚਨ ਸਮਝਾ ਦੇਣੇ, ਤੁਸੀਂ ਉਹਨਾਂ ਨੂੰ ਪੜ੍ਹ ਕੇ ਤੁਸੀਂ ਆਪਣਾ ਐਗਜ਼ਾਮ ਦੇ ਸਕਦੇ ਹੋ। ਕਈ ਸਿਚੁਏਸ਼ਨਸ ਇਦਾਂ ਹੁੰਦੀਆਂ ਨੇ, ਕਈ ਗਵਰਨਮੈਂਟ ਤੇ ਪ੍ਰਾਈਵੇਟ ਕਾਲਜਸ ਵੀ ਇਦਾਂ ਦੇ ਐਗਜ਼ਾਮ ਦੀ ਪ੍ਰੈਪਰੇਸ਼ਨਸ ਕਰਵਾਉਂਦੇ ਨੇ। ਠੀਕ ਹੈ, ਉਹ ਕੁਝ ਉਹਨਾਂ ਨੇ ਪਰ ਜਦੋਂ ਤੁਸੀਂ ਇਹਦਾ ਗਵਰਨਮੈਂਟ ਕਾਲਜ 'ਚ ਚੱਲ ਜਾਂਦੇ ਹੋ, ਪਰ ਉਹਨਾਂ ਨੇ ਫਿਰ ਉਹ ਪ੍ਰੋਸੈਸ ਲੰਬਾ ਕਰ ਦੇਣਾ ਹੁੰਦਾ। ਉਹਨਾਂ ਨੇ ਫਿਰ ਹੋਰ ਵੀ ਬੜੀਆਂ ਸਾਰੀਆਂ ਚੀਜ਼ਾਂ ਐਡ ਕਰਕੇ, ਤਾਂ ਕਿ ਉਹਨਾਂ ਨੇ ਤੁਹਾਤੋਂ ਪੈਸੇ ਵੀ ਲੈਣੇ ਆ ਤੇ ਉਹਨਾਂ ਨੇ ਪੂਰਾ ਉਹਨਾਂ ਨੂੰ ਪ੍ਰੋਗਰਾਮ ਬਣਾ ਲੈਣਾ। ਕਈ ਪ੍ਰਾਈਵੇਟ ਇੰਸਟੀਚਿਊਟਸ ਹੁੰਦੇ ਨੇ, ਠੀਕ ਹੈ, ਹਰ ਟ੍ਰੇਡ ਲਈ ਨਹੀਂ ਤੁਹਾਨੂੰ ਮਿਲਣਗੇ, ਬਟ ਕਈ ਟ੍ਰੇਡਸ ਜਿਹੜੇ ਬਹੁਤ ਹੀ ਇੱਥੇ ਜ਼ਿਆਦਾ ਹਾਈਲੀ ਰੈਗੂਲੇਟਡ ਟ੍ਰੇਡਸ ਨੇ ਉਹਨਾਂ ਲਈ ਤੁਹਾਨੂੰ ਮਿਲ ਜਾਣਗੇ ਉਹ, ਤੇ ਉਹ ਆਨਲਾਈਨ ਕਲਾਸਿਸ ਦੇ ਕੇ ਵੀ ਤੁਹਾਨੂੰ ਪੜ੍ਹਾ ਸਕਦੇ ਨੇ। ਤੇ ਲਾਸਟ ਆਪਸ਼ਨ ਹੁੰਦੀ ਹੈ ਕਿ ਕਈ ਜਿਹੜੇ ਟ੍ਰੇਡਸ ਵਾਲੇ ਬੰਦੇ ਹੁੰਦੇ ਜਿਹੜੇ ਖੁਦ ਲਾਇਸੈਂਸ ਲੈ ਲੈਂਦੇ ਨੇ ਤੇ ਉਹਨਾਂ ਕੋਲ ਅੱਛਾ ਖਾਸਾ ਐਕਸਪੀਰੀਅੰਸ ਹੁੰਦਾ ਨੇ, ਤੇ ਉਹ ਆਪਣਾ ਪ੍ਰਾਈਵੇਟ ਤੌਰ ਤੇ ਆਨਲਾਈਨ ਕਲਾਸਿਸ ਦੇ ਥਰੂ ਤੁਹਾਨੂੰ ਪੜ੍ਹਾ ਸਕਦੇ ਆ। ਤੇ ਉਹ ਵੀ ਤੁਸੀਂ ਆਨਲਾਈਨ ਉਹਦੇ ਬਾਰੇ ਸਰਚ ਕਰ ਸਕਦੇ ਹੋ। ਤੇ ਮੇਰੇ ਕਈ ਕਲਾਇੰਟਸ ਏਦਾਂ ਆਨਲਾਈਨ ਪੜ੍ਹਾਈ ਕਰਕੇ ਜਾਂ ਆਪਣੇ ਆਪ ਉਹਨਾਂ ਨੇ ਬੁੱਕਸ ਲੈ ਕੇ ਪੜ੍ਹਾਈ ਕਰਕੇ ਆਪਣੇ ਐਗਜ਼ਾਮ ਕਲੀਅਰ ਕਰ ਚੁੱਕੇ ਨੇ। ਉਹ ਜਿਹਨੂੰ ਜੋ ਸੂਟ ਕਰਦਾ ਉਹ ਉਸ ਹਿਸਾਬ ਹਾਂ, ਨਾਲ। ਉਹ ਤੁਹਾਡੀ ਮਰਜ਼ੀ ਹੈ ਵੀ ਤੁਸੀਂ ਕਿਸ ਤਰੀਕੇ ਨਾਲ ਉਹਨੂੰ ਹੈਂਡਲ ਕਰਨਾ। ਜੇ ਤੁਹਾਨੂੰ ਆਪਣਾ ਤੁਹਾਡਾ ਐਕਸਪੀਰੀਅੰਸ ਇੰਨਾ ਕੁ ਅੱਛਾ ਹੈਗਾ ਵੀ ਤੁਹਾਨੂੰ ਬਾਈ ਮੈਨੂੰ ਨਹੀਂ ਬੁੱਕ ਚਾਹੀਦੀ, ਮੈਂ ਆਪੇ ਜਾ ਕੇ ਸਿੱਧਾ ਐਗਜ਼ਾਮ ਦੇ ਦੇਣਾ, ਐਸੇ ਵੀ ਕਲਾਇੰਟਸ ਆਉਂਦੇ ਨੇ ਜਾ ਕੇ ਉਹਨਾਂ ਨੇ ਅੱਛਾ ਖਾਸਾ ਉਹਨਾਂ ਕੋਲ ਐਕਸਪੀਰੀਅੰਸ ਹੁੰਦਾ, ਆ ਕੇ ਆਪਣਾ ਫਸਟ ਅਟੈਂਪਟ ਕਲੀਅਰ ਕਰਕੇ ਆਪਣਾ ਉਹ ਸਾਈਡ ਤੇ ਹੋ ਜਾਂਦੇ ਨੇ, ਆਪਣਾ ਫਿਰ ਨੈਕਸਟ ਪ੍ਰੋਸੈਸ ਤੇ ਚਲੇ ਜਾਂਦੇ ਨੇ। ਇੱਕ ਹੋਰ ਇੱਥੇ ਇੰਪੋਰਟੈਂਟ ਚੀਜ਼ ਮੈਂ ਦੱਸਣਾ ਚਾਹੁੰਦਾ ਵੀ ਜਦੋਂ ਤੁਹਾਡੀ ਟ੍ਰੇਡ ਅਥਾਰਟੀ ਤੁਹਾਡਾ ਐਪਲੀਕੇਸ਼ਨ ਅਪਰੂਵ ਕਰਦੀ ਆ, ਨਾਰਮਲੀ ਉਹ ਤੁਹਾਨੂੰ 2 ਸਾਲ ਦਿੰਦੇ ਨੇ ਕਿ 2 ਸਾਲ ਦੇ ਵਿੱਚ ਤੁਸੀਂ ਆ ਕੇ ਇੱਥੇ ਐਗਜ਼ਾਮ ਕਰ ਸਕਦੇ ਹੋ। ਬਟ ਬਿਕਾਜ਼ ਆਫ ਕੋਵਿਡ ਪਿੱਛੇ ਰੀਸੈਂਟਲੀ ਪਿਛਲੇ 2 ਸਾਲ ਤੋਂ ਇਹਨਾਂ ਨੇ 2 ਸਾਲ ਤੋਂ ਵਧਾ ਕੇ ਟਾਈਮ 3 ਸਾਲ ਦਾ ਕਰਤਾ ਹੈ। ਵੀ ਤੁਸੀਂ ਸਰਟੀਫਿਕੇਸ਼ਨ ਆਫ ਕੁਆਲੀਫਿਕੇਸ਼ਨ ਲੈਣ ਤੋਂ ਬਾਅਦ ਤੁਹਾਡੇ ਕੋਲ 3 ਸਾਲ ਹੁੰਦੇ ਨੇ ਤਾਂ ਕਿ ਆਪਣਾ ਤੁਸੀਂ ਐਗਜ਼ਾਮ ਕਲੀਅਰ ਕਰ ਸਕੋ। ਓਕੇ, ਤੇ ਐਗਜ਼ਾਮ ਕਿੰਨਾ ਕੁ ਔਖਾ ਹੁੰਦਾ? ਤੁਸੀਂ ਤਾਂ ਦਿੱਤਾ ਹੋਇਆ ਇਹੋ ਜਿਹਾ ਐਗਜ਼ਾਮ। ਐਗਜ਼ਾਮ ਦੇਖੋ, ਮੇਰੇ ਹਿਸਾਬ ਨਾਲ ਔਖਾ ਕੁਝ ਨਹੀਂ ਹੁੰਦਾ ਅਗਰ ਤੁਸੀਂ ਇਹ ਸਿਮਿਲਰ ਕੰਮ ਕਰ ਹੀ ਰਹੇ ਹੋ। 5 ਸਾਲ ਦਾ 6 ਸਾਲ ਦਾ ਐਕਸਪੀਰੀਅੰਸ ਆ, ਮੈਜੋਰਿਟੀ ਚੀਜ਼ਾਂ ਤਾਂ ਤੁਹਾਨੂੰ ਆਲਰੇਡੀ ਪਤਾ ਹੀ ਆ। ਆਲ ਯੂ ਨੀਡ ਟੂ ਨੋ ਕਿ ਉਹ ਐਗਜ਼ਾਮ ਦਾ ਫਾਰਮੈਟ ਕੀ ਹੈ, ਕਿਸ ਤਰੀਕੇ ਦੇ ਕੁਐਸਚਨ ਹੁੰਦੇ ਨੇ। ਕਿਉਂਕਿ ਅਗਰ ਤੁਸੀਂ ਕਿਸੇ ਹੋਰ ਕੰਟਰੀ 'ਚ ਕੰਮ ਕਰ ਰਹੇ ਹੋ, ਜ਼ਿਆਦਾਤਰ ਚੀਜ਼ਾਂ ਸੇਮ ਹੋਣਗੀਆਂ, ਬਟ ਕੈਨੇਡਾ ਦੇ ਥੋੜੇ ਜਿਹੇ ਕੋਡਸ, ਰੂਲਸ ਐਂਡ ਰੈਗੂਲੇਸ਼ਨ ਜਿਹੜੇ ਹੈਗੇ ਨੇ
ਉਹ ਥੋੜੇ ਜਿਹਾ ਅਲੱਗ ਹੁੰਦੇ ਨੇ। ਤੇ ਮੇਰੀ ਰਿਕਮੈਂਡੇਸ਼ਨ ਤਾਂ ਇਹੀ ਹੈ ਵੀ ਤੁਸੀਂ ਐਟਲੀਸਟ ਜਿਹੜੀਆਂ ਉਹਨਾਂ ਦੀਆਂ ਆਨਲਾਈਨ ਬੁੱਕਸ ਹੈਗੀਆਂ ਨੇ, ਉਹ ਆਈ ਥਿੰਕ $30 to $70 ਦੇ ਵਿੱਚ ਤੁਹਾਨੂੰ ਬੁੱਕ ਮਿਲ ਜਾਂਦੀ ਹੈ। ਉਹ ਬੁੱਕ ਲਓ ਤੇ ਤੁਹਾਨੂੰ ਸਾਰੇ ਕੁਐਸਚਨ ਤੁਹਾਨੂੰ ਉਹਨਾਂ ਨੇ ਪ੍ਰੈਪਰੇਸ਼ਨ ਦੇ ਦੇਣੇ, ਤੇ ਮੈਜੋਰਿਟੀ ਐਗਜ਼ਾਮ ਦੇ ਵਿੱਚ ਉਹੀ ਜਾਂ ਉਹਦੇ ਸਿਮਿਲਰ ਮਿਲਦੇ ਜੁਲਦੇ ਕੁਐਸਚਨ ਆ ਜਾਂਦੇ ਨੇ ਜਿਨ੍ਹਾਂ ਦਾ ਤੁਸੀਂ ਈਜ਼ੀਲੀ ਆਨਸਰ ਕਰ ਸਕਦੇ ਹੋ। ਐਗਜ਼ਾਮ ਤੋਂ ਬਾਅਦ ਅਸੀਂ ਲਾਇਸੈਂਸ ਉਸੇ ਅਪਲਾਈ ਕਰਨਾ, ਉਹਦੀ ਵੈਲਿਡਿਟੀ ਵੀ ਹੁੰਦੀ ਹੈ ਲਾਇਸੈਂਸ ਦੀ ਜਾਂ ਐਗਜ਼ਾਮ ਦੀ? ਦੋਨਾਂ ਦੀ? ਜਿਹੜਾ ਐਗਜ਼ਾਮ ਯੂਜੂਅਲੀ ਕੀ ਹੁੰਦਾ ਹੈ ਕਿ ਪ੍ਰੋਵਿੰਸ਼ੀਅਲ ਅਥਾਰਟੀਜ਼ ਕੈਨੇਡਾ ਤੁਹਾਨੂੰ ਪਤਾ ਹੀ ਜਿਸ ਤਰੀਕੇ ਨਾਲ ਕੰਮ ਕਰਦਾ, ਅਥਾਰਟੀਜ਼ ਦਾ ਕੰਮ ਇੱਕ ਰੈਗੂਲੇਟ ਕਰਨਾ ਵੀ ਹੁੰਦਾ, ਤੇ ਉਹ ਐਗਜ਼ਾਮ ਦੀ ਫੀਸ ਵੀ ਹੁੰਦੀ ਹੈ, ਓਕੇ, ਸੌਰੀ ਲਾਇਸੈਂਸ ਦੀ ਫੀਸ ਵੀ ਹੁੰਦੀ ਹੈ। ਲਾਇਸੈਂਸ। ਠੀਕ ਹੈ, ਉਹ ਹਰ ਸਾਲ ਕੁਝ ਕਿਤੇ $100 ਹੁੰਦੀ, ਕਿਤੇ 200, ਕਿਤੇ $300 ਹੁੰਦੀ ਹੈ, ਬਟ ਉਹ ਲਾਇਸੈਂਸ ਨੂੰ ਮੇਨਟੇਨ ਕਰਨ ਦੀ ਤੁਹਾਡੀ ਫੀਸ ਹੁੰਦੀ ਹੈ। ਇੱਕ ਵਾਰੀ ਤੁਸੀਂ ਲਾਇਸੈਂਸ ਐਗਜ਼ਾਮ ਦੇਤਾ, ਉਹਨੂੰ ਤੁਹਾਨੂੰ ਦੁਬਾਰਾ ਐਗਜ਼ਾਮ ਦੇਣ ਦੀ ਲੋੜ ਨਹੀਂ ਹੈ। ਹਰ ਸਾਲ ਤੁਸੀਂ ਆਪਣੀ ਫੀਸ ਪੇ ਕਰਕੇ ਉਹਨੂੰ ਲਾਇਸੈਂਸ ਨੂੰ ਰੀਨਿਊ ਕਰਦੇ ਰਹਿ ਸਕਦੇ ਹੋ। ਜੇ ਬਾਈ ਚਾਂਸ ਲਾਇਸੈਂਸ ਰੀਨਿਊ ਕਰਨਾ ਭੁੱਲ ਗਏ ਫਿਰ ਤੁਹਾਨੂੰ ਦੁਬਾਰਾ ਐਗਜ਼ਾਮ ਦੇਣਾ ਪੈਣਾ। ਓਕੇ, ਉਹ ਮਤਲਬ ਇੱਕ ਟਾਈਮ ਪੀਰੀਅਡ ਫਿਰ ਹੈ ਉਹਦੇ ਉਹ ਫਿਰ ਵਿੱਚ। ਹਾਂ, ਅਗਰ ਤੁਸੀਂ ਉਹ ਆਪਣੀ ਬੰਦ ਕਰਤਾ, ਉਹ ਇੱਕ ਟਾਈਮ ਪੀਰੀਅਡ ਦੇ ਬਾਅਦ ਉਹ ਕਹਿ ਦਿੰਦੇ ਨੇ ਹਾਂ ਵੀ ਇੰਨਾ ਟਾਈਮ ਪੀਰੀਅਡ ਹੈਜ਼ elapsed, ਵੀ ਸਾਡੇ ਕੋਲ ਰੈਕਡ ਨਹੀਂ ਹੈਗਾ ਵੀ ਤੁਸੀਂ ਆਪਣਾ ਲਾਇਸੈਂਸ ਰੀਨਿਊ ਕਰਾਇਆ ਸੀ, ਤੇ ਤੁਹਾਨੂੰ ਦੁਬਾਰਾ ਐਗਜ਼ਾਮ ਚੈਲੰਜ ਕਰਨਾ ਪੈਂਦਾ। ਬਟ ਹੁਣ ਉੱਥੇ ਕਿਸੇ ਤੱਕ ਨੌਬਤ ਨਹੀਂ ਆਉਂਦੀ, ਕਿਉਂਕਿ ਜਿਹੜੇ ਲੋਕ ਟ੍ਰੇਡ ਦੇ ਵਿੱਚ ਹੁੰਦੇ ਨੇ ਉਹ ਆਟੋ ਰਿਨਿਊਅਲ ਤੇ ਹੀ ਹੁੰਦਾ ਕੰਮ। ਜਿੱਦਾਂ ਹੁਣ ਮੇਰਾ ਗੈਸ ਲਾਇਸੈਂਸ ਦਾ ਸੀਗਾ, ਚਾਹੇ ਮੈਂ ontario 'ਚ ਨਹੀਂ ਰਹਿੰਦਾ, ਤੇ ਬਟ ਆਈ ਸਟਿਲ ਕੀਪ ਦੈਟ ਲਾਇਸੈਂਸ, ਤੇ ਹਰ ਸਾਲ ਉਹਦੀ $150 ਫੀਸ ਹੁੰਦੀ ਹੈ, ਮੈਂ ਪੇ ਕਰ ਦਿੰਦਾ, ਤੇ ਲਾਇਸੈਂਸ ਸਟਿਲ ਕੰਟੀਨਿਊਸ। ਉਹ ਦੂਜੀ ਕੰਟਰੀ 'ਚ ਰਹਿ ਕੇ ਵੀ ਬੰਦਾ ਲਾਇਸੈਂਸ ਮੇਨਟੇਨ ਕਰ ਸਕਦਾ? ਉਹ ਤਾਂ ਕਰ ਸਕਦਾ, ਜਿੱਥੇ ਮਰਜ਼ੀ ਰਹੋ, ਉਹ ਕੋਈ ਪ੍ਰੋਬਲਮ ਨਹੀਂ? ਕੋਈ ਪ੍ਰੋਬਲਮ ਨਹੀਂ। ਭਾਵੇਂ ਪੀਆਰ ਹੈ ਭਾਵੇਂ ਨਹੀਂ? ਨਹੀਂ ਨਹੀਂ, ਉਹਦਾ ਕੋਈ ਉਹ ਤਾਂ ਲਾਇਸੈਂਸ ਤੁਹਾਡਾ ਨਾ, ਉਹ ਤਾਂ ਤੁਹਾਡੀ ਸਟੇਟਸ ਇਨ ਕੈਨੇਡਾ ਨਾਲ ਕੋਈ ਲੈਣਾ ਦੇਣਾ ਹੀ ਨਹੀਂ ਹੈਗਾ। ਅੱਛਾ, ਉਹਦਾ ਸਟੇਟਸ ਨਾਲ ਕੋਈ ਲੈਣਾ ਦੇਣਾ ਨਹੀਂ? ਨਹੀਂ ਨਹੀਂ ਨਹੀਂ, ਅਸੀਂ ਬਿਲਕੁਲ ਬਾਹਰੋਂ ਰਹਿ ਕੇ ਵੀ ਉਹਨੂੰ ਮੇਨਟੇਨ ਕਰ ਬਿਲਕੁਲ ਬਿਲਕੁਲ ਬਿਲਕੁਲ। ਸਕਦੇ? ਹਾਂਜੀ, ਹੁਣ ਅਸੀਂ ਅੱਗੇ ਆਈਏ ਤੇ ਸਾਨੂੰ ਥੋੜਾ ਜਿਹਾ ਇਹਦਾ ਰਸਤਾ ਦੱਸੋਗੇ ਜਿਹੜਾ ਸਕਿੱਲ ਟ੍ਰੇਡ ਦਾ, ਜਿਹੜਾ ਸਾਨੂੰ ਪੀਆਰ ਤੱਕ ਲੈ ਕੇ ਜਾਂਦਾ? ਬਿਲਕੁਲ, ਮੈਂ ਇਹਦੇ ਬਾਰੇ ਇੱਕ ਇੱਕ ਮੈਂ ਪੀਡੀਐਫ ਵੀ ਬਣਾਈ ਹੋਈ ਹੈ, ਜਿਸ 'ਚ ਸਟੈਪ ਬਾਈ ਸਟੈਪ ਸਾਰਾ ਮੇਨਟੇਨ ਕੀਤਾ ਹੋਇਆ। ਆਈ ਥਿੰਕ ਅਗਰ ਹੋ ਸਕੇ ਤਾਂ ਮੈਂ ਉਹਦਾ ਲਿੰਕ ਵੀ ਇੱਥੇ ਲਿਖਾਂਗਾ। ਬਟ ਸਭ ਤੋਂ ਪਹਿਲਾ ਸਟੈਪ ਇਹ ਹੈ ਕਿ ਤੁਸੀਂ ਆਪਣੀ ਜਿਹੜੀ ਅਸੈਸਮੈਂਟ ਐਪਲੀਕੇਸ਼ਨ ਹੈ ਉਹ ਸ਼ੁਰੂ ਕਰਨੀ ਹੈ। ਠੀਕ ਹੈ, ਆਪਣਾ ਐਕਸਪੀਰੀਅੰਸ ਅਗਰ ਤੁਹਾਡਾ ਰਿਕੁਆਇਰਡ ਐਕਸਪੀਰੀਅੰਸ ਤੋਂ ਉੱਪਰ ਹੋ ਜਾਂਦਾ, ਤੇ ਤੁਸੀਂ ਸਾਨੂੰ ਕੰਟੈਕਟ ਕਰੋ। ਤੁਹਾਡਾ ਪ੍ਰੋਪਰਲੀ ਉਹਦੀ ਐਪਲੀਕੇਸ਼ਨ ਬਣਾ ਕੇ, ਤੁਹਾਡੀ ਐਕਸਪੀਰੀਅੰਸ ਨੂੰ ਵੈਲੀਡੇਟ ਕਰਕੇ ਐਪਲੀਕੇਸ਼ਨ ਕਰ ਦੇਣੀ ਆ ਅਸੀਂ, ਡਿਪੈਂਡਿੰਗ ਅਪੋਨ ਕਿਹੜੇ ਪ੍ਰੋਵਿੰਸ 'ਚ ਤੁਸੀਂ ਆਣਾ। ਜਦੋਂ ਪ੍ਰੋਵਿੰਸ਼ੀਅਲ ਅਥਾਰਟੀ ਨੇ 1 ਮਹੀਨਾ 2 ਮਹੀਨੇ 3 ਮਹੀਨੇ ਲਗਾ ਕੇ ਉਹਨਾਂ ਨੂੰ ਅਪਰੂਵ ਕਰਤਾ, ਤੁਹਾਨੂੰ ਉਹਨਾਂ ਨੇ ਲੈਟਰ ਦੇ ਦੇਣਾ ਜੀ, ਵੀ ਹੈਵ ਅਪਰੂਵਡ ਯੂਅਰ ਅਸੈਸਮੈਂਟ, ਨਾਓ ਯੂ ਕੈਨ ਕਮ ਟੂ ਕੈਨੇਡਾ ਐਂਡ ਰਾਈਟ ਦੀ ਐਗਜ਼ਾਮ। ਉਸ ਤੋਂ ਬਾਅਦ ਤੁਸੀਂ ਵਿਜ਼ਿਟਰ ਵੀਜ਼ਾ ਐਪਲੀਕੇਸ਼ਨ ਲਗਾ ਸਕਦੇ ਹੋ ਐਗਜ਼ਾਮ ਦੇਣ ਲਈ, ਤੇ ਉਦੋਂ ਉਹ ਡਿਪੈਂਡ ਕਰਦੀ ਹੈ ਤੁਹਾਡੇ ਪਰਸਨਲ ਸਿਚੁਏਸ਼ਨ ਦੇ ਉੱਪਰ, ਕਿਉਂਕਿ ਵਿਜ਼ਿਟਰ ਵੀਜ਼ਾ ਦੀ ਰਿਕੁਆਇਰਮੈਂਟ ਹੁੰਦੀਆਂ ਨੇ ਕਿ ਤੁਸੀਂ ਸ਼ੋਅ ਕਰਨਾ ਵੀ ਤੁਸੀਂ ਇੱਥੋਂ ਵਾਪਸ ਚਲੇ ਜਾਣਾ। ਅਗਰ ਤੁਸੀਂ ਉਹ ਐਸਟੈਬਲਿਸ਼ ਕਰ ਦਿੰਦੇ ਹੋ ਵੀ ਮੈਂ ਤੇ ਐਗਜ਼ਾਮ ਦੇਣ ਲਈ ਆ ਰਿਹਾ, ਉਹ ਮੇਰੇ ਲਈ ਮੈਂਡੇਟਰੀ ਹੈ, ਮੈਨੂੰ ਜ਼ਰੂਰਤ ਹੈ ਐਗਜ਼ਾਮ ਦੀ, ਉਸ ਤੋਂ ਬਾਅਦ ਮੇਰੇ ਇੰਡੀਆ ਜਾਂ ਜਿਹੜੀ ਵੀ ਕੰਟਰੀ ਤੁਸੀਂ ਆ ਰਹੇ ਉਹ ਉੱਥੇ ਵਾਪਸ ਜਾਣ ਦੇ ਆਹ ਰੀਜ਼ਨਸ ਨੇ, ਤੇ ਮੇਰੇ ਕੋਲ ਫਾਈਨੈਂਸ਼ੀਅਲ ਕੈਪੇਬਿਲਿਟੀ ਹੈਗੀ ਆ ਸਾਰੀ ਟ੍ਰਿਪ ਨੂੰ ਕਵਰ ਕਰਨ ਦੀ, ਤੇ ਅੱਗੇ ਮੇ ਵੀ ਤੁਹਾਡੀ ਟਰੈਵਲ ਹਿਸਟਰੀ ਆ ਬਾਕੀ ਸਾਰਾ ਕੁਝ ਐਡ ਕਰਕੇ ਅਸੀਂ ਐਪਲੀਕੇਸ਼ਨ ਬਣਾ ਕੇ ਲਗਾ ਦੇਣੀ। ਜਦੋਂ ਐਪਲੀਕੇਸ਼ਨ ਅਪਰੂਵ ਹੋ ਗਈ, ਤੁਸੀਂ ਇੱਥੇ ਆ ਕੇ ਐਗਜ਼ਾਮ ਦੇ ਸਕਦੇ ਹੋ। ਇਹ ਸੈਕਿੰਡ ਸਿਚੁਏਸ਼ਨ ਇਹ ਹੁੰਦੀ ਹੈ ਕਿ ਜਦੋਂ ਤੁਹਾਡਾ ਅਸੈਸਮੈਂਟ ਅਪਰੂਵ ਹੋ ਜਾਂਦੀ ਹੈ ਨਾ, ਤੇ ਤੁਸੀਂ EMPLOYERS ਨੂੰ ਵੀ ਰੀਚ ਆਊਟ ਕਰ ਸਕਦੇ ਹੋ। ਸਾਡੇ ਬੜੇ ਸਾਰੇ ਕਲਾਇੰਟਸ ਨੇ ਇਦਾਂ ਕੀਤਾ ਹੈ। ਤੇ EMPLOYERS ਵੀ ਅਗਰ ਉਹਨਾਂ ਕੋਲ ਜ਼ਰੂਰਤ ਹੈਗੀ ਆ, ਹੁਣ ਟ੍ਰੇਡਸ ਦੀ ਰਿਕੁਆਇਰਮੈਂਟ ਬਹੁਤ ਜ਼ਿਆਦਾ ਹੈ ਕੈਨੇਡਾ ਦੇ ਵਿੱਚ। ਟ੍ਰੇਡਸ ਦੇ ਮੈਂ ਹੁਣ ਇੱਕ ਤੋਂ ਬਾਅਦ ਦਿਖਾਊਂਗਾ ਤੁਹਾਨੂੰ ਕਿ ਗਵਰਨਮੈਂਟ ਆਫ ਕੈਨੇਡਾ ਦੀ ਸਟੇਟਮੈਂਟ ਕੀ ਹੈ ਇਹਦੇ ਬਾਰੇ। ਜਦੋਂ ਤੁਸੀਂ EMPLOYERS ਨੂੰ ਰੀਚ ਆਊਟ ਕਰਦੇ ਹੋ ਜੀ, ਮੈਂ ਟ੍ਰੇਡ ਅਥਾਰਟੀ ਤੋਂ ਅਸੈਸਮੈਂਟ ਮੇਰੇ ਕੋਲ ਅਪਰੂਵਲ ਆ ਗਈ ਹੈ, ਤਾਂ ਤੁਸੀਂ ਅਗਰ ਮੈਨੂੰ ਹਾਇਰ ਕਰਦੇ ਹੋ ਤਾਂ ਮੈਂ ਵਰਕ ਪਰਮਿਟ ਅਪਲਾਈ ਕਰਕੇ ਇੱਥੇ ਆ ਜਾਣਾ, ਮੈਂ ਐਗਜ਼ਾਮ ਦੇ ਕੇ ਮੈਨੂੰ ਲਾਇਸੈਂਸ ਮਿਲ ਜਾਣਾ। ਸੋ ਯੂ ਵਿਲ ਇਵੈਂਚੁਅਲੀ ਹੈਵ ਅ ਲਾਇਸੈਂਸ ਪਰਸਨ ਵਰਕਿੰਗ ਫॉर ਯੂ। ਠੀਕ ਹੈ, ਉੱਥੇ EMPLOYER ਜਿਹੜੇ ਵੀ ਇੰਟਰਸਟਿਡ ਹੋ ਜਾਂਦੇ ਨੇ ਕਿ ਹਾਂ ਵੀ ਮੇਰੇ ਕੋਲ ਅਗਰ ਬੰਦਾ ਆ ਰਿਹਾ, ਇਹਦਾ ਅਸੈਸਮੈਂਟ ਅਪਰੂਵ ਹੋ ਗਈ ਆ, ਤੇ ਇਹਨੇ ਐਸਟੈਬਲਿਸ਼ ਕਰਤਾ ਆ, ਟ੍ਰੇਡ ਅਥਾਰਟੀ ਨੇ ਵੈਰੀਫਾਈ ਕਰ ਲਿਆ ਕਿ ਇਹਦੇ ਕੋਲ ਐਕਸਪੀਰੀਅੰਸ ਹੈਗਾ। ਠੀਕ ਹੈ, ਤੇ ਉਸ ਸਿਚੁਏਸ਼ਨ ਤੁਸੀਂ ਵਰਕ ਪਰਮਿਟ ਐਪਲੀਕੇਸ਼ਨ ਲਗਾ ਸਕਦੇ ਹੋ। ਜਿਹੜੀ ਬੈਸਟ ਉਸ ਤੋਂ ਵੀ ਉੱਪਰ ਚੀਜ਼ ਹੋ ਸਕਦੀ ਹੈ ਕਿ ਕਈ ਪ੍ਰੋਵਿੰਸਸ ਹੈਗੀਆਂ ਨੇ, ਜਿੱਦਾਂ ਸਸਕੈਚਵਨ ਹੈ, ਉੱਥੇ ਆਪਸ਼ਨ ਇਹ ਹੈ ਕਿ ਅਗਰ ਸਸਕੈਚਵਨ ਦਾ ਪ੍ਰੋਗਰਾਮ ਹੈ ਕਿ ਫੋਰਨ ਨੈਸ਼ਨਲ ਵਿਦ ਕੈਨੇਡੀਅਨ ਜੌਬ ਆਫਰ, ਹੈ ਨਾ, ਉਹਦੇ ਵਿੱਚ ਕੀ ਹੈ ਕਿ ਅਗਰ ਤੁਹਾਨੂੰ ਜੌਬ ਆਫਰ ਕੈਨੇਡਾ ਦਾ ਮਿਲਦਾ ਹੈ ਕੈਨੇਡੀਅਨ EMPLOYER ਤੋਂ, ਸਸਕੈਚਵਨ ਦੇ EMPLOYER ਤੋਂ, ਜੋ ਕਿ ਸਸਕੈਚਵਨ ਗਵਰਨਮੈਂਟ ਦੇ ਨਾਲ ਰਜਿਸਟਰਡ ਹੈ, ਤੇ ਤੁਸੀਂ ਸਿੱਧੀ ਪਰਮਨੈਂਟ ਰੈਜ਼ੀਡੈਂਸੀ ਦੀ ਐਪਲੀਕੇਸ਼ਨ ਵੀ ਲਗਾ ਸਕਦੇ ਹੋ। ਅੱਛਾ। ਠੀਕ ਹੈ, ਤੇ ਸਾਡੀ ਇੱਕ ਕਲਾਇੰਟ ਦੀ ਇਦਾਂ ਦੀ ਐਪਲੀਕੇਸ਼ਨ ਵੈਲਡਰ ਦੀ ਚੱਲ ਰਹੀ ਆ। ਠੀਕ ਹੈ, ਤੇ ਉਹ ਪੋਸੀਬਿਲਿਟੀ ਹੁੰਦੀ ਹੈ। ਤਾਂ ਹੁਣ ਇੱਥੇ ਮੈਂ ਕਲੀਅਰ ਕਰ ਦਿੰਦਾ ਚਾਹੁੰਦਾ ਕਿ ਅਸੀਂ ਇੱਕ ਰਿਕਰੂਟਮੈਂਟ ਕੰਪਨੀ ਨਹੀਂ ਹੈਗੇ, ਅਸੀਂ ਤੁਹਾਨੂੰ ਜੌਬਸ ਲੱਭ ਕੇ ਨਹੀਂ ਦੇ ਸਕਦੇ।
ਬਟ ਅਗਰ ਸਾਡੇ ਕੋਲ ਤੁਸੀਂ ਆਉਂਦੇ ਹੋ, ਸਾਡਾ ਪ੍ਰੋਸੈਸ ਇਹ ਹੈ ਕਿ ਤੁਹਾਨੂੰ ਅਸੀਂ ਡਾਇਰੈਕਟ ਕਰ ਦਾਂਗੇ ਵੀ ਹਾਂਜੀ ਆਹ ਜਗ੍ਹਾ ਤੇ ਜਾਓ, ਇੱਥੇ ਜੌਬਸ ਅਪਲਾਈ ਕਰੋ, ਤੇ ਤੁਹਾਡੀ ਪੋਸਿਬਿਲਿਟੀ ਹੈਗੀ ਹੈ ਇੰਪਲੋਇਮੈਂਟ ਮਿਲਣ ਦੀ, ਤੇ ਇਹ ਮਿਲਦੀ ਹੈ। ਤੇ ਫਿਊਚਰ ਦੇ ਵਿੱਚ ਤੁਹਾਨੂੰ ਵੀਡੀਓਜ਼ ਬਣਾ ਕੇ ਜਿਹੜੇ ਕਲਾਇੰਟਸ ਨਾਲ ਇਹ ਪ੍ਰੋਸੈਸ ਕੰਪਲੀਟ ਹੁੰਦੇ ਆ, ਤੇ ਅਗਰ ਉਹ ਅਲਾਉ ਕਰਦੇ ਉਦੋਂ ਦੀ ਵੀਡੀਓਜ਼ ਬਣਾਉਣਾ, ਤੁਹਾਨੂੰ ਉਹ ਵੀਡੀਓਜ਼ ਵੀ ਦਿਖਾਵਾਂਗੇ। ਓਕੇ, ਸੋ ਇਹਦਾ ਮਤਲਬ ਜੌਬ ਆਫਰ ਹੈਗੀ ਹੈ ਤੇ ਸਿੱਧਾ ਹੀ ਪੀਆਰ ਲਾ ਸਿੱਧੀ, ਹਾਂ, ਉਹ ਸਾਰੇ ਪ੍ਰੋਵਿੰਸਿਸ 'ਚ ਨਹੀਂ ਹੁੰਦਾ, ਤੇ ਉਹ ਕਈ ਪ੍ਰੋਵਿੰਸਿਸ ਹੁੰਦਾ। ਤੇ ਹੁਣ ਹਾਂ, ਤੇ ਹੁਣ ਆਪਾਂ ਇਦਾਂ ਦੀ ਗੱਲ ਕਰਦੇ ਹਾਂ ਕਿ ਪ੍ਰੋਵਿੰਸ਼ੀਅਲ ਪ੍ਰੋਗਰਾਮਸ ਵੀ ਕਾਫੀ ਸਾਰੇ ਹੈਗੇ ਨੇ। ਹੁਣ ਓਨਟਾਰੀਓ ਦੇ ਵਿੱਚ ਰੀਸੈਂਟਲੀ 2 ਡਰਾ ਜਿਹੜੇ ਲੇਟੈਸਟ ਆਏ ਨੇ, ਉਹਦੇ ਵਿੱਚ ਉਹਨਾਂ ਨੇ ਸਪੈਸੀਫਿਕਲੀ ਸਕਿਲਡ ਟ੍ਰੇਡਸ ਦੇ ਡਰਾ ਕੱਢੇ ਨੇ, ਜਿਨ੍ਹਾਂ ਦੇ ਕਲਾਇੰਟਸ ਦੀ 1-1 ਸਾਲ ਦਾ ਕੈਨੇਡਾ ਦਾ ਓਨਟਾਰੀਓ ਦਾ ਐਕਸਪੀਰੀਅੰਸ ਹੈ ਟ੍ਰੇਡਸ ਦੇ ਵਿੱਚ, ਤੇ ਉਹਨਾਂ ਦੇ ਪੁਆਇੰਟਸ ਵੀ ਅਰਾਊਂਡ ਐਕਸਪ੍ਰੈਸ਼ਨ ਦੇ ਵਿੱਚ 310 ਦੇ ਆਸ-ਪਾਸ ਸੀ। ਤੇ ਉਹ 1400 ਬੰਦਿਆਂ ਨੂੰ ਇੱਕ ਡਰਾ ਕੀਤਾ ਸੀ, ਅਰਾਊਂਡ 1000 ਬੰਦਿਆਂ ਨੂੰ ਉਹਨਾਂ ਨੇ ਇੱਕ ਡਰਾ, ਮਤਲਬ 2400 ਬੰਦਿਆਂ ਨੂੰ ਉਹਨਾਂ ਨੇ ਪਰਮਨੈਂਟ ਰੈਜ਼ੀਡੈਂਸੀ ਲਈ ਨੋਮੀਨੇਟ ਕੀਤਾ, ਆਲਮੋਸਟ ਪਿਛਲੇ ਮਹੀਨੇ ਦੇ ਵਿੱਚ ਵੀ। ਗਿਣਤੀ ਦੀ ਗੱਲ ਆਪਾਂ ਤੁਹਾਡੇ ਨਾਲ ਬਾਅਦ ਚ ਕਰਾਂਗੇ। 1400 ਦੇ ਫਿਗਰ ਤੇ ਤੁਸੀਂ ਗੱਲ ਕਰ ਰਹੇ ਹੋ, ਹਾਂ, ਉਹ ਗਿਣਤੀ ਮੈਨੂੰ ਕਾਫੀ ਲੰਬੀ ਵੱਡੀ ਲੱਗ ਰਹੀ ਹੈ। ਬਾਅਦ ਚ ਮੈਨੂੰ ਪਤਾ ਤੁਸੀਂ ਇਹਦੇ ਬਾਰੇ ਵੀ ਗੱਲ ਕਰਨਾ ਚਾਹੋਗੇ, ਤੇ ਤੇ ਮੈਂ ਉਹ ਅਗਰ ਆਪਣੇ ਕੋਲ ਟਾਈਮ ਹੈਗਾ ਤਾਂ ਮੈਂ ਹੁਣੇ ਤੁਹਾਨੂੰ ਦਿਖਾਉਣਾ ਕਿ ਕੈਨੇਡੀਅਨ ਗਵਰਨਮੈਂਟ ਦਾ ਸਟਾਂਸ ਕੀ ਹੈ, ਤੇ ਉਹਨਾਂ ਬਿਲਕੁਲ ਦੀ ਬਿਲਕੁਲ ਜਿਹੜੀ ਹੈ ਸਟੇਟਮੈਂਟ ਕੀ ਹੈ। तो आज ਤੁਸੀਂ ਦੇਖ ਸਕਦੇ ਹੋ ਕਿ ਇਹ canada.ca ਦੀ ਵੈਬਸਾਈਟ ਹੈ, ਠੀਕ ਹੈ ਜੀ। ਗਵਰਨਮੈਂਟ ਆਫ ਕੈਨੇਡਾ ਪ੍ਰਮੋਟਸ ਇਨ ਡਿਮਾਂਡ ਸਕਿਲ ਟ੍ਰੇਡਸ ਐਜ਼ ਫਰਸਟ ਚੁਆਇਸ ਆਫ ਕਰੀਅਰ ਪਾਥ, ਠੀਕ ਹੈ। ਤੇ the most recent projection estimate about 700,000 skilled trade workers are expected to retire between 2019 and 2028. ਸੋ ਆਉਣ ਵਾਲੇ 10 ਸਾਲਾਂ ਦੇ ਵਿੱਚ 7 ਲੱਖ ਜੌਬ ਵੈਕੈਂਸੀਜ਼ ਨੇ ਇਸ ਟ੍ਰੇਡ ਐਪਲੀਕੇਸ਼ਨ ਦੇ ਵਿੱਚ। ਤੇ ਇਹ ਡੈਫੀਨਿਟਲੀ ਬਹੁਤ ਅੱਛੀ ਚੀਜ਼ ਹੈ ਜਿਹੜੇ ਲੋਕ ਇਸ ਟ੍ਰੇਡਸ ਦੇ ਵਿੱਚ ਹੈਗੇ ਨੇ ਉਹਨਾਂ ਦੇ ਲਈ। ਬਟ ਅਗਰ ਤੁਸੀਂ ਜਦੋਂ ਮੈਂ ਪਹਿਲਾਂ ਆਪਾਂ ਗੱਲ ਕੀਤੀ ਸੀ ਐਕਸਪ੍ਰੈਸ ਐਂਟਰੀ ਦੇ ਬਾਰੇ, ਤੇ ਹੁਣ ਅਗਰ ਆਪਾਂ ਚੈੱਕ ਕਰੀਏ ਰਾਉਂਡਸ ਆਫ ਇਨਵੀਟੇਸ਼ਨ ਪ੍ਰੀਵੀਅਸ ਰਾਉਂਡਸ, ਤੇ ਤੁਸੀਂ ਇੱਥੇ ਦੇਖਣਾ ਆ ਟ੍ਰੇਡਸ ਦੇ ਡਰਾਸ। ਸੋ ਲਾਸਟ ਜਿਹੜਾ ਫੈਡਰਲ ਸਕਿੱਲ ਟ੍ਰੇਡ ਦਾ ਡਰਾ ਕੱਢਿਆ ਸੀ ਇਹਨਾਂ ਨੇ ਅਗਸਤ 6 2020, ਠੀਕ ਹੈ। ਉਹਦੇ ਵਿੱਚ ਇਹਨਾਂ ਨੇ 250 ਬੰਦੇ ਬੁਲਾਏ ਸੀ ਬਸ। ਉਹਨਾਂ ਦਾ ਸਕੋਰ ਦੇਖ ਲਓ, ਸੀਆਰਐਸ ਸਕੋਰ 415 ਸੀਗਾ, ਤੇ ਔਨ ਐਨ ਐਵਰੇਜ ਅਰਾਊਂਡ 300 332 284 500 500 500 ਆਲਮੋਸਟ ਹਰ ਸਾਲ 500। ਤੇ ਇਹ ਮੈਨੂੰ ਜਿਹੜੀ ਸ਼ਿਕਾਇਤ ਹੈ ਫੈਡਰਲ ਗਵਰਨਮੈਂਟ ਤੋਂ ਕਿ ਅਗਰ ਐਡੀ ਜ਼ਿਆਦਾ ਰਿਕੁਆਇਰਮੈਂਟ ਹੈਗੀ ਹੈ ਤੇ ਤੁਸੀਂ ਫੈਡਰਲ ਟ੍ਰੇਡਸ ਦੇ ਡਰਾਸ ਕਿਉਂ ਨਹੀਂ ਤੁਸੀਂ ਕਰ ਰਹੇ, ਤੇ ਤੁਸੀਂ ਜ਼ਿਆਦਾ ਲੋਕਾਂ ਨੂੰ ਇਨਵਾਈਟ ਕਿਉਂ ਨਹੀਂ ਕਰ ਰਹੇ। ਇਹਦੇ ਨਾਲ 7 ਲੱਖ ਦਾ ਘਾਟਾ ਥੋੜਾ ਪੂਰਾ ਹੋ ਸਕਦਾ ਹੈ ਆਉਣ ਵਾਲੀ। ਬਿਲਕੁਲ ਜੀ ਬਿਲਕੁਲ। ਮੇਬੀ ਉਹਦਾ ਰੀਜ਼ਨ ਇੱਕ ਇਹ ਵੀ ਹੈ ਨਾ, ਕਿਉਂਕਿ ਫੈਡਰਲ ਸਕਿੱਲ ਟ੍ਰੇਡਸ ਲਈ ਐਲੀਜੀਬਲ ਹੋਣ ਲਈ ਤੁਹਾਨੂੰ ਜਾਂ ਤਾਂ ਜੌਬ ਆਫਰ ਚਾਹੀਦਾ ਜਾਂ ਸਰਟੀਫਿਕੇਸ਼ਨ ਆਫ ਕੁਆਲੀਫਿਕੇਸ਼ਨ ਪਲੱਸ 2 ਇਅਰਸ ਆਫ ਐਕਸਪੀਰੀਅੰਸ। ਉਹ ਇੱਕ ਤੇ ਸੋ ਪ੍ਰੋਸੈਸ ਬਾਹਰੋਂ ਬੈਠੇ ਲੋਕ, ਹਾਂ, ਇੱਕ ਤੇ ਪ੍ਰੋਸੈਸ ਵੀ ਬੜਾ ਕੰਪਲਿਕੇਟਡ ਹੈ। ਹਾਂ, ਇੱਕ ਸੈਕੰਡਲੀ ਜਿਹੜੀ ਗੱਲ ਤੁਸੀਂ ਕਹੀ ਹੈ ਕਿ ਉਹ ਪ੍ਰੋਸੈਸ ਦੀ ਅਵੇਅਰਨੈਸ ਘੱਟ ਹੈ ਲੋਕਾਂ 'ਚ। ਬਿਲਕੁਲ ਬਿਲਕੁਲ। ਲੋਕਾਂ ਨੂੰ ਪਤਾ ਨਹੀਂ, ਲੋਕਾਂ 'ਚ ਸਭ ਕੁਝ ਉਹਨਾਂ ਦੀ ਰਿਕੁਆਇਰਮੈਂਟ ਫੁੱਲਫਿਲ ਕਰਦੇ ਆ, ਲੇਕਿਨ ਉਹ ਅਪਲਾਈ ਨਹੀਂ ਕਰ ਪਾਉਂਦੇ ਕਿਉਂਕਿ ਉਹਨੂੰ ਪਤਾ ਹੀ ਨਹੀਂ ਕਿ ਫੈਡਰਲ ਸਕਿੱਲ ਟ੍ਰੇਡ ਇਮੀਗ੍ਰੇਸ਼ਨ ਪ੍ਰੋਗਰਾਮ ਚੱਲਦਾ ਕਿਸ ਤਰ੍ਹਾਂ। ਬਿਲਕੁਲ। ਤੇ ਇਹਦੇ ਰਿਲੇਟਡ ਮੈਂ ਆਰਟੀਕਲਸ ਵੀ ਲਿਖੇ ਨੇ, ਵੀਡੀਓਜ਼ ਵੀ ਬਣਾਈਆਂ ਨੇ, ਇਮੀਗ੍ਰੇਸ਼ਨ ਮਿਨਿਸਟਰਸ ਨੂੰ ਅਸੀਂ ਟੈਗ ਵੀ ਕੀਤਾ ਉਹਨਾਂ ਆਰਟੀਕਲਸ ਤੇ ਵੀਡੀਓਜ਼ ਤੇ ਹੋਪਫੁਲੀ ਤਾਂ ਕਿ ਕੋਈ ਨਾ ਕੋਈ ਤਾਂ ਇਹਨਾਂ ਚੀਜ਼ਾਂ ਨੂੰ ਸੁਣੇ ਕਿ ਭਈਆ ਦੇਖੋ ਯਾਰ ਐਡੀ ਵੱਡੀ ਪ੍ਰੋਬਲਮ ਹੈ ਤੇ ਉਹਨੂੰ ਪ੍ਰੋਬਲਮ ਨੂੰ ਸੋਲਵ ਕਰਨ ਲਈ ਆਪਾਂ ਕਰ ਕੀ ਰਹੇ ਹਾਂ। ਬਿਲਕੁਲ ਬਿਲਕੁਲ। ਠੀਕ ਹੈ। ਤੇ ਮੇਰੇ ਅਕੋਰਡਿੰਗ ਜਿਹੜੀ ਪ੍ਰੋਬਲਮ ਨੂੰ ਸੋਲਵ ਕਰਨ ਲਈ ਪਹਿਲੇ ਹੀ ਸਟੈਪ ਤਾਂ ਇਹ ਆ ਕਿ ਜਿਹੜੇ ਸਕਿੱਲ ਟ੍ਰੇਡ ਪ੍ਰੋਵਿੰਸ਼ੀਅਲ ਅਥਾਰਟੀ ਵੱਲੋਂ ਅਪਰੂਵ ਹੋ ਜਾਂਦੇ ਨੇ, ਕਿ ਤੁਸੀਂ ਅਸੈਸਮੈਂਟ ਅਪਰੂਵ ਹੋ ਗਈ ਹੈ ਐਗਜ਼ਾਮ ਦੋ, ਉਹਨਾਂ ਦੇ ਵੀਜ਼ੇ ਸੌਖੇ ਲੱਗਣੇ ਚਾਹੀਦੇ, ਠੀਕ ਹੈ। ਕਿਉਂਕਿ ਹੁਣ ਜਿੱਦਾਂ ਇਹਨਾਂ ਦੇ ਹਰ ਸਾਲ ਪ੍ਰੋਗਰਾਮ ਨਿਕਲਦੇ ਆ, ਪ੍ਰੋਗਰਾਮਸ ਜਿੱਦਾਂ ਕਿ ਗਲੋਬਲ ਟੈਲੈਂਟ ਸਟਰੀਮ ਹੈ, ਕਿ ਜਿਹੜੇ ਹਾਈ ਸਕਿਲਡ ਬੰਦੇ ਉਹਨਾਂ ਦਾ 1 ਮਹੀਨੇ ਦੇ ਵਿੱਚ ਵੀਜ਼ਾ ਅਪਰੂਵ ਹੋਏਗਾ, ਵਰਕ ਪਰਮਿਟ ਅਪਰੂਵ ਹੋਏਗਾ। ਫਿਰ ਇਹਨਾਂ ਦੇ ਪ੍ਰੋਗਰਾਮਸ ਹੁੰਦੇ ਜਿੱਦਾਂ ਫੂਡ ਸੈਕਟਰ ਦੇ ਵਿੱਚ ਨੇ, ਜਾਂ ਮੈਡੀਕਲ ਸੈਕਟਰ ਦੇ ਵਿੱਚ ਨੇ, ਵੀ ਅਗਰ ਰਿਕੁਆਇਰਮੈਂਟ ਹੈਗੀ ਉਹਨਾਂ ਦੀ ਫਾਸਟ ਪ੍ਰੋਸੈਸਿੰਗ ਹੋਏਗੀ। ਆਈ ਡੋਂਟ ਨੋ ਵਾਈ ਸਕਿੱਲ ਟ੍ਰੇਡਸ ਦੇ ਨਾਲ ਇਦਾਂ ਕਿਉਂ ਨਹੀਂ ਕਰਦੇ, ਠੀਕ ਹੈ। ਉਹ ਕਰਨਾ ਚਾਹੀਦਾ ਇਹਨਾਂ ਨੂੰ। ਫਿਰ ਦੂਸਰੀ ਗੱਲ ਹੈ, ਜਿਹੜਾ ਫੈਡਰਲ ਸਕਿੱਲ ਟ੍ਰੇਡ ਦੀ ਰਿਕੁਆਇਰਮੈਂਟ ਹੈ ਵੀ ਜੌਬ ਆਫਰ ਹੋਵੇ ਜਾਂ ਸਰਟੀਫਿਕੇਸ਼ਨ ਆਫ ਕੁਆਲੀਫਿਕੇਸ਼ਨ ਪਲੱਸ 2 ਇਅਰਸ ਆਫ ਐਕਸਪੀਰੀਅੰਸ। ਕਈ ਲੋਕ ਉਹ ਮੰਨਦੇ ਨਹੀਂ ਹੈਗੇ ਵੀ ਇਦਾਂ ਹੁੰਦਾ, ਬਟ ਆ ਲੁੱਕ ਐਟ ਦਿਸ। ਅਗਰ ਆਪਾਂ ਫੈਡਰਲ ਸਕਿੱਲ ਟ੍ਰੇਡ ਦੀ ਰਿਕੁਆਇਰਮੈਂਟ ਦੇਖੀਏ, ਵਰਕ ਐਕਸਪੀਰੀਅੰਸ ਦੀ ਮਿਨੀਮਮ ਰਿਕੁਆਇਰਮੈਂਟ ਕਿੱਥੇ ਗਿਆ, ਵਰਕ ਐਕਸਪੀਰੀਅੰਸ ਦੇਖੋ ਇੱਥੇ ਲਿਖਿਆ ਵਰਕ ਐਕਸਪੀਰੀਅੰਸ ਓਨਲੀ ਕਾਊਂਟਸ ਆਫਟਰ ਯੂ ਕੁਆਲੀਫਾਈ ਟੂ ਇੰਡੀਪੈਂਡੈਂਟਲੀ ਪ੍ਰੈਕਟਿਸ ਇਨ ਦੀ ਆਕੂਪੇਸ਼ਨ। ਇੰਡੀਪੈਂਡੈਂਟਲੀ ਪ੍ਰੈਕਟਿਸ ਇਨ ਦੀ ਆਕੂਪੇਸ਼ਨ ਦਾ ਮਤਲਬ ਇਹ ਹੈ ਕਿ ਤੁਹਾਡੇ ਕੋਲ ਉਹਦਾ ਲਾਇਸੈਂਸ ਹੈ, ਸਰਟੀਫਿਕੇਸ਼ਨ ਆਫ ਕੁਆਲੀਫਿਕੇਸ਼ਨ।
ਤੇ ਇਹ ਮਤਲਬ ਬਹੁਤ ਵੱਡਾ ਬਾਰ ਹੈ ਜੋ ਹੋਣਾ ਨਹੀਂ ਚਾਹੀਦਾ ਲੋਕਾਂ ਨੂੰ ਐਲੀਜੀਬਿਲਿਟੀ ਕਰਨ ਦਾ। ਜਦੋਂ ਇੱਕ ਪ੍ਰੋਵਿੰਸ਼ੀਅਲ ਟ੍ਰੇਡ ਅਥਾਰਟੀ ਨੇ ਤੁਹਾਨੂੰ ਕਹਿਤਾ ਕਿ ਤੁਹਾਡੇ ਕੋਲ 4 5 6 ਜਾਂ 7 ਸਾਲ ਦਾ ਐਕਸਪੀਰੀਅੰਸ ਹੈਗਾ ਆ, ਤੇ ਅਸੀਂ ਤੁਹਾਨੂੰ ਅਲਾਉ ਕਰਦੇ ਇੱਥੇ ਆ ਕੇ ਐਗਜ਼ਾਮ ਦੇਣ ਲਈ, ਲਾਇਸੈਂਸ ਲੈਣ ਲਈ, ਤੇ ਇਮੀਗ੍ਰੇਸ਼ਨ ਉਹਨਾਂ ਤੋਂ ਵੀ ਉੱਪਰ ਬਣੇ ਬੈਠੇ ਕਿ ਸਾਨੂੰ ਜ਼ਿਆਦਾ ਪਤਾ ਹੈ, ਤੁਹਾਨੂੰ 2 ਸਾਲ ਦਾ ਹੋਰ ਐਕਸਪੀਰੀਅੰਸ ਚਾਹੀਦਾ। ਮਤਲਬ ਐਕਸਪੀਰੀਅੰਸ ਜਿਹੜਾ ਹੈ ਉਹ ਸਾਨੂੰ ਸਰਟੀਫਿਕੇਟ ਆਫ ਕੁਆਲੀਫਿਕੇਸ਼ਨ ਤੋਂ ਬਾਅਦ ਵਾਲਾ ਕਾਊਂਟ ਹੋਏਗਾ, ਹਾਂ, ਪਹਿਲੇ ਵਾਲਾ ਜ਼ੀਰੋ। ਪਹਿਲੇ ਵਾਲਾ ਕਾਊਂਟ ਹੁੰਦਾ ਪੁਆਇੰਟਸ ਲਈ, ਬਟ ਇਹਦੀ ਐਲੀਜੀਬਿਲਿਟੀ ਰਿਕੁਆਇਰਮੈਂਟ, ਇਹ ਮੇਰੇ ਹਿਸਾਬ ਨਾਲ ਇੱਕ ਗਲਿਚ ਹੈ ਜੋ ਕਿ ਇਹਨਾਂ ਨੂੰ ਇਮੀਗ੍ਰੇਸ਼ਨ ਵਾਲਿਆਂ ਨੂੰ ਠੀਕ, ਉਹ ਕਰਨਾ ਆਈਆਰਸੀਸੀ ਨੂੰ ਠੀਕ ਕਰਨਾ ਚਾਹੀਦਾ। ਬਿਲਕੁਲ ਜੀ, ਬਿਲਕੁਲ। ਉਹਦੇ ਫਿਰ ਇੱਕ ਹਿਸਾਬ ਨਾਲ ਜ਼ੀਰੋ ਹੋ ਗਿਆ ਨਾ ਅਪਲਾਈ ਹੁਣ ਕਰਨ ਫੋਰ ਦਾ। ਐਗਜ਼ਾਮਪਲ ਕੋਈ ਬੰਦਾ ਇੱਥੇ ਆਣਾ ਚਾਹ ਰਿਹਾ, ਉਹਦੇ ਕੋਲ 7 ਸਾਲ ਦਾ ਐਕਸਪੀਰੀਅੰਸ ਹੈ, ਟ੍ਰੇਡ ਅਥਾਰਟੀ ਨੇ ਉਹਨੂੰ ਅਪਰੂਵ ਕਰਤਾ ਹੈ, ਤੇ ਆ ਕੇ ਬਿਲਕੁਲ ਇੱਥੇ ਸਰਟੀਫਿਕੇਸ਼ਨ ਆਫ ਕੁਆਲੀਫਿਕੇਸ਼ਨ ਲੈਣਾ, ਉਹਦੇ ਕੋਲ ਆਲਰੇਡੀ ਯਾਰ ਇੰਨਾ ਐਕਸਪੀਰੀਅੰਸ ਹੈਗਾ, ਉਹ ਜੌਬ ਕਰ ਸਕਦਾ, ਟ੍ਰੇਡ ਅਥਾਰਟੀ ਨੇ ਅਪਰੂਵ ਕਰਤਾ, ਉਹਨੇ ਐਗਜ਼ਾਮ ਕੰਪਲੀਟ ਕਰ ਲਿਆ। ਕੈਨੇਡਾ ਨੂੰ ਜ਼ਰੂਰਤ ਹੈ, ਉਹਨੂੰ ਪਰਮਨੈਂਟ ਰੈਜ਼ੀਡੈਂਸੀ ਦੇਣੀ ਚਾਹੀਦੀ ਉਸ ਬੰਦੇ ਨੂੰ, ਬਿਲਕੁਲ ਰਾਈਟ ਅਵੇ ਉਹਨੂੰ ਦੇਣੀ ਚਾਹੀਦੀ ਹੈ। ਰਾਈਟ ਅਵੇ। ਇਸੀ ਪ੍ਰੋਸੈਸ ਹੈ, ਆਹ ਜਿਹੜੀ ਰਿਕੁਆਇਰਮੈਂਟ ਇਹਨੂੰ ਹਟਾ ਕੇ। ਬਿਲਕੁਲ ਬਿਲਕੁਲ 2 ਸਾਲ ਫਿਰ ਵੇਟ ਕਰਨੀ ਪੈਂਦੀ ਹੈ ਜਾਂ ਜੌਬ ਆਫਰ। ਬਿਲਕੁਲ ਬਿਲਕੁਲ, ਇਹ ਬਹੁਤ ਬਹੁਤ ਹੀ ਪ੍ਰੋਸੈਸ ਆਈ ਵੁੱਡ ਸੇ ਅਨਥਾਟਫੁਲ ਪ੍ਰੋਸੈਸ ਹੈ ਕਿ ਇਹ ਸਹੀ ਤਰੀਕੇ ਨਾਲ ਇਹਨਾਂ ਨੇ ਇਹਨੂੰ ਰਿਵਿਊ ਨਹੀਂ ਕੀਤਾ, ਤੇ ਇਹ ਐਸਕੇਲੇਟ ਹੋਈ ਜਾ ਰਹੀ ਹੈ ਪ੍ਰੋਬਲਮ। ਜਦ ਤੱਕ ਇਹਨਾਂ ਨੇ ਕਰਨਾ, ਰਿਅਲਾਈਜ਼ ਕਰਨਾ, ਉਦੋਂ ਤੱਕ ਬਹੁਤ ਸਾਰੇ EMPLOYERS ਜਿਹੜੇ ਨੇ, ਹਾਂ ਉਹ ਬਿਕੋਜ਼ ਆਫ ਨਾਟ ਹੈਵਿੰਗ ਦ ਰਾਈਟ ਕਾਈਂਡ ਆਫ ਪੀਪਲ ਵਰਕਿੰਗ ਫਰਮ them, ਕੰਪਨੀਆਂ ਬੰਦ ਹੋ ਰਹੀਆਂ ਨੇ। ਬਿਲਕੁਲ, ਉਹ ਕਿਉਂਕਿ ਰਿਕੁਆਇਰਮੈਂਟਸ ਹੀ ਨਹੀਂ ਪੂਰੀ ਹੋ ਰਹੀਆਂ, ਉਹਨਾਂ ਕੋਲ ਬੰਦੇ ਹੀ ਨਹੀਂ ਹੈਗੇ ਕੰਮ ਕਰਨ ਹੁਣ ਵਾਲੇ। ਮੈਂ ਆਪਣੀ ਆਪਣੀ ਗੱਲ ਦੱਸਦਾ, ਐਜ਼ ਅ ਸਰਵਿਸ ਮੈਨੇਜਰ ਅਸੀਂ ਪੰਪ ਟੈਕਨੀਸ਼ੀਅਨਸ ਹਾਇਰ ਕਰਨ ਲਈ 6-6 ਮਹੀਨੇ ਵੇਟ ਕਰਦੇ ਹੁੰਦੇ ਸੀ, ਕਿਉਂਕਿ ਜਿੱਦਾਂ ਦੀ ਰਿਕੁਆਇਰਮੈਂਟ ਚਾਹੀਦੀ ਹੈ, ਜਿੱਦਾਂ ਦਾ ਐਕਸਪੀਰੀਅੰਸ ਮਿਲਦਾ ਹੀ ਨਹੀਂ ਸੀ। ਲੋਕ 6 ਮਹੀਨੇ 6 ਮਹੀਨੇ ਨਾਰਮਲ ਸੀਗੇ ਇੱਕ ਬੰਦਾ ਹਾਇਰ ਕਰਨ ਵਾਸਤੇ। ਇੱਕ ਬੰਦਾ ਹਾਇਰ ਕਰਨ ਲਈ। that is ਠੀਕ ਹੈ। quite a big ਹੁਣ ਇਸੇ ਲਈ ਮੈਂ ਕਹਿੰਦਾ ਵੀ ਜਿਹੜੇ ਲੋਕੀ ਆਪਣੀ ਸਰਟੀਫਿਕੇਸ਼ਨ ਆਫ ਕੁਆਲੀਫਿਕੇਸ਼ਨ ਕਰ ਲੈਂਦੇ ਆ, ਰੀਚ ਆਊਟ ਟੂ EMPLOYERS, ਬਿਲਕੁਲ ਸਪੀਕ ਟੂ them, ਫੋਨ ਕਰ ਦੋ ਉਹਨਾਂ ਨੂੰ, ਕਿਉਂਕਿ ਉਹ ਮੇਰੇ ਕੋਲ ਬਿਲਕੁਲ ਭਾਈ ਫਾਇਦਾ ਹੋਏਗਾ। ਸਰਟੀਫਿਕੇਸ਼ਨ ਆਫ ਕੁਆਲੀਫਿਕੇਸ਼ਨ ਆ ਗਈ ਹੈ, ਅਪਰੂਵਲ ਆ ਗਿਆ, ਤੇ ਮੈਨੂੰ ਤੁਸੀਂ ਦਿਓ ਜੌਬ। ਹਾਂ ਬਿਲਕੁਲ, EMPLOYER ਤੇ ਰੈਡੀ ਹੋਣਗੇ ਬਿਲਕੁਲ ਤੇ 10 100%। ਬੰਦੇ ਨੂੰ ਕਾਲ ਕਰਾਂਗੇ, ਮੈਂ ਗਾਰੰਟੀ ਦਿੰਦਾ ਵੀ 10 ਚੋਂ 4 ਬੰਦੇ ਐਟਲੀਸਟ ਉਹਨਾਂ ਨਾਲ ਗੱਲ ਕਰਕੇ ਕਰਨਗੇ ਵੀ ਹਾਂ ਵੀ ਤੁਸੀਂ ਐਕਸਪੀਰੀਅੰਸ ਦੱਸੋ ਤੁਹਾਡਾ, ਕਿੱਥੇ ਹੋ ਤੁਸੀਂ, ਕਿੱਦਾਂ ਕਰ ਰਹੇ ਹੋ। ਬਿਲਕੁਲ ਠੀਕ, ਬਿਲਕੁਲ ਠੀਕ। ਹੁਣ ਇੱਕ ਹੋਰ ਚੀਜ਼ ਜਿਹੜੀ ਕਿ ਮੇਰੇ ਦਿਮਾਗ 'ਚ ਕੀ ਲੋਕ ਜਿਹੜੇ ਵੀ ਮੈਨੂੰ ਕੁਐਸਚਨ ਪੁੱਛਦੇ ਆ, ਬੜੀ ਇੰਪੋਰਟੈਂਟ ਹੈਗੀ ਹੈ ਕਿ ਅਸੀਂ ਆਪ ਜਿਹੜਾ ਸਕਿੱਲ ਟ੍ਰੇਡ ਪ੍ਰੋਗਰਾਮ ਹੈ PR ਵਾਸਤੇ, ਇਹਨੂੰ ਦੂਸਰੀਆਂ ਕੈਟਾਗਰੀਜ਼ ਨਾਲ ਕਿਸ ਤਰ੍ਹਾਂ ਕੰਪੇਅਰ ਕਰ ਸਕਦੇ ਹਾਂ? ਇਹਦਾ ਫਾਇਦਾ ਹੈ ਕਿ ਇਹ ਉਹਦਾ ਦੂਸਰੀਆਂ ਕੈਟਾਗਰੀ ਜ਼ਿਆਦਾ ਅਗਰ ਬੈਟਰ? ਤੁਹਾਡੀ ਐਲੀਜੀਬਿਲਿਟੀ ਇਸ ਪ੍ਰੋਗਰਾਮ 'ਚ ਬਣਦੀ ਹੈ, ਹਾਂ ਹਾਂ ਤੇ ਤੁਸੀਂ ਐਟਲੀਸਟ ਇਹਨੂੰ ਯੂਜ਼ ਕਰਕੇ ਵਰਕ ਪਰਮਿਟ ਤੇ ਲੈ ਕੇ ਕੈਨੇਡਾ ਦੇ ਵਿੱਚ ਜੌਬ ਸ਼ੁਰੂ ਕਰੋ। ਕਿਉਂਕਿ ਜਿੱਦਾਂ ਓਨਟਾਰੀਓ ਨੇ ਟ੍ਰੇਡਸ ਦੇ ਡਰਾ ਕਰਨੇ ਸ਼ੁਰੂ ਕਰਤੇ ਨੇ, ਇਹ ਸੇਮ ਪ੍ਰੋਸੈਸ ਹਰ ਪ੍ਰੋਵਿੰਸ ਦੇ ਵਿੱਚ ਰੈਪਲੀਕੇਟ ਹੋਣੇ ਵਾਲਾ ਹੈ। ਠੀਕ ਹੈ, ਅੱਛਾ ਕਿਉਂਕਿ ਉਹਨਾਂ ਨੂੰ ਹਰ ਪ੍ਰੋਵਿੰਸ ਨੂੰ ਜ਼ਰੂਰਤ ਹੈਗੀ ਆ ਟ੍ਰੇਡਸਮੈਨ ਦੀ। ਤੇ ਅਗਰ ਤੁਸੀਂ ਉੱਥੇ ਜੌਬ ਕਰਦੇ ਹੋ, ਚਾਹੇ ਤੁਸੀਂ ਟ੍ਰੇਡਸ ਦੇ ਕੋਈ ਸਪੈਸੀਫਿਕ ਉਹ ਬਣਾਉਣ ਆਪਣਾ ਪ੍ਰੋਗਰਾਮ, ਜਾਂ ਉਹਨਾਂ ਦੇ ਜਿਹੜੇ ਰੈਗੂਲਰ ਪ੍ਰੋਗਰਾਮਸ ਨੇ ਉੱਥੇ ਤੁਸੀਂ 1 ਸਾਲ 6 ਮਹੀਨੇ ਜਿੰਨਾ ਵੀ ਉਹਨਾਂ ਦੀ ਰਿਕੁਆਇਰਮੈਂਟ ਹੈ ਜੌਬ ਕਰਕੇ ਤੁਹਾਡੀ ਪਰਮਾਨੈਂਟ ਰੈਜ਼ੀਡੈਂਸੀ ਨੂੰ ਕੋਈ ਕੁਝ ਨਹੀਂ ਕਰ ਸਕਦਾ, ਬਸ਼ਰਤੇ ਜਿਹੜੀ ਤੁਸੀਂ ਮਿਨੀਮਮ ਰਿਕੁਆਇਰਮੈਂਟ ਹੈ ਐਜੂਕੇਸ਼ਨ ਦੀ, ਲੈਂਗੁਏਜ ਦੀ, ਉਹ ਤੁਸੀਂ ਪੂਰੀ ਕਰਦੇ ਹੋ। ਠੀਕ ਹੈ, ਤੇ ਅੱਗੇ ਜਾ ਕੇ ਟ੍ਰੇਡਸ ਦੇ ਵਿੱਚ ਹੁਣ ਜਿੱਦਾਂ ਤੁਹਾਨੂੰ ਪਤਾ ਹੀ ਹੈ ਵੀ ਨਵੰਬਰ ਦੇ ਵਿੱਚ NOC ਕੋਡਸ ਵੀ ਚੇਂਜ ਹੋ ਰਹੇ ਨੇ, ਟੀਅਰ ਸਿਸਟਮ ਬਣ ਰਿਹਾ। ਉਸ ਤੋਂ ਬਾਅਦ ਇਹਨਾਂ ਨੇ ਇਹ ਵੀ ਬੋਲਿਆ ਕਿ ਐਕਸਪ੍ਰੈਸ ਐਂਟਰੀ ਅਸੀਂ ਡਿਮਾਂਡ ਬੇਸ ਸਿਸਟਮ ਬਣਾ ਦੇਣਾ ਹੈ, ਵੀ ਜਿਹਦੀ ਡਿਮਾਂਡ ਹੋਏਗੀ ਪੁਆਇੰਟ ਬੇਸ ਸਿਸਟਮ। ਹੁਣ ਤੱਕ ਪੁਆਇੰਟ ਬੇਸ ਸਿਸਟਮ ਦੇ ਅਕੋਰਡਿੰਗ ਜਿਨ੍ਹਾਂ ਲੋਕਾਂ ਦੇ ਜ਼ਿਆਦਾ ਪੁਆਇੰਟਸ ਨੇ ਉਹ ਆਈ ਜਾ ਰਹੇ ਨੇ, ਉਹ ਪਰ ਰਿਕੁਆਇਰਮੈਂਟ ਕਿਤੇ ਪਿੱਛੇ ਰਹਿ ਗਈ। ਠੀਕ ਹੈ, ਬਿਲਕੁਲ ਇਹਨਾਂ ਨੇ ਡਿਮਾਂਡ ਬੇਸ ਸਿਸਟਮ ਬਣਾ ਦੇਣਾ, ਤੇ ਡਿਮਾਂਡ ਕਲੀਅਰਲੀ ਦਿਖ ਰਹੀ ਹੈ ਕਿ ਇੰਨੀ ਜ਼ਿਆਦਾ ਸਕਿੱਲ ਟ੍ਰੇਡਸ ਦੇ ਲੋਕਾਂ ਦੀ ਹੈਗੀ। ਬਿਲਕੁਲ, ਉਹ ਕਾਫੀ ਲੋਕਾਂ ਨੂੰ ਵੀ ਫਾਇਦਾ ਹੋਏਗਾ, ਔਰ ਕੈਨੇਡਾ ਨੂੰ ਵੀ ਐਸ ਸੱਚ ਫਾਇਦਾ ਹੋਏਗਾ। ਡੈਫੀਨਿਟਲੀ ਇਹ ਦੋਨੋਂ ਪਾਸੇ ਜਿਹੜਾ ਫਾਇਦਾ ਹੈ, ਲੋਕਾਂ ਨੂੰ ਵੀ ਫਾਇਦਾ ਹੈ ਤੇ ਕੈਨੇਡਾ ਦੀ ਜਿਹੜੀ ਰਿਕੁਆਇਰਮੈਂਟ ਹੈ। ਕਿਉਂਕਿ ਅਗਰ ਆਪਾਂ ਇਮੀਗ੍ਰੇਸ਼ਨ ਰਿਫਿਊਜੀ ਪ੍ਰੋਟੈਕਸ਼ਨ ਐਕਟ ਦੀ ਦੇਖੀਏ, ਉਹਦੀ ਜਿਹੜੀ ਰਿਕੁਆਇਰਮੈਂਟਸ ਨੇ, ਉਹਨਾਂ ਚੋਂ ਇੱਕ ਰਿਕੁਆਇਰਮੈਂਟ ਇਹ ਹੈ ਕਿ ਇਮੀਗ੍ਰੇਸ਼ਨ ਸਿਸਟਮ ਮਸਟ ਪ੍ਰੋਵਾਈਡ ਬੈਨੀਫਿਟ, ਇਕਨੋਮਿਕ ਬੈਨੀਫਿਟ ਟੂ ਕੈਨੇਡਾ। ਹੂੰ ਠੀਕ ਹੈ, ਬਿਲਕੁਲ ਇਹ ਉਹ ਜਿਹੜੀ ਆਬਜੈਕਟਿਵ ਹੈ ਉਹ ਇਮੀਗ੍ਰੇਸ਼ਨ ਰਿਫਿਊਜੀ ਪ੍ਰੋਟੈਕਸ਼ਨ ਐਕਟ ਦਾ ਕੰਪਲੀਟ ਕਰਨ ਲਈ ਇਹਨਾਂ ਨੂੰ ਇਹ ਚੀਜ਼ਾਂ ਕਰਨੀਆਂ ਹੀ ਪੈਣੀਆਂ। ਬਿਲਕੁਲ, ਇਹ ਦੋਨਾਂ ਵਾਸਤੇ ਵਿਨ ਵਿਨ ਸਿਚੁਏਸ਼ਨ ਹੈ, ਬਿਲਕੁਲ ਜੀ ਬਿਲਕੁਲ। ਐਪਲੀਕੈਂਟਸ ਵਾਸਤੇ ਵੀ ਤੇ ਕੈਨੇਡਾ ਵਾਸਤੇ। ਹਾਂਜੀ, ਹੁਣ ਦੋ ਥੋੜੇ ਜਿਹੇ ਕੁਐਸਚਨਸ ਹੋ ਰਹੇ ਹੈ, ਟਾਈਮ ਆਪਾਂ ਨੂੰ ਲੱਗ ਰਿਹਾ, ਲੇਕਿਨ ਫਿਰ ਵੀ ਬੜੇ ਇੰਪੋਰਟੈਂਟ ਕੁਐਸਚਨਸ ਹੈ ਇਹ ਨਹੀਂ, ਇਹ ਜਿਹੜੇ ਜ਼ਰੂਰੀ ਆ ਤੇ ਅੱਜ ਆਪਾਂ ਕਰਕੇ ਇਹਨਾਂ ਨੂੰ ਪ੍ਰੈਜ਼ੈਂਟ ਕਰੀਏ ਲੋਕਾਂ ਨੂੰ, ਤੇ ਐਟਲੀਸਟ ਉਹਨਾਂ ਦੇ ਕੁਐਸਚਨਸ ਤਾਂ ਖਤਮ ਹੋਣ। ਬਿਲਕੁਲ ਬਿਲਕੁਲ। ਅੱਛਾ, ਆਪਾਂ ਜੌਬ ਆਫਰ ਦੀ ਆਲਰੇਡੀ ਗੱਲ ਕਰ ਚੁੱਕੇ ਹਾਂ, ਥੋੜਾ ਜਿਹਾ ਕਲੈਰੀਫਾਈ ਹੋਰ ਕਰੋ ਕਿ ਜੌਬ ਆਫਰ ਵਾਕਈ ਚਾਹੀਦੀ ਹੈ ਅਪਲਾਈ ਕਰਨ ਵਾਸਤੇ, ਕਿ ਉਸ ਤਰ੍ਹਾਂ ਹੀ ਸਾਡਾ ਪਾਥਵੇ ਕਲੀਅਰ ਹੋ ਜਾਂਦਾ?
ਡਿਪੈਂਡ ਹੁਣ ਇਹ ਕਰਦਾ ਵੀ ਤੁਸੀਂ ਤੁਹਾਡਾ ਆਬਜੈਕਟਿਵ ਕੀ ਹੈ। ਅਗਰ ਤਾਂ ਤੁਸੀਂ ਵਰਕ ਪਰਮਿਟ ਲੈਣਾ ਤਾਂ ਡੈਫੀਨਿਟਲੀ ਜੌਬ ਆਫਰ ਚਾਹੀਦਾ। ਤੇ ਹਮ, ਇੱਕ ਉਹ ਜਿਹੜਾ ਮੈਂ ਤੁਹਾਨੂੰ ਗੱਲ ਕੀਤੀ ਆਰਟੀਕਲ 'ਚ, ਉਹਦੇ 'ਚ ਮੈਂ ਇੱਕ ਇਹ ਪ੍ਰੋਬਲਮ ਵੀ ਲਿਖੀ ਹੈ ਕਿ ਇਹ ਜਿੱਦਾਂ ਗਲੋਬਲ ਟੈਲੈਂਟ ਸਟਰੀਮ ਦੇ ਲੋਕਾਂ ਨੂੰ ਅਗਰ ਅਪਲਾਈ ਕਰਨਾ, ਹਾਈ ਸਕਿੱਲਡ ਵਾਲਿਆਂ ਨੂੰ, ਸੌਫਟਵੇਅਰ ਇੰਜੀਨੀਅਰਸ ਵਗੈਰਾ ਨੂੰ, ਉਹਨਾਂ ਨੂੰ LMIA ਐਗਜ਼ੈਂਪਟ ਕੀਤਾ ਹੋਇਆ ਜੌਬ ਆਫਰਸ ਨੂੰ। ਠੀਕ ਹੈ। ਬਿਜ਼ਨਸ ਦੇ ਕੁਝ ਜੌਬ ਆਫਰਸ ਨੂੰ LMIA ਐਗਜ਼ੈਂਪਟ ਕੀਤਾ ਹੋਇਆ ਇੰਟਰਨੈਸ਼ਨਲ ਮੋਬਿਲਿਟੀ ਪ੍ਰੋਗਰਾਮ ਦੇ ਥਰੂ ਵੀ। ਸਕਿੱਲ ਟ੍ਰੇਡਸ ਦਿਆਂ ਨੂੰ ਇਹ LMIA ਐਗਜ਼ੈਂਪਟ ਕਿਉਂ ਨਹੀਂ ਕੀਤਾ ਹੋਇਆ ਅਜੇ ਤੱਕ, ਰਾਈਟ? ਉਹ ਇੱਕ ਪ੍ਰੋਬਲਮ ਹੈ। ਹੁਣ ਅਗਰ ਕੋਈ EMPLOYER ਹੈ, ਉਹਨਾਂ ਨੇ ਕਿਸੇ ਨੂੰ ਹਾਇਰ ਕਰਨਾ ਇੰਡੀਆ ਦੇ ਤੋਂ ਅਗਰ ਟੈਕਨੀਸ਼ੀਅਨ ਹੈ, ਤੇ ਵਰਕ ਪਰਮਿਟ ਦੀ ਪ੍ਰੋਸੈਸਿੰਗ ਟਾਈਮ 10 ਮਹੀਨੇ ਦੀ ਹੈ। ਠੀਕ ਹੈ। ਉੱਥੇ ਕਈ EMPLOYERS ਜਿਹੜੇ ਆ ਥੋੜੇ ਜਿਹੇ ਝਿਜਕ ਜਾਂਦੇ ਨੇ ਵੀ ਮੈਂ ਇੰਨੀ ਦੇਰ ਵੇਟ ਨਹੀਂ ਕਰ ਸਕਦਾ, ਕਿਉਂਕਿ ਮੈਨੂੰ ਅਗਰ ਜ਼ਰੂਰਤ ਹੈ ਇੱਕ ਇਲੈਕਟ੍ਰੀਸ਼ੀਅਨ ਦੀ, ਪਲੰਬਰ ਦੀ, ਉਹ ਮੈਨੂੰ ਅੱਜ ਜ਼ਰੂਰਤ ਹੈ। ਹਮ, ਤੇ ਅਗਰ ਉਹ ਜਿਹੜਾ ਮੈਂ ਆਰਟੀਕਲ ਲਿਖਿਆ ਉਹਦੇ ਚ ਉਹ ਵੀ ਚੀਜ਼ ਮੈਂਸ਼ਨ ਮੈਂ ਕੀਤੀ ਹੈ ਵੀ ਇਹ ਜਿਹੜੇ ਵਰਕ ਪਰਮਿਟ ਹੈ ਇਸ ਕੈਟਾਗਰੀ ਦੇ ਸਕਿੱਲ ਟ੍ਰੇਡ ਦੇ, ਉਹ LMIA ਐਗਜ਼ੈਂਪਟ ਹੋਣੇ ਚਾਹੀਦੇ, ਬਿਲਕੁਲ ਬਿਲकुल ਹੋਣੀ ਤਾਂ ਚਾਹੀਦੀ। ਕਿ ਜਿਹੜਾ EMPLOYER ਜਿਹਨੇ ਐਸਟੈਬਲਿਸ਼ ਕਰਤਾ ਹੈ ਕਿ ਮੈਨੂੰ ਜ਼ਰੂਰਤ ਹੈ, ਜੋ ਕਿ ਉਹਨਾਂ ਨੂੰ ਬਹੁਤ ਹੀ ਸੌਖਾ, ਕੋਈ ਹੈ ਹੀ ਨਹੀਂ ਹੈ ਉਹਨਾਂ ਨੂੰ ਉਹ ਚੀਜ਼ ਪ੍ਰੋਬਲਮ ਐਸਟੈਬਲਿਸ਼ ਕਰਨ ਚ, ਵੀ ਉਹ ਬਿਨਾਂ LMIA ਦੇ EMPLOYEES ਨੂੰ ਇੱਥੇ ਬੁਲਾ ਸਕਣ। ਠੀਕ ਹੈ। ਤੇ ਉਹ ਜੌਬ ਆਫਰ ਡੈਫੀਨਿਟਲੀ ਚਾਹੀਦਾ ਹੈ ਵਰਕ ਪਰਮਿਟ ਲਗਾਉਣ ਲਈ। ਤੇ ਅਗਰ ਤੁਸੀਂ ਪਰਮਨੈਂਟ ਰੈਜ਼ੀਡੈਂਸੀ ਦੀ ਐਪਲੀਕੇਸ਼ਨ ਕਰਨੀ ਹੈ ਤੇ ਵਿਦ ਅ ਜੌਬ ਆਫਰ ਤੁਹਾਨੂੰ ਉਹਦੇ ਵੀ ਪੁਆਇੰਟਸ ਮਿਲਦੇ ਆ, ਤੇ ਬਹੁਤ ਹੀ ਸੌਖਾ ਹੋ ਜਾਂਦਾ ਤੁਹਾਡੇ ਲਈ PR ਐਪਲੀਕੇਸ਼ਨ ਕਰਨਾ। ਓਕੇ। ਤੇ ਅੱਛਾ, ਹੁਣ ਅਸੀਂ ਕਿਸੇ ਵੀ ਪ੍ਰੋਵਿੰਸ 'ਚ ਜਾ ਸਕਦੇ ਆ ਹਨਾ, ਟ੍ਰੇਡਸ ਵਾਸਤੇ। ਔਰ ਤੁਸੀਂ ਆਲਰੇਡੀ ਐਕਸਪਲੇਨ ਕਰ ਚੁੱਕੇ ਹੋ ਹਾਂ, ਕਿ ਅਸੀਂ ਕੋਈ ਕਿਸੇ ਵੀ ਪ੍ਰੋਵਿੰਸ 'ਚ ਜਿਹਦੇ ਸਾਨੂੰ ਅਪਰੂਵਲ ਮਿਲ ਜਾਂਦਾ ਹੈ, ਸਾਡੇ ਕੋਲ ਲਾਇਸੈਂਸ ਹੈਗਾ ਹੈ, ਤੇ ਉਹ ਕਿਸੇ ਖਾਸ ਪ੍ਰੋਵਿੰਸ ਜਿਹੜੇ ਪ੍ਰੋਵਿੰਸ ਦਾ ਲਾਇਸੈਂਸ ਮਿਲਿਆ ਹੈ, ਅਸੀਂ ਉਸੇ ਪ੍ਰੋਵਿੰਸ 'ਚ ਅਪਲਾਈ ਕਰਾਂਗੇ। ਇਹ ਡਿਪੈਂਡ ਕਰਦਾ ਵੀ ਉਹ ਜਿਹੜਾ ਤੁਹਾਨੂੰ ਲਾਇਸੈਂਸ ਮਿਲਿਆ ਉਹ ਰੈੱਡ ਸੀਲ ਅਪਰੂਵਡ ਹੈਗਾ ਜਾਂ ਨਹੀਂ। ਓਕੇ। ਠੀਕ ਹੈ। ਅਗਰ ਤਾਂ ਰੈੱਡ ਸੀਲ ਅਪਰੂਵਡ ਹੈਗਾ ਤਾਂ ਤੁਸੀਂ ਆਪਣੀ ਪ੍ਰੋਵਿੰਸ਼ੀਅਲ ਮੋਬਿਲਿਟੀ ਮਿਲ ਗਈ ਤੁਹਾਨੂੰ, ਤੁਸੀਂ ਹਮ, ਜਿਹੜੀ ਪ੍ਰੋਵਿੰਸਸ ਵੀ ਉਹਨਾਂ ਨੂੰ ਰੈੱਡ ਸੀਲ ਨੂੰ ਅਕਨੋਲਜ ਕਰਦੀ, ਕਿਤੇ ਵੀ ਜਾ ਕੇ ਜੌਬ ਕਰ ਸਕਦੇ ਹੋ। ਜ਼ਰੂਰੀ ਨਹੀਂ ਹੈ ਕਿ ਜਿੱਥੋਂ ਤੁਸੀਂ ਟ੍ਰੇਡ ਅਸੈਸਮੈਂਟ ਕਰਾਈ ਹੈ ਤੁਸੀਂ ਉੱਥੇ ਹੀ ਜਾਣਾ। ਠੀਕ ਹੈ। ਤੇ ਤੁਸੀਂ ਫਿਰ ਆਪਣੀ ਜੌਬ ਦਾ ਵੀ ਦੇਖਣਾ ਹੈ ਕਿ ਅਗਰ ਤੁਹਾਨੂੰ ਕਿਹੜੀ ਪ੍ਰੋਵਿੰਸ ਦੇ ਵਿੱਚ ਜੌਬ ਤੁਹਾਨੂੰ ਬੈਟਰ ਮਿਲ ਰਹੀ ਹੈ ਜਾਂ ਮਿਲ ਰਹੀ ਹੈ, ਤੇ ਤੁਸੀਂ ਉਸ ਬੇਸਿਸ ਤੇ ਡਿਸੀਜਨ ਕਰ ਸਕਦੇ ਹੋ। ਹੁਣ ਸਾਡੇ ਕੋਈ ਕਈ ਕਲਾਇੰਟਸ ਨੇ, ਮੈਂ ਜਿੱਦਾਂ ਦੱਸਿਆ ਜੀ, ਪਹਿਲਾਂ ਅਸੀਂ ਓਨਟਾਰੀਓ ਤੇ BC ਦੀਆਂ ਜ਼ਿਆਦਾ ਐਪਲੀਕੇਸ਼ਨ ਕਰਦੇ ਸੀ, ਹੁਣ BC ਦੀਆਂ ਬਹੁਤ ਜ਼ਿਆਦਾ ਐਪਲੀਕੇਸ਼ਨ ਕਰ ਰਹੇ ਹਾਂ। BC ਦੇ ਵਿੱਚੋਂ ਅਪਰੂਵਲ ਲੈ ਕੇ ਸਾਡੇ ਜਿਹੜੇ ਹੈਗੇ ਕੁਝ ਟੈਕਨੀਸ਼ੀਅਨਸ, ਉਹਨਾਂ ਨੂੰ ਓਨਟਾਰੀਓ 'ਚ ਜੌਬ ਮਿਲੀ ਹੈ, ਕੋਈ ਸਸਕੈਚੁਅਨ 'ਚ ਜੌਬ ਕਰ ਰਿਹਾ, ਕੋਈ ਅਲਬਰਟਾ 'ਚ ਕਰ ਰਿਹਾ। ਸੋ ਉਹਨਾਂ ਨੂੰ ਕੋਈ ਰਿਸਟ੍ਰਿਕਸ਼ਨ ਨਹੀਂ ਹੈਗੀ ਵੀ ਤੁਸੀਂ ਕਿੱਥੇ ਜੌਬ ਕਰਨੀ ਹੈ, ਕਿੱਥੇ ਨਹੀਂ ਕਰਨੀ। ਅਪਰੂਵਲ ਜਿੱਥੋਂ ਮਰਜ਼ੀ ਲੈ ਲਈਏ ਤੇ ਬਾਅਦ ਅਪਰੂਵਲ ਜਿੱਥੋਂ ਮਰਜ਼ੀ ਲੈ ਲਓ, ਜਾ ਕੇ ਉੱਥੇ ਤੁਸੀਂ ਸਿਰਫ ਉਸ ਪ੍ਰੋਵਿੰਸ 'ਚ ਜਾ ਕੇ ਐਗਜ਼ਾਮ ਦੇਣਾ ਹੈ। ਓਕੇ। ਅਪਰੂਵਲ ਇੱਕ ਵਾਰੀ ਬਾਅਦ ਅਪਰੂਵਲ ਜੌਬ ਜਿੱਥੇ ਮਿਲਣਾ ਮਰਜ਼ੀ। ਜ਼ਰੂਰੀ ਹੈ। ਵੈਰੀ ਗੁੱਡ। ਸੋ ਓਕੇ, ਹੁਣ ਸਾਡਾ ਲਾਸਟ ਕੁਐਸਚਨ ਹੈ ਕਿ ਹੁਣ ਪੀਪਲ, ਜਿਹੜੇ ਲੋਕ ਵੀ ਇੰਟਰਸਟਿਡ ਹੈ, ਆਈ ਵੁੱਡ ਸੇ ਜਿਹੜੇ ਹੂਸੋਐਵਰ ਇਜ਼ ਇੰਟਰਸਟਿਡ ਇਨ ਦਿਸ, ਉਹ ਟ੍ਰੇਡ ਜੌਬ 'ਚ ਕਿਉਂ ਜਾਣ? ਆਪਾਂ ਟ੍ਰੇਡ ਜੌਬ ਦੀ ਗੱਲ ਸ਼ੁਰੂ ਤੋਂ ਲੈ ਕੇ ਐਂਡ ਤੱਕ ਕਰੀ ਜਾ ਰਹੇ ਹਾਂ, ਕਰੀ ਜਾ ਰਹੇ ਜਾਂ ਹਾਂ। ਟ੍ਰੇਡ ਕਿਉਂ ਜੌਬ ਦਾ ਜਾਣ? ਨਾਮ ਪਤਾ ਹੈ। ਮੈਂ ਕਹਿੰਦਾ ਕਿਉਂ ਨਾ ਜਾਣ। ਹੁਣ ਹੁਣ ਇਵਨ ਦੋ ਦੇਖੋ, ਹੁਣ ਕੈਨੇਡਾ ਜਿਹੜੀ ਹੈ ਤੁਹਾਡੇ ਸਾਹਮਣੇ ਹੈ ਕਿ ਇਹ ਕਿਸ ਰੇਟ ਤੇ ਡਿਵੈਲਪ ਹੋ ਰਹੀ ਹੈ ਕੰਟਰੀ। ਠੀਕ ਹੈ। ਇਵਨ ਦੋ ਵੀ ਆਰ ਅ ਫਰਸਟ ਵਰਲਡ ਕੰਟਰੀ, ਬਟ ਜਿਹੜੀ ਡਿਵੈਲਪਮੈਂਟ ਹੈ, ਕੈਨੇਡਾ ਦੇ ਗੋਲਸ ਨੇ ਕਿ ਆਪਾਂ ਦੀ ਪੋਪੂਲੇਸ਼ਨ ਨੂੰ 38 ਮਿਲੀਅਨ ਤੋਂ ਲੈ ਕੇ ਆਪਾਂ 100 ਮਿਲੀਅਨ ਤੱਕ ਲੈ ਕੇ ਜਾਣਾ। ਉਹ 100 ਮਿਲੀਅਨ ਤੱਕ ਜਾਂਦੇ ਜਾਂਦੇ ਪੂਰੇ ਰਸਤੇ ਦੇ ਵਿੱਚ ਸਾਨੂੰ ਕੰਸਟਰਕਸ਼ਨਸ ਦੀ ਵੀ ਲੋੜ ਹੈ, ਸਾਨੂੰ ਟ੍ਰੇਡਸ ਵਾਲਿਆਂ ਦੀ ਵੀ ਲੋੜ ਹੈ। ਤੁਸੀਂ ਦੇਖ ਰਹੇ ਹੋ ਕਿ ਇਹਨਾਂ ਨੇ ਰਿਪੋਰਟ ਦੇ ਵਿੱਚ 7 ਲੱਖ ਇੱਕ 10 ਸਾਲਾਂ ਦੇ ਵਿੱਚ ਰਿਕੁਆਇਰਮੈਂਟ ਵੀ ਦੱਸਦੀ ਹੈ। ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਟ੍ਰੇਡਸ ਲਈ ਤੁਹਾਨੂੰ ਕੋਈ ਬੈਚਲਰਸ ਡਿਗਰੀ ਦੀ ਲੋੜ ਨਹੀਂ ਹੈ, ਤੁਹਾਨੂੰ ਕੋਈ MBA ਕਰਨ ਦੀ ਲੋੜ ਨਹੀਂ ਹੈ। ਤੁਸੀਂ ਹਾਈ ਸਕੂਲ ਤੋਂ ਬਾਅਦ ਵੀ ਟ੍ਰੇਡ ਦੇ ਵਿੱਚ ਜਾ ਸਕਦੇ ਹੋ। ITI ਜਿੱਦਾਂ ਇੰਡੀਆ 'ਚ ਹੁੰਦਾ, ਉਹ ਡਿਪਲੋਮਾ ਕਰਕੇ ਵੀ ਟ੍ਰੇਡ 'ਚ ਜਾ ਸਕਦੇ ਹੋ। ਤੇ ਇਸ ਟ੍ਰੇਡਸ ਵਾਲੇ ਜਿਹੜੇ ਪ੍ਰੋਫੈਸ਼ਨ ਨੇ ਉਹਨਾਂ ਦੀ ਸੈਲਰੀਜ਼ ਬਹੁਤ ਅੱਛੀਆਂ ਨੇ। ਠੀਕ ਹੈ। ਇੱਕ ਤਾਂ ਬਹੁਤ ਹੀ ਸੈਟੀਸਫਾਈਂਗ ਜੌਬ ਹੁੰਦੀ ਹੈ ਕਿ ਤੁਸੀਂ ਕੋਈ ਕੰਮ ਹੱਥੀਂ ਆਪਣਾ ਕੰਪਲੀਟ ਕਰਕੇ ਤੁਸੀਂ ਅੱਗੇ ਉਹਨੂੰ ਪ੍ਰੈਜ਼ੈਂਟ ਕੀਤਾ ਹੈ, ਪ੍ਰੋਜੈਕਟ ਹੈ ਕੋਈ ਤੁਸੀਂ ਕੰਪਲੀਟ ਕੀਤਾ ਹੈ। ਠੀਕ ਹੈ। ਤੁਸੀਂ ਵਿਜ਼ੂਅਲੀ ਦੇਖ ਸਕਦੇ ਹੋ ਵੀ ਮੈਂ ਚੀਜ਼ ਕੰਪਲੀਟ ਕਰ ਲਈ। ਠੀਕ ਹੈ। ਉਸ ਤੋਂ ਸੈਲਰੀ, ਉਸ ਤੋਂ ਉੱਪਰ ਜਿਹੜਾ ਤੁਹਾਡਾ ਸਟੈਂਡਰਡ ਆਫ ਲਿਵਿੰਗ ਹੈ, ਆਬਵੀਅਸਲੀ ਤੁਹਾਡੀ ਅਗਰ ਇਨਕਮ ਅੱਛੀ ਹੋਏਗੀ, ਤੁਹਾਡੀ ਜੌਬ ਅੱਛੀ ਹੋਏਗੀ, ਕੰਟੀਨਿਊਸ ਜੌਬ ਹੋਏਗੀ, ਤੇ ਇਹ ਤੁਹਾਨੂੰ ਓਵਰਆਲ ਤੁਹਾਨੂੰ ਗਰੋਥ ਦਾ ਰਸਤਾ ਦੇਗਾ। ਮੈਨੂੰ ਮੈਨੂੰ ਯਾਦ ਹੈ, ਮੇਰਾ ਇੱਕ ਦੋਸਤ ਸੀਗਾ, ਉਹ ਹੁਣ ਅਮਰੀਕਾ 'ਚ ਹੈ। ਉਹ ਵੈਂਕੂਵਰ ਗਿਆ। ਵੈਂਕੂਵਰ 'ਚ ਉਹਦੇ ਜਿਹੜੇ ਗ੍ਰੈਂਡਫਾਦਰ ਸੀ ਉਹ ਪਲੰਬਰ ਹੁੰਦੇ ਸੀ। ਹੂੰ। ਹੁਣ ਤੇ ਗ੍ਰੈਂਡਫਾਦਰ ਦੀ ਡੈਥ ਹੋ ਚੁੱਕੀ ਹੈ। ਉਹਨਾਂ ਦਾ ਜਿਹੜਾ ਘਰ ਸੀ, ਉਹਨਾਂ ਦਾ ਘਰ ਇਹੋ ਜਿਹਾ ਸੀ ਕਿ ਉਹ ਗੁਆਂਢੀਆਂ ਦਾ ਘਰ ਡਾਕਟਰ ਦਾ ਸੀ, ਲੇਕਿਨ ਇਹਨਾਂ ਦਾ ਘਰ ਐਬਸੋਲੂਟਲੀ, ਉਹਨਾਂ ਦਾ ਵੱਡਾ ਸੀ। ਐਬਸੋਲੂਟਲੀ। ਹੁਣ ਇੱਕ ਤੁਸੀਂ ਇਹ ਚੀਜ਼ ਰਿਅਲਾਈਜ਼ ਕਰੋ, ਜਦੋਂ ਕੋਵਿਡ ਆਇਆ ਸੀਗਾ ਨਾ,
ਮੈਡੀਕਲ ਸਿਸਟਮ ਤਾਂ ਓਵਰ ਸਟ੍ਰੈਸ ਹੋਏ ਹੋਇਆ ਸੀ। ਇੱਕ ਹੋਰ ਸੈਕਟਰ ਸੀ ਜਿਹੜਾ ਆਪਣਾ 24 ਚੋਂ 28 ਘੰਟੇ ਕੰਮ ਕਰ ਰਿਹਾ ਸੀ, ਉਹ ਸੀਗਾ HVAC ਦਾ, ਹੀਟਿੰਗ ਐਂਡ ਕੂਲਿੰਗ ਦਾ। ਓਕੇ ਟ੍ਰੇਡਸ ਵਾਲੇ ਲੋਕ, ਕਿਉਂਕਿ ਜਿਹੜੇ ਲੋਕ ਚਾਹੇ ਬਿਲਡਿੰਗ ਆਪਣੀਆਂ ਕਮਰਸ਼ੀਅਲ ਬਿਲਡਿੰਗ ਛੱਡ ਕੇ ਰੈਜ਼ੀਡੈਂਸ਼ੀਅਲ ਬਿਲਡਿੰਗਸ ਘਰਾਂ 'ਚ ਚਲੇ ਗਏ ਤੇ ਉਹ ਇਕਵਿਪਮੈਂਟਸ ਦਾ ਲੋਡ ਜ਼ਿਆਦਾ ਹੋ ਗਿਆ। HVAC, ਹੀਟਿੰਗ, ਵੈਂਟੀਲੇਸ਼ਨ, 에ਅਰ ਕੰਡੀਸ਼ਨਿੰਗ, ਪਲੰਬਿੰਗ, ਇਹ ਸਾਰੇ ਟ੍ਰੇਡਸ ਦੇ ਕੇ ਓਵਰ ਟਾਈਮ ਕੰਮ ਕਰ ਰਹੇ ਸੀ ਉਸ ਟਾਈਮ। ਬਿਲਕੁਲ। ਮੈਂ ਕੰਸਟਰਕਸ਼ਨ ਦਾ ਵੀ, ਮੇਰੇ ਕਈ ਲੋਕਾਂ ਨੇ ਘਰਾਂ 'ਚ ਬੜੀ ਰੈਨੋਵੇਸ਼ਨ ਕਰਾਈ ਹੈ, ਕਿਉਂਕਿ ਘਰ ਬੈਠੇ ਸੀ, ਉਹ ਵਰਕ ਬਿਲਕੁਲ ਫਰੋਮ ਹੋਮ ਕਰ ਰਹੇ ਸੀ। ਹਾਂ, ਉਹ ਤੇ ਉਹ ਕਹਿੰਦੇ ਕਰਾ ਸਾਰੇ ਲਓ ਟ੍ਰੇਡਸ ਨੇ ਨਾਲ ਨਾਲ। ਪ੍ਰੋਪਰਲੀ ਹੁਣ ਬਹੁਤ ਜ਼ਿਆਦਾ ਜਿਹੜੇ ਲੋਕ ਇੱਥੇ ਕੈਨੇਡਾ 'ਚ ਕਾਫੀ ਦੇਰ ਤੋਂ ਆਏ ਨੇ, ਸਪੈਸੀਫਿਕਲੀ ਆਪਣੀ ਪੰਜਾਬੀ ਕਮਿਊਨਿਟੀ ਦੇ ਜਿਹੜੇ ਟ੍ਰੇਡਸ ਦੇ ਵਿੱਚ ਸੀਗੇ, ਉਹ ਕੀ ਕਰਦੇ ਆ, ਇਨੀਸ਼ੀਅਲੀ ਤਾਂ ਆਪਣਾ ਐਜ਼ ਐਨ EMPLOYE ਕੰਮ ਸ਼ੁਰੂ ਕਰਦੇ ਆ, ਬਟ ਲੇਟਲੀ ਉਹਨਾਂ ਨੂੰ ਜਦੋਂ ਹੌਲੀ ਹੌਲੀ ਜਦੋਂ ਐਕਸਪੀਰੀਅੰਸ ਆਉਂਦਾ, ਦੇ ਸਟਾਰਟ देयर ਓਨ ਕੰਪਨੀਜ਼। ਓਕੇ। ਠੀਕ ਤੇ ਹੈ। ਤੁਸੀਂ ਮੈਨੂੰ ਇਹ ਕਿਹਾ ਕਿ ਟ੍ਰੇਡ 'ਚ ਆਉਣਾ ਚਾਹੀਦਾ, ਲੇਕਿਨ ਇੱਕ ਜਿਹੜਾ ਉਹ ਵੇਜ ਵਾਲੀ ਗੱਲ ਮੈਨੂੰ ਥੋੜੀ ਜਿਹੀ ਹੋਰ ਕਲੈਰੀਫਾਈ ਕਰੋਗੇ ਹਾਂ, ਕਿ ਅਸੀਂ ਆਪਣੀ ਸੈਲਰੀ ਕਿੰਨੀ ਕੁ ਮਿਲ ਜਾਂਦੀ ਹੈ ਤੇ ਇੱਕ ਚਲੋ ਆਪਾਂ ਇਹ ਤੁਹਾਨੂੰ ਦਿਖਾਈ ਦਿੰਦੇ ਹਾਂ। ਫਿਰ ਹੁਣ ਕੈਨੇਡਾ ਦੇ ਵਿੱਚੋਂ ਅਗਰ ਤੁਹਾਨੂੰ ਕੋਈ EMPLOYER ਜੌਬ ਆਫਰ ਦੇ ਕੇ ਵਰਕ ਪਰਮਿਟ ਤੇ ਬੁਲਾਉਣਾ ਚਾਹੁੰਦਾ ਹੈ ਨਾ, ਤੇ ਉਹਦੀ ਰਿਕੁਆਇਰਮੈਂਟ ਹੁੰਦੀ ਹੈ ਕਿ ਤੁਹਾਨੂੰ ਇੱਕ ਮੀਡੀਅਨ ਜਿਹੜੀ ਵਿਚਾਲੀ ਹੈ, ਵਿਚਲੀ ਵੇਜ ਹੁੰਦੀ ਹੈ ਨਾ, ਉਹਨਾਂ ਨੇ ਬਿਲਕੁਲ। ਹਰ ਪ੍ਰੋਵਿੰਸ ਦੇ ਵਿੱਚ ਹਰ ਟ੍ਰੇਡ ਦੀ ਮੈਂਸ਼ਨ ਕੀਤੀ ਹੋਈ ਹੈ। ਫੋਰ ਐਗਜ਼ਾਮਪਲ, ਅਗਰ ਆਪਾਂ ਚੈੱਕ ਕਰੀਏ ਕਿ ਇਲੈਕਟ੍ਰੀਸ਼ੀਅਨ ਦੀ ਵੇਜਸ ਓਨਟਾਰੀਓ ਦੇ ਵਿੱਚ ਕਿੰਨੀ ਹੈ, ਤੇ ਤੁਹਾਨੂੰ ਕੋਈ ਵੀ EMPLOYER ਅਗਰ ਹਾਇਰ ਕਰਦਾ ਹੈ ਵਰਕ ਪਰਮਿਟ ਦੇ ਥਰੂ ਓਨਟਾਰੀਓ ਆਟੋਵਾ ਰੀਜਨ ਦੇ ਵਿੱਚ, ਮਿਨੀਮਮ $29 ਪਰ ਆਵਰ ਤੁਹਾਨੂੰ ਦੇਣੇ ਪੈਣਗੇ ਉਹਨਾਂ ਨੂੰ। ਤੇ ਇਹੀ ਤੁਸੀਂ ਦੇਖ ਲਓ, ਨਾਰਥ ਵੈਸਟ ਰੀਜਨ 32 ਹੈ, ਕਿਤੇ 30 ਹੈ, ਕਿਤੇ 27, ਕਿਤੇ 29। ਇਹ ਤੁਹਾਨੂੰ ਬਿਗਿਨਿੰਗ ਤੇ ਹੈ। ਜਿੱਦਾਂ ਹੀ ਤੁਹਾਡਾ ਐਕਸਪੀਰੀਅੰਸ ਵੱਧਦਾ ਜਾਂਦਾ ਹੈ, ਯੂ ਵਿਲ ਸੀ ਕਿ ਤੁਹਾਨੂੰ ਕੈਨੇਡਾ ਦੇ ਵਿੱਚ ਤੁਹਾਡੀ ਇਹ, ਮੇਰੇ ਕੋਲ ਖੁਦ ਦੇ ਇਲੈਕਟ੍ਰੀਸ਼ੀਅਨ ਜਿਹੜੇ ਸਾਡੇ ਨਾਲ ਕੰਮ ਕਰਦੇ ਸੀ, ਦੇ ਯੂਜ਼ ਟੂ ਚਾਰਜ ਲਾਈਕ, ਸਬ ਕੰਟਰੈਕਟ ਸੀਗਾ ਬੰਦਾ, $120 ਪਰ ਆਵਰ ਤੇ ਕੰਮ ਕਰਦਾ ਸੀ, ਤੇ ਓਕੇ। ਉਹਨੂੰ ਬੁੱਕ ਕਰਨ ਲਈ 2 to 3 ਵੀਕਸ ਦਾ ਟਾਈਮ ਫਰੇਮ ਹੁੰਦਾ ਸੀ ਸਾਡਾ। ਠੀਕ ਹੈ। ਜਿੰਨੀ ਏਦਾਂ ਹੀ ਪਰਫੈਕਟ ਆਈ ਜਾਂਦੀ ਹੈ, ਉਹਨਾਂ ਫਿਰ ਅੱਗੇ ਵਧੀ ਜਾਂਦੇ। ਹਾਂ, ਤੇ ਅਗਰ ਜਿਹੜੇ ਸਮਾਰਟ ਬੰਦੇ ਹੁੰਦੇ ਆ, ਉਹ ਤਾਂ ਫਿਗਰ ਆਊਟ ਕਰ ਹੀ ਲੈਂਦੇ ਕਿ ਹਾਂ ਵੀ ਆਪਣਾ ਅਸੀਂ ਐਜ਼ EMPLOYE ਨਹੀਂ ਗਾ ਅਸੀਂ ਕੰਮ ਕਰਨਾ, ਤੇ ਬਾਅਦ ਚ ਜਾ ਕੇ ਆਪਣੀ ਸਬ ਕੰਟਰੈਕਟ ਕਰ ਲੈਂਦੇ ਆ, ਤੇ ਸਬ ਕੰਟਰੈਕਟ ਕਰਕੇ ਜੌਬਸ ਕਰਦੇ ਆ। ਤੇ ਹੁਣ ਸਸਕੈਚੁਅਨ ਚ ਦੇਖ ਲਓ, ਸਸਕੈਚੁਅਨ $35 an hour। ਬਹੁਤ ਉਹ, ਔਰ ਦੇਖੋ ਔਨ ਐਨ ਐਵਰੇਜ ਦੇਖੀਏ ਤੇ $16-17 ਘੰਟੇ ਦੀ ਜਿਹੜੀ ਮਿਨੀਮਮ ਵੇਜ ਹੁੰਦੀ ਹੈ, ਉਹ ਤੋਂ ਹਾਂ, 1.5 ਗੁਣੀ, ਇਨਫੈਕਟ ਡਬਲ ਹੀ ਹੈ। ਡਬਲ ਹੈ ਉਹ ਤੋਂ। ਠੀਕ ਹੈ। ਬਹੁਤ ਬਹੁਤ ਤੇ ਇਹ ਇਦਾਂ ਦੀ ਤੁਸੀਂ ਪ੍ਰੋਫੈਸ਼ਨ 'ਚ ਚੱਲ ਜਾਂਦੇ ਹੋ, ਇੱਕ ਤਾਂ ਤੁਹਾਡੀ ਜੌਬ ਗਾਰੰਟੀ ਹੋ ਜਾਂਦੀ ਕਿ ਤੁਹਾਨੂੰ ਇਦਾਂ ਨਹੀਂ ਹੋਣਾ ਕਿ ਵੀ ਅੱਜ ਤੁਹਾਡੀ ਜੌਬ ਹੈਗੀ, ਕੱਲ ਨੂੰ ਨਹੀਂ ਹੈਗੀ। ਯੂ ਆਰ ਗੋਇੰਗ ਟੂ ਬੀ ਰਿਕੁਆਇਰਡ। ਤੁਹਾਡੀ ਜੌਬ ਨੂੰ ਕਿਸੇ ਨੇ ਕੋਈ ਕੁਝ ਨਹੀਂ ਕਰ ਸਕਦਾ। ਉਸ ਤੋਂ ਉੱਪਰ ਵੀ ਤੁਹਾਡੀ ਸੈਲਰੀਜ਼ ਅੱਛੀਆਂ ਹੁੰਦੀਆਂ ਨੇ। ਠੀਕ ਹੈ। ਤੇ ਕਈ ਅਗਰ ਤੁਸੀਂ ਸਬ ਕੰਟਰੈਕਟਰ ਕੰਮ ਕਰਦੇ ਹੋ, ਤਾਂ ਤੁਸੀਂ ਆਪਣੇ ਟਾਈਮ ਦੇ ਆਪ ਮਾਲਕ ਹੋ। ਆਪਣੇ ਬਹੁਤ ਸਾਰੇ ਲੋਕ ਏਦਾਂ ਕਰਦੇ ਵੀ ਆਪਣਾ ਕੰਪਨੀ ਸ਼ੁਰੂ ਕਰ ਲੈਂਦੇ, ਦੈਨ ਦੇ ਹਾਇਰ ਮੋਰ ਟੈਕਨੀਸ਼ੀਅਨਸ, ਤੇ ਤੁਸੀਂ ਯੂ ਐਂਡ ਅਪ ਬੀਇੰਗ ਮੋਰ ਫ੍ਰੀ, ਤੇ ਆਪਣਾ ਟਾਈਮ ਤੁਸੀਂ ਹੋਰ ਯੂਟਿਲਾਈਜ਼ ਕਰ ਸਕਦੇ ਹੋ ਕਿਸੇ ਵੀ ਚੀਜ਼ 'ਚ। ਠੀਕ ਹੈ। ਤਾਂ ਇਹ ਤਾਂ ਇਸ ਟ੍ਰੇਡ ਦੇ ਵਿੱਚ ਆਉਣ ਦਾ ਮੇਰੇ ਹਿਸਾਬ ਨਾਲ ਨੁਕਸਾਨ ਕੋਈ ਵੀ ਨਹੀਂ ਹੈਗਾ, ਸਾਰੇ ਫਾਇਦੇ ਹੀ ਫਾਇਦੇ ਨੇ। ਅਗਰ ਤੁਹਾਡੇ ਕੋਲ ਐਕਸਪੀਰੀਅੰਸ ਹੈਗਾ ਹੈ ਤਾਂ ਤੁਸੀਂ ਕੈਨੇਡਾ ਆਉਣਾ ਚਾਹੁੰਦੇ ਹੋ, ਤੇ ਆਪਣਾ ਫਰਸਟ ਸਟੈਪ ਐਟਲੀਸਟ ਕੰਪਲੀਟ ਕਰ ਲਓ, ਅਸੈਸਮੈਂਟ, ਤਾਂ ਕਿ ਤੁਹਾਡੇ ਕੋਲ 3 ਸਾਲ ਹੋਣ। 3 ਸਾਲ ਦੇ ਵਿੱਚ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਫਿਗਰ ਆਊਟ ਕਰ ਸਕਦੇ ਹੋ, ਬਹੁਤ ਸਾਰੇ ਡੋਰਸ ਓਪਨ ਹੋ ਜਾਣੇ, EMPLOYERS ਇੰਟਰਸਟਿਡ ਹੁੰਦੇ ਨੇ, ਵਿਜ਼ਟਰ ਵੀਜ਼ਾ ਐਪਲੀਕੇਸ਼ਨ ਕਰ ਸਕਦੇ ਹੋ ਅਗਰ ਤੁਸੀਂ ਆਪਣਾ ਪ੍ਰੋਫਾਈਲ ਸਹੀ ਕਰ ਲਓ। ਤੇ ਅਗਰ ਕਿਤੇ ਤੁਹਾਨੂੰ ਸਸਕੈਚੁਅਨ ਵਰਗੀ ਜਗ੍ਹਾ ਤੋਂ ਜੌਬ ਆਫਰ ਆ ਗਿਆ, ਤੁਸੀਂ ਪਰਮਨੈਂਟ ਰੈਜ਼ੀਡੈਂਸੀ ਦੀ ਐਪਲੀਕੇਸ਼ਨ ਘਰੇ ਬੈਠੇ ਕਰ ਸਕਦੇ ਹੋ। PNP, ਐਕਸਪ੍ਰੈਸ ਐਂਟਰੀ, ਸਾਰਾ ਕੁਝ ਹੀ ਫੈਡਰਲ ਸਕਿੱਲ ਹਾਂ, ਟ੍ਰੇਡ। ਨਾਲੇ ਹੁਣ ਜਿਹੜੇ ਨਵੇਂ ਇਹਨਾਂ ਨੇ ਡਿਮਾਂਡ ਬੇਸਡ ਆਪਣਾ ਜਿਹੜਾ ਸਿਸਟਮ ਆਏਗਾ, ਤੇ ਡੈਫੀਨਿਟਲੀ ਉਹਦੇ ਵਿੱਚ ਕੁਛ ਨਾ ਕੁਛ ਸਕਿੱਲ ਟ੍ਰੇਡਸ ਲਈ ਵੀ ਬੈਨੀਫਿਟ ਹੋਏਗਾ। ਬਿਲਕੁਲ ਬਿਲਕੁਲ, ਉਹਦੇ ਚ ਪੁਆਇੰਟ ਦੀ ਬਜਾਏ ਡਿਮਾਂਡ ਜ਼ਿਆਦਾ ਮੈਟਰ ਕਰੇ। ਬਿਲਕੁਲ ਜੀ। ਬਿਲਕੁਲ ਜੀ। ਬਹੁਤ ਵਧੀਆ ਲੱਗਾ ਅਮਨ ਜੀ ਤੁਹਾਡੇ ਨਾਲ ਗੱਲ ਕਰਕੇ, ਕਾਫੀ ਪੁਆਇੰਟਸ ਤੁਹਾਡੇ, ਮੇਰਾ ਖਿਆਲ ਸਭ ਕੁਝ ਹੀ ਕਲੀਅਰ ਹੋ ਗਿਆ। ਇਸ ਤੋਂ ਇਲਾਵਾ ਹਾਂ ਹਜੇ ਵੀ ਜੇ ਲੋਕਾਂ ਦੇ ਕੋਈ ਕੁਐਸਚਨਸ ਹੈਗੇ ਆ, ਤੇ ਉਹ ਜਿਹੜੀ ਹੈ ਜਦੋਂ ਵੀਡੀਓ ਪੋਸਟ ਹੋਏਗੀ ਉਹਦੇ ਥੱਲੇ ਸਾਨੂੰ ਪੁੱਛ ਸਕਦੇ ਆ, ਕੋਈ ਵੀ ਹਾਂ ਕੁਐਸਚਨ ਦੀ ਕਲੈਰਿਟੀ ਹੋਰ ਤੁਹਾਨੂੰ ਦਿੱਤੀ ਜਾਏਗੀ। ਤੇ ਬੀਇੰਗ ਲਿੰਕਡ ਵਿਦ ਦਿਸ ਫੀਲਡ, ਅਮਨ ਜਿਹੜੇ ਕਿ ਆਪਣਾ ਉਹਨਾਂ ਨੇ ਐਗਜ਼ਾਮਪਲ ਵੀ ਦਿੱਤੀ ਹੈ ਕਿ ਉਹ ਕਿਸ ਤਰ੍ਹਾਂ ਕਿਹੜੀ ਟੈਕਨੀਸ਼ੀਅਨ ਵਾਲੀ ਕੈਟਾਗਰੀ ਚ ਉਹਨਾਂ ਦਾ ਐਕਸਪੀਰੀਅੰਸ ਸੀਗਾ, ਫਿਰ ਇੱਧਰ ਆਏ, ਔਰ ਉਹਦੇ ਚ ਉਹ ਐਗਜ਼ਾਮਪਲ ਦੇ ਕੇ ਉਹਨਾਂ ਨੇ ਸਮਝਾਇਆ ਕਿ ਕਿਸ ਤਰ੍ਹਾਂ ਫਾਇਦੇ ਹੁੰਦੇ। ਸੋ ਇਹ ਚੀਜ਼ਾਂ ਕਾਫੀ ਮੈਟਰ ਕਰਦੀਆਂ, ਔਰ ਮੇਰਾ ਖਿਆਲ ਲੋਕਾਂ ਨੂੰ ਜ਼ਰੂਰ ਟ੍ਰੇਡ ਸਕਿੱਲ ਕੈਟਾਗਰੀ ਨੂੰ ਐਕਸਪਲੋਰ ਕਰਨਾ ਚਾਹੀਦਾ, ਤੇ ਇਹਦੇ ਥਰੂ ਅਪ ਕੈਨੇਡਾ ਆਉਣਾ ਚਾਹੀਦਾ। ਥੈਂਕ ਯੂ ਅਮਨ ਜੀ। ਬਹੁਤ ਵੈਲਕਮ ਜੀ, ਵੈਲਕਮ। ਬਹੁਤ ਅੱਛਾ, ਵੈਰੀ ਨਾਈਸ ਸੈਸ਼ਨ, ਤੇ ਹੋਪਫੁਲੀ ਸਾਰੇ ਆਪਣੇ ਕੁਐਸਚਨ ਆਪਾਂ ਕਵਰ ਕਰਤੇ। ਤੇ ਇਸ ਤੋਂ ਇਲਾਵਾ ਅਗਰ ਹੋਣਗੇ ਕੋਈ ਕੁਐਸਚਨ, ਦੈਨ ਵੀ ਵਿਲ ਫਿਗਰ ਆਊਟ ਅਨਦਰ ਸੈਸ਼ਨ ਵਿਦ ਦਿਸ। ਬਿਲਕੁਲ ਜੀ, ਥੈਂਕ ਯੂ ਚਲੋ, ਜੀ। thank you very much to everyone who's watching, and stay safe, please. ਥੈਂਕ ਯੂ ਜੀ, ਥੈਂਕ ਯੂ, ਬਾਏ।